संत हमारा गैणा, संत हमारा गैणा, संत हमारा गैणा, संत हमारा गैणा। हम संतन की रेन प्यारे, हम संतन की शरणा। संत हमारी ओट सदानी, संत हमारा गैणा, संत हमारा गैणा, संत हमारा गैणा। हम संतन स्यों बन आई, पूर्व लिखे पाई। एह मन तेरा भाई, संत हमारा गैणा। संतन स्यों मेरी लेवा देवी, संतन स्यों ब्योहारा। संतन स्यों हम लाह खाटिया, हर भगत परे भंडारा। संत हमारा गैणा, संत हमारा गैणा। संतन मोको पूंजी सौंपी, तो उतरिया मन का तोखा। धर्म राय अब कहाँ करेगो, जो फाट्यो सगलो लेखा। संत हमारा गैणा, संत हमारा गैणा। महा आनंद पै सुख पाया, संतन कै प्रसादे। कहो नानक हर स्यों मन मानिया, रंग रते बिस्मादे। संत हमारा गैणा, संत हमारा गैणा। हम संतन की रेन प्यारे, हम संतन की शरणा। संत हमारा गैणा, संत हमारा गैणा। संत हमारा गैणा, संत हमारा गैणा। रहरास एक ओंकार सतगुर प्रसाद। श्लोक महला पहला। दुख दारू सुख रोग भया, ਜਾਂ सुख ताम न होई। तू करता करना मैं नाही, जाहों करी न होई। तू करता करना मैं नाही, जाहों करी न होई। ਸਤਿਗੁਰਾਂ ਦੀ ਪਿਆਰੀ ਸਾਜੀ ਨਵਾਜੀ ਸਾਧ ਸੰਗਤ ਜੀਓ, ਗੁਰਬਾਣੀ ਵਿਚਾਰ ਦੇ ਪਤਵੰਤੇ ਸਤਵੰਤੇ ਸੱਜਣੋ, ਆਪ ਜੀ ਦੇ ਨਾਲ ਰਹਿਰਾਸ ਸਾਹਿਬ ਦੀ ਵਿਚਾਰ ਸ਼ੁਰੂ ਕਰਨੀ ਅੱਜ ਕਰੀ ਹੈ। ਰਹਿਰਾਸ ਸ਼ਾਮ ਦੇ ਸਮੇਂ ਸੂਰਜ ਡੁੱਬਣ ਨਾਲ ਕਰੀ ਜਾਂਦੀ ਹੈ। ਰਹਿਰਾਸ ਦਾ ਮਤਲਬ ਹੁੰਦਾ ਰਹੁ ਰੀਤੀ। ਉਰਦੂ ਵਿੱਚ ਇਹਨੂੰ ਰਾਹੇ ਰਾਸਤੇ ਵੀ ਕਿਹਾ ਜਾਂਦਾ ਹੈ, ਯਾਨੀ ਸਿੱਧਾ ਰਸਤਾ ਪਰਮਾਤਮਾ ਦੇ ਨਾਲ ਬਣਾਉਣਾ, ਰਾਹੇ ਰਾਸਤਾ। ਚਲੋ, ਸ਼ਾਮ ਦੇ ਸਮੇਂ 'ਚ ਰਹਿਰਾਸ ਕਰੀ ਜਾਂਦੀ ਹੈ। ਸਾਡੇ ਜਿਹੜੇ ਹਿੰਦੂ ਭਰਾ ਹੈ ਉਹ ਸੰਧਿਆ ਵੀ ਕਹਿ ਦਿੰਦੇ ਇਸ ਨੂੰ। ਸੰਧਿਆ ਦੇ ਟਾਈਮ, ਸ਼ਾਮ ਦੇ ਟਾਈਮ ਉਹ ਪੜ੍ਹਦੇ, ਉਹਨਾਂ ਦੀ ਹੋਰ ਹੈ, ਉਹ ਸੰਸਕ੍ਰਿਤ ਵਿੱਚ ਕਰਦੇ ਹਾਂ। ਆਪਾਂ ਗੁਰੂ ਸਾਹਿਬ ਦੁਆਰਾ ਬਖਸ਼ੀ ਹੋਈ ਰਹਿਰਾਸ ਪੜ੍ਹਦੇ।
ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹਲਾ ਪਹਿਲਾ। ਪਰਮਾਤਮਾ ਇੱਕ ਹੈ, ਉਹ ਸਤਿਗੁਰੂ ਦੀ ਕਿਰਪਾ ਦੁਆਰਾ ਮਿਲਦਾ ਹੈ। ਔਰ ਪਹਿਲੇ ਮਹਲਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਹੈ। ਦੁੱਖ ਦਾਰੂ ਸੁੱਖ ਰੋਗ ਪਿਆ। ਕਿੱਡੀ ਬੜੀ ਸੱਚਾਈ, ਕਿੱਡਾ ਵੱਡਾ ਟਰੂਥ ਗੁਰੂ ਸਾਹਿਬ ਨੇ ਫਰਮਾਇਆ ਬਈ ਜਿਹੜੇ ਸੁੱਖ ਹੈ ਉਹ ਰੋਗ ਹੈ, ਅਤੇ ਜਿਹੜਾ ਦੁੱਖ ਹੈ ਉਹ ਦਾਰੂ ਬਣ ਜਾਂਦਾ। ਔਰ ਸੱਚਾਈ ਹੈ, ਮਨੁੱਖ ਕੋਸ਼ਿਸ਼ ਸਾਰੀ ਉਮਰ ਸੁੱਖਾਂ ਖਾਤਰ ਕਰਦਾ ਰਹਿੰਦਾ, ਲੇਕਿਨ ਦੁੱਖ ਮਿਲਦੇ, ਕਿਉਂਕਿ ਸੁੱਖ ਦੇ ਵਿੱਚ ਹੀ ਦੁੱਖ ਛੁਪਿਆ ਹੋਇਆ। ਜਿਹੜਾ ਬੰਦੇ ਨੂੰ ਦੁੱਖ ਦੇ ਦੇਵੇ ਉਹ ਆਪਣੇ ਨਾਲ ਜੋੜ ਲੈਂਦਾ ਉਹਨੂੰ। ਜੇ ਉਹਨੂੰ ਉਲਟਾ ਸਮਝ ਲਵੇ ਵੀ ਮੈਨੂੰ ਕਿਉਂ ਦੁੱਖ ਦਿੱਤਾ ਹੈ, ਫਿਰ ਤਾਂ ਨਹੀਂ ਕੁਛ ਵੀ ਪ੍ਰਾਪਤ ਹੁੰਦਾ। ਪਰ ਜਿਹਨੂੰ ਉਹਨੇ ਆਪਣੇ ਨਾਲ ਜੋੜਨਾ, ਉਹਨੂੰ ਉਹ ਸੋਚ ਵੀ ਦੇ ਦੇਣੀ ਹੈ ਵੀ ਤੈਂ ਦਿੱਤਾ ਹੈ, ਤੈਂ ਘਟਾਉਣਾ। ਤੋ ਦੁੱਖ ਦਾਰੂ ਬਣ ਜਾਂਦਾ, ਇਲਾਜ ਬਣ ਜਾਂਦਾ, ਸੁੱਖ ਰੋਗ ਹੁੰਦਾ। ਸੰਸਾਰ ਵਿੱਚ ਉਲਟ ਸਮਝਿਆ ਜਾਂਦਾ। ਜਾਂ ਸੁੱਖ ਤਾਮ ਨਾ ਹੋਈ। ਜੇ ਸੁੱਖ ਹੋਵੇ ਫਿਰ ਇਹ ਚੀਜ਼ ਵਾਪਰਦੀ ਨਹੀਂ ਹੈ, ਫਿਰ ਦੁੱਖ ਦਾਰੂ ਬਣੇ ਨਹੀਂ ਸਕਦਾ ਕਦੇ ਵੀ। ਪਰਮਾਤਮਾ ਦੀ ਆਪਣੀ ਰਜ਼ਾ ਹੈ, ਉਹ ਕਿਸੇ ਨੂੰ ਆਪਣੇ ਨਾਲ ਕਿਵੇਂ ਮਿਲਾਉਂਦਾ ਹੈ। ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਪੇ ਦਾਤ ਤੇਰੀ ਦਾਤਾਰ। ਕਿਸੇ ਨੂੰ ਭੁੱਖਾ ਰੱਖ ਕੇ, ਕਿਸੇ ਨੂੰ ਦੁੱਖ ਦੇ ਕੇ, ਕਿਸੇ ਨੂੰ ਮਾਰ ਪਾ ਕੇ, ਕਿਸੇ ਨੂੰ ਬਿਮਾਰੀ ਦੇ ਕੇ ਉਹ ਆਪਣੇ ਨਾਲ ਜੋੜਦਾ ਹੈ। ਇਹ ਉਹਦਾ ਆਪਣਾ ਡੋਮੇਨ ਹੈ। ਤੂੰ ਕਰਤਾ ਕਰਣਾ ਮੈਂ ਨਾਹੀਂ। ਇਹ ਵਾਹਿਗੁਰੂ ਜੀਓ, ਤੂੰ ਹੀ ਕਰਤਾ ਹੈ, ਤੂੰ ਹੀ ਕਾਰਨ ਹੈ, ਮੈਂ ਕੁਛ ਨਹੀਂ ਕਰ ਸਕਦਾ। ਜਾਂ ਹੋਂ ਕਰੀ ਨਾ ਹੋਈ। ਜੋ ਵੀ ਮੈਂ ਕਰਦਾ ਹੈ ਉਹ ਨਹੀਂ ਇਸ ਤਰ੍ਹਾਂ ਹੋ ਸਕਦਾ। ਮੈਂ ਆਪਣੇ ਤੌਰ 'ਤੇ ਦੁੱਖਾਂ ਨੂੰ ਦਾਰੂ ਨਹੀਂ ਬਣਾ ਸਕਦਾ। ਜੇ ਤੇਰੀ ਨਜ਼ਰ ਹੋ ਜੇ ਤਾਂ ਹੋ ਸਕਦਾ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ ਰਹੋ। ਤੂੰ ਕੁਦਰਤ ਦੇ ਵਿੱਚ ਵਸਿਆ ਹੋਇਆ, ਕੁਦਰਤ ਤੇਰੀ ਤਸਵੀਰ ਹੈ, ਤੂੰ ਮੁਸੱਵਰ ਹੈ, ਔਰ ਇਹ ਤਸਵੀਰ ਦੇ ਵਿੱਚ ਤੂੰ ਆਪ ਵੀ ਵਸਦਾ ਹੈ। ਇਸੇ ਕਰਕੇ ਇਹ ਸੱਚੀ ਹੈ। ਇਹ ਜੱਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿਸ਼ਵਾਸ। ਲੇਕਿਨ ਇਹ ਕੂੜ ਵੀ ਹੈ, ਇਹਨੇ ਵਿੰਸ ਜਾਣਾ ਇੱਕ ਦਿਨ। ਤੇਰਾ ਅੰਤ ਨਾ ਜਾਈ ਲਖਿਆ। ਤੇਰਾ ਅੰਤ ਨਹੀਂ ਕੋਈ ਵੀ ਲਿਖਿਆ ਜਾ ਸਕਦਾ, ਕੋਈ ਨਹੀਂ ਪਾ ਸਕਦਾ ਤੇਰੇ ਅੰਤ ਨੂੰ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਸਭ ਜੀਵਾਂ ਦੀ ਜਾਤ ਵਿੱਚ ਤੇਰੀ ਜੋਤ ਹੈ। ਹਰ ਪ੍ਰਾਣੀ ਮਾਤਰ, ਹਰ ਪੰਛੀ ਮਾਤਰ, ਹਰ ਨਿਰਜਿੰਦ ਚੀਜ਼ਾਂ ਵਿੱਚ, ਸਭ ਵਿੱਚ ਤੇਰੀ ਜੋਤ ਹੈ। ਔਰ ਜੋਤ ਵਿੱਚ ਤੂੰ ਜਾਣਿਆ ਜਾਣਾ, ਜੋਤ ਕਰਕੇ ਹੀ। ਔਰ ਤੂੰ ਅਕਲ ਕਲਾ ਭਰਪੂਰ ਰਿਹਾ। ਲੋਕ ਕੋਈ 14 ਕਲਾ, ਕੋਈ 16 ਕਲਾ ਕਹਿੰਦਾ, ਬਾਤਾਂ ਪਾਉਂਦੇ, ਪਰ ਤੇਰੇ ਕੋਲ ਤਾਂ ਕਲਾਵਾਂ ਦਾ ਅੰਤ ਹੀ ਕੋਈ ਨਹੀਂ। ਤੂੰ ਅਕਲ ਵੀ ਹੈ, ਤੂੰ ਕਲਾ ਦਾ ਭਰਪੂਰ ਵੀ ਹੈ। ਸਭ ਕਲਾ ਤੇਰੀਆਂ ਹੈ। ਤੂੰ ਨਿਰਗੁਣ ਵੀ ਹੈ, ਤੂੰ ਸਰਗੁਣ ਵੀ ਹੈ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਤੂੰ ਸਾਹਿਬ ਸੱਚਾ ਹੈ, ਸਦਾ ਤੋਂ ਹੈ, ਹੁਣ ਵੀ ਹੈ, ਫਿਰ ਵੀ ਰਹਿਣਾ ਹੈ। ਬਾਕੀ ਸਭ ਦੁਨੀਆ ਆਵਣ ਜਾਵਣੀ ਹੈ। ਔਰ ਤੇਰੀ ਜਿਹੜੀ ਸਿਫਤ ਹੈ ਉਹ ਵੀ ਸੁੰਦਰ ਹੈ। ਜਿਹਨੇ ਕਰੀ ਹੈ ਤੇਰੀ ਸਿਫਤ, ਉਹ ਪਾਰ ਪਾ ਗਿਆ ਇਸ ਦੁਨੀਆ ਤੋਂ, ਇਸ ਭਵਜਲ ਤੋਂ ਪਾਰ ਲੰਘ ਗਿਆ। ਕਿਉਂਕਿ ਸਾਧ ਸੰਗਤ ਜੀ, ਉਹ ਕਿਸੇ ਕਰਮ ਵਿਸ਼ੇਸ਼ ਨੂੰ ਗੁਰਬਾਣੀ ਨੇ ਕੋਈ ਮਾਨਤਾ ਨਹੀਂ ਦਿੱਤੀ। ਸਿਰਫ ਉਹਦੀ ਸਿਫਤ ਸਲਾਹ ਕਰਨ ਨੂੰ। ਨਾਨਕ ਨਾਮ ਮਿਲੇ ਗੁਣ ਗਾਏ। ਉਹਦੇ ਗੁਣ ਗਾਉਣੇ, ਉਹਦੀ ਸਿਫਤ ਸਲਾਹ ਕਰਨੇ ਨਾਲ ਹੀ ਉਹ ਪ੍ਰਾਪਤ ਹੁੰਦਾ ਹੈ। ਇਹ ਗੁਰਮਤਿ ਦਾ ਮੇਨ ਸਿਧਾਂਤ ਹੈ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ। ਗੁਰੂ ਨਾਨਕ ਸਾਹਿਬ ਫਰਮਾ ਰਹੇ ਹੈ, ਸਭ ਕਰਤੇ ਦੀਆਂ ਬਾਤਾਂ ਹੈ। ਜੋ ਕੁਛ ਕਰ ਰਿਹਾ ਹੈ, ਜੋ ਉਹਨੇ ਕਰਨਾ ਹੈ ਉਹ ਕਰ ਰਿਹਾ। ਕੋਈ ਉਹਦੇ ਪਰ ਹੁਕਮ ਨਹੀਂ ਚਲਾ ਸਕਦਾ। ਨਾ ਉਹਦਾ ਕੋਈ ਵਜ਼ੀਰ ਹੈ, ਉਹ ਬੇਵਜ਼ੀਰ ਹੈ। ਸੋਦਰ ਰਾਗ ਆਸਾ ਮਹੱਲਾ ਪਹਿਲਾ। ਸਾਧ ਸੰਗਤ ਜੀਓ, ਇਹ ਜਿਹੜੀ ਬਾਣੀ ਦਾ ਸਿਲੇਖ ਹੈ ਸੋਦਰ, ਇਹਦੇ 'ਚ ਇੱਕੋ ਹੀ ਸ਼ਬਦ ਹੈ। ਇਹ 3 ਜਗ੍ਹਾ ਆਉਂਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਜਪਜੀ ਸਾਹਿਬ 'ਚ ਵੀ ਆਉਂਦਾ ਹੈ, ਔਰ ਆਸਾ ਰਾਗ ਦੇ ਵਿੱਚ ਵੀ ਆਉਂਦਾ। ਸੋਦਰ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋਦਰ ਕਿਹਾ ਸੋ ਘਰ ਕਿਹਾ, ਜਿਤ ਵੈ ਸਰਬ ਸੰਭਾਲੇ।
ਉਹ ਦਰ ਕੈਸਾ ਹੈ, ਉਹ ਘਰ ਕੈਸਾ ਹੈ, ਜਿੱਥੇ ਬੈਠ ਕੇ ਤੂੰ ਸਾਰੇ ਸੰਸਾਰ ਨੂੰ ਸੰਭਾਲ ਰਿਹਾ, ਪਾਲਣ ਪੋਸ਼ਣਾ ਕਰ ਰਿਹਾ, ਪੈਦਾ ਕਰ ਰਿਹਾ, ਲੈ ਕਰ ਰਿਹਾ। ਕੈਸਾ ਉਹ ਦਰ ਹੈ, ਕੈਸਾ ਉਹ ਘਰ ਹੈ। ਬਾਜੇ ਤੇਰੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਬਾਵਨ ਹਾਰੇ। ਤੇਰੇ ਦਰ ਦੇ ਉੱਤੇ ਅਨੇਕਾਂ ਹੀ ਨਾਦ ਵੱਜਦੇ ਹੈ, ਔਰ ਕੇਤੇ ਹੀ ਉਹਨਾਂ ਨੂੰ ਵਜਾਉਣ ਵਾਲੇ, ਅਸੰਖਾਂ ਹੀ ਉਹਨਾਂ ਨੂੰ ਵਜਾਉਣ ਵਾਲੇ। ਕੇਤੇ ਰਾਗ ਪਰੀ ਸਿਉ ਕਹੀਐ, ਕੇਤੇ ਗਾਵਨ ਹਾਰੇ। ਕਿੰਨੇ ਵੀ ਰਾਗ ਰਾਗਣੀਆਂ ਕਹੀਆਂ ਜਾਂਦੀਆਂ, ਕਿੰਨੇ ਹੀ ਉਹਨਾਂ ਨੂੰ ਗਾਉਣ ਵਾਲੇ। ਗਾਵਨ ਤੁਧਨੋਂ ਪਵਨ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੇ। ਪੌਣ ਪਾਣੀ ਅੱਗ ਸਭ ਤੈਨੂੰ ਗਾਉਨੇ, ਤੈਨੂੰ ਧਿਆਉਨੇ, ਤੇਰਾ ਧਿਆਨ ਹੈ ਉਹਨਾਂ ਨੂੰ। ਗਾਵੇ ਰਾਜਾ ਧਰਮ ਦੁਆਰੇ, ਧਰਮ ਰਾਜਾ ਵੀ ਤੇਰੇ ਦੁਆਰ 'ਤੇ ਖੜ੍ਹਾ ਤੈਨੂੰ ਗਾ ਰਿਹਾ। ਸਾਧ ਸੰਗਤ ਜੀ, ਉਹ ਹੁਣ ਇਹ ਜਿਹੜਾ ਸ਼ਬਦ ਹੈ ਗਾਵਨ, ਇਹਦੀ ਇਹ ਸਮਝਣਾ ਆਪਾਂ ਨੇ ਵੀ ਇਹਦਾ ਮਤਲਬ ਕਿਆ। ਪਵਨ ਕਿਵੇਂ ਗਾਉਂਦੀ ਹੈ ਤੈਨੂੰ, ਬਸੰਤਰ ਕਿਵੇਂ ਗਾਉਂਦੀ ਹੈ, ਪਾਣੀ ਕਿਵੇਂ ਗਾਉਂਦਾ। ਅੰਸ਼ ਹੈ ਜਿਹੜਾ ਆਪਣੇ ਅੰਸ਼ੀ ਵੱਲ ਨੂੰ ਜਾਂਦਾ ਹਮੇਸ਼ਾ। ਅੱਗ ਹਮੇਸ਼ਾ ਉੱਪਰ ਨੂੰ ਉੱਠਦੀ ਹੈ, ਕਿਉਂਕਿ ਸੂਰਜ ਤੋਂ ਆਈ ਹੈ। ਸੂਰਜ ਇਸ ਅਗਨੀ ਦਾ ਜਿਹੜਾ ਹੈ ਉਹ ਮੁੱਢ ਹੈ। ਹਾਲਾਂਕਿ ਅਸਲੀ ਮੁੱਢ ਪਰਮਾਤਮਾ ਹੈ, ਸੂਰਜ ਵੀ ਪਰਮਾਤਮਾ ਤੋਂ ਬਣਿਆ, ਪਰ ਦੁਨੀਆ ਦੇ ਵਿੱਚ ਸੂਰਜ ਮੁੱਢ ਹੈ। ਅੱਗ ਹਮੇਸ਼ਾ ਉੱਪਰ ਨੂੰ ਜਾਊਗੀ। ਪਾਣੀ ਹਮੇਸ਼ਾ ਸਮੁੰਦਰ ਵੱਲ ਨੂੰ, ਢਲਾਣ ਵੱਲ ਨੂੰ ਜਾਂਦਾ ਹੈ, ਆਪਣਾ ਅੰਸ਼ੀ ਵੱਲ ਨੂੰ ਜਾਂਦਾ ਹੈ। ਤਾਂ ਇਸ ਕਰਕੇ ਉਹਨਾਂ ਦਾ ਧਿਆਨ ਹਰ ਵਕਤ ਉੱਧਰ ਰਹਿੰਦਾ। ਉਹਨੂੰ ਆਪਾਂ ਗਾਉਂਦੇ ਕਹਿ ਲਈਏ, ਧਿਆਉਂਦੇ ਕਹਿ ਦਈਏ, ਜੋ ਵੀ ਮਰਜ਼ੀ ਕਹੀਏ, ਗੁਰਬਾਣੀਕਾਰਾਂ ਨੇ ਇਸ ਤਰ੍ਹਾਂ ਹੀ ਕਿਹਾ ਵੀ ਉਹ ਸਭ ਤੈਨੂੰ ਹੀ ਗਾ ਰਹੇ। ਐਸੇ ਤਰੀਕੇ ਨਾਲ ਪੌਣ ਹੈ, ਉਹ ਵੀ ਤੈਨੂੰ ਗਾ ਰਹੀ ਹੈ। ਪੌਣ 'ਤੇ ਤਾਂ ਹੋਰ ਵੀ ਤਰੀਕੇ ਹੈ। ਪਵਨ ਨੂੰ ਗੁਰੂ ਵੀ ਇਸੇ ਕਰਕੇ ਕਿਹਾ ਹੈ, ਜਿਵੇਂ ਸੁਰਤ ਤੋਂ, ਗੁਰੂ ਤੋਂ ਬਿਨਾਂ ਸੁਰਤ ਸੁੱਤੀ ਹੁੰਦੀ ਹੈ ਜਾਂ ਮਰੀ ਹੋਈ ਹੁੰਦੀ ਹੈ। ਐਸੇ ਤਰੀਕੇ ਨਾਲ ਪਵਨ ਤੋਂ ਬਿਨਾਂ ਆਪਾਂ ਨਾਮ ਕਿਵੇਂ ਜਪੂਗੇ, ਬੋਲ ਨਹੀਂ ਸਕਦੇ। ਪਵਨ ਦੇ ਕਰਕੇ ਹੀ ਨਾਮ ਜਪਿਆ ਜਾਂਦਾ। ਘੰਟੀ ਦੇ ਵਿੱਚੋਂ ਜਦੋਂ ਆਵਾਜ਼ ਨਿਕਲਦੀ ਹੈ, ਹਵਾ ਨਿਕਲਦੀ ਹੈ, ਇਸੇ ਕਰਕੇ ਇਹ ਗੁਰੂ ਦੀ ਨਿਆਈ ਹੈ। ਗਾਵਨ ਤੁਧਨੋਂ ਚਿੱਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਸਾਧ ਸੰਗਤ ਜੀ, ਇੱਕ ਹੋਰ ਵਿਚਾਰ, ਕਿਤੇ ਗਾਵੇਂ ਸ਼ਬਦ ਵੀ ਆਉਂਦਾ ਹੈ, ਕਿਤੇ ਗਾਵਨ ਆਉਂਦਾ ਹੈ। ਥੋੜ੍ਹੇ ਥੋੜ੍ਹੇ ਭੇਦ ਨਾਲ ਇਹ ਸ਼ਬਦ ਸਾਰੇ ਹੀ ਤਿੰਨ ਜਗ੍ਹਾ ਗੁਰਬਾਣੀ 'ਚ ਆਏ ਹੋਏ ਨੇ। ਇਹ ਭੇਦ ਤਾਂ ਗੁਰੂ ਮਹਾਰਾਜ ਹੀ ਜਾਣਨ। ਜੇ ਮੋਟੀ ਬੁੱਧੀ ਨਾਲ ਸੋਚੀਏ ਆਪਾਂ ਤਾਂ ਇਹੀ ਸਮਝ ਆਉਂਦੀ ਹੈ ਬਈ ਅੱਖਰਾਂ ਦੇ ਮਗਰ ਬਹੁਤਾ ਨਹੀਂ ਜਾਣਾ। ਅੱਖਰਾਂ ਦੇ ਵਿੱਚ ਜੋ ਬਿਹਾਈਂਡ ਦਾ ਲਾਈਨ ਜੋ ਬਾਤ ਹੈ ਉਹ ਪਕੜਨੀ ਹੈ। ਲਕੀਰ ਦਾ ਫਕੀਰ ਨਹੀਂ ਬਣਨਾ। ਹਾਂ, ਅੱਖਰਾਂ ਦੀ ਆਪਣੀ ਅਹਿਮੀਅਤ ਹੈ। ਇਹ ਗੁਰਬਾਣੀ ਦੇ ਬਸਤਰ ਹੈ। ਗੁਰਬਾਣੀ ਇਹਨਾਂ ਦੇ ਵਿੱਚ ਹੈ। ਗਾਵਨ ਚਿੱਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਨਹੀਂ, ਸੋਰੀ। ਗਾਵਨ ਤੁਧਨੋਂ ਚਿੱਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਚਿੱਤਰ ਗੁਪਤ ਜਿਹੜੇ ਕਹੇ ਜਾਂਦੇ ਆ ਵੀ ਮੋਢਿਆਂ 'ਤੇ ਬੈਠੇ ਆ ਸੱਜੇ ਖੱਬੇ 'ਤੇ, ਵੀ ਉਹ ਲਿਖੀ ਜਾ ਰਹੇ ਸਾਡੇ ਕਰਮਾਂ ਨੂੰ, ਚੰਗਿਆਂ ਨੂੰ, ਮੰਦਿਆਂ ਨੂੰ, ਪੁੰਨਾਂ ਨੂੰ, ਪਾਪਾਂ ਨੂੰ। ਇਹ ਹਿੰਦੂ ਧਰਮ ਦੇ ਵਿੱਚੋਂ ਖਿਆਲ ਆਇਆ ਹੋਇਆ। ਪਰ ਸਾਧ ਸੰਗਤ ਜੀ, ਉਹ ਗੁਰਬਾਣੀ ਦੇ ਵਿੱਚ ਚਿੱਤਰਗੁਪਤ ਦਾ ਜ਼ਿਕਰ ਜ਼ਰੂਰ ਆਉਂਦਾ ਹੈ, ਲੇਕਿਨ ਇਹ ਮਾਨਤਾ ਨਹੀਂ ਹੈ ਇਹਨਾਂ ਦੀ। ਜਿਹੜਾ ਸਾਡਾ ਮਨ ਹੈ, ਇਹੀ ਲੇਖ ਲਿਖਦਾ ਰਹਿੰਦਾ ਹਰ ਵਕਤ। ਇਹ ਮਨ ਮਰਦਾ ਨਹੀਂ, ਮਨ ਅੱਗੇ ਵੀ ਜਾਂਦਾ ਹੈ। ਅਗਲੇ ਜਨਮ ਦੇ ਵਿੱਚ ਵੀ ਇਹੀ ਸੰਸਕਾਰ ਲੈ ਕੇ ਅੱਗੇ ਫਿਰ ਚਲਾ ਜਾਂਦਾ, ਪੈਦਾ ਹੁੰਦਾ। ਸੋ ਗਾਵਨ ਤੁਧਨੋਂ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ। ਈਸ਼ਰ ਵੀ, ਬ੍ਰਹਮਾ ਵੀ, ਦੇਵੀ ਦੇਵਤੇ ਵੀ, ਸਭ ਤੈਨੂੰ ਗਾਉਂਦੇ, ਤੇਰੇ ਹੀ ਸਵਾਰੇ ਹੋਏ ਆ। ਗਾਵਨ ਤੁਧਨੋਂ ਇੰਦਰ ਇੰਦਾਸਨ ਬੈਠੇ, ਦੇਵਤਿਆਂ ਦਰ ਨਾਲੇ। ਇੰਦਰ ਵੀ ਔਰ ਆਪਣੇ ਆਸਣ 'ਤੇ ਬੈਠਿਆ ਹੋਇਆ ਇੰਦਰ, ਦੇਵਤਿਆਂ ਦੇ ਨਾਲ ਤੇਰੇ ਦਰ ਦੇ ਉੱਤੇ ਖੜ੍ਹੇ ਤੈਨੂੰ ਗਾ ਰਹੇ। ਅਸੀਂ ਲੋਕ ਇੰਦਰ ਨੂੰ ਬੜਾ ਕਰਦੇ ਹਾਂ। ਗੁਰੂ ਸਾਹਿਬ ਨੇ ਫਰਮਾਇਆ ਵੀ ਇੰਦਰ ਵੀ ਖੜ੍ਹਾ ਅਰਜ਼ੋਈਆਂ ਕਰਦਾ ਤੇਰੇ ਦਰ ਦੇ ਉੱਤੇ। ਗਾਵਨ ਤੁਧਨੋਂ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋਂ ਸਾਧ ਵਿਚਾਰੇ।
ਸਿੱਧ ਸਮਾਧੀਆਂ ਲਾ ਕੇ ਵੀ ਤੈਨੂੰ ਯਾਦ ਕਰਦੇ, ਔਰ ਸਾਧ ਵੀ ਤੇਰੀਆਂ ਵਿਚਾਰਾਂ ਕਰਦੇ ਸੰਤ ਲੋਕ। ਗਾਵਨ ਤੁਧਨੋਂ ਜਤੀ ਸਤੀ ਸੰਤੋਖੀ, ਗਾਵਨ ਤੁਧਨੋਂ ਵੀਰ ਕਰਾਰੇ। ਵਾਹਿਗੁਰੂ। ਹੇ ਵਾਹਿਗੁਰੂ ਜੀ, ਉਹ ਤੈਨੂੰ ਜਤੀ ਵੀ, ਸਤੀ ਵੀ, ਸੰਤੋਖੀ ਵੀ, ਔਰ ਬੜੇ ਬੜੇ ਵੀਰ ਬਹਾਦਰ ਯੋਧੇ, ਉਹ ਵੀ ਤੈਨੂੰ ਧਿਆਉਂਦੇ ਆ, ਗਾਉਂਦੇ ਆ। ਜਤੀ ਹੁੰਦਾ ਜਿਹੜਾ ਜਤ ਰੱਖਦਾ, ਬਿੰਦ ਨੂੰ ਝੜਨ ਨਹੀਂ ਦਿੰਦਾ। ਸਤੀ ਹੁੰਦਾ ਜਿਹੜਾ ਇੱਕ ਦੇ ਨਾਲ ਸੰਬੰਧ ਰੱਖਦਾ। ਸੰਤੋਖੀ ਹੁੰਦਾ ਜਿਹੜਾ ਜਿਹਦੇ ਅੰਦਰ ਸੰਤੋਖ ਆ ਜਾਂਦਾ। ਇਹ ਜਤੀ ਸਤੀ ਸਾਡਾ ਬਾਹਰੋਂ ਆਇਆ ਹੋਇਆ ਥੋਟ ਹੈ। ਸੰਤੋਖ ਹੋ ਜਾਣਾ, ਸੰਤੋਖਣਾ ਆਪਣੇ ਆਪ ਨੂੰ, ਇਹ ਗੁਰੂ ਨਾਨਕ ਸਾਹਿਬ ਦਾ ਥੋਟ। ਇੱਕ ਨਾਰ ਦੇ ਉੱਤੇ ਜਾਂ ਇੱਕ ਪਤੀ ਦੇ ਉੱਤੇ ਸੰਤੋਖ ਹੋ ਜਾਣਾ, ਸਬਰ ਆ ਜਾਣਾ। ਨਾ ਜਤ ਰੱਖਣ ਦੀ ਲੋੜ ਹੈ, ਨਾ ਕੁਛ ਹੋਰ ਕਰਨ ਦੀ ਲੋੜ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਨੂੰ ਕੋਈ ਵੀ ਕਰਪਟ ਨਹੀਂ ਕਰ ਸਕਦਾ। ਉਹਨਾਂ ਦਾ ਵਿਚਾਰ ਇਹੀ ਹੈ, ਮਤ ਇਹੀ ਹੈ ਵੀ ਗ੍ਰਸਤੀ ਕਰੋ। ਜਿਹੜੇ ਗ੍ਰਸਤੀ ਛੱਡ ਜਾਂਦੇ ਆ ਉਹ ਫਿਰ ਮਛੰਦਰ ਨਾਥ ਵਰਗੇ 75 ਸਾਲ ਦੀ ਉਮਰ ਦੇ ਵਿੱਚ ਵੀ ਗਲਤਾਨ ਹੋ ਜਾਂਦੇ। ਗਾਵਨ ਤੁਧਨੋਂ ਵੀਰ ਕਰਾਰੇ, ਗਾਵਨ ਤੁਧਨੋਂ ਪੰਡਤ ਪੜ੍ਹਨ ਰਖੀਸਰ, ਜੁਗ ਜੁਗ ਵੇਦਾਂ ਨਾਲੇ। ਵੱਡੇ ਵੱਡੇ ਪੰਡਤ ਪੜ੍ਹਨੇ ਵਾਲੇ ਰਿਸ਼ੀ, ਬੜੇ ਬੜੇ ਰਿਸ਼ੀ ਜੁਗਾਂ ਜੁਗਾਂ ਤੋਂ ਵੇਦਾਂ ਦੇ ਰਾਹੀਂ ਤੇਰੀ ਵਿਚਾਰ ਕਰਦੇ। ਗਾਵਨ ਤੁਧਨੋਂ ਮੋਹਣੀਆਂ ਮਨਮੋਹਨ, ਸੁਰਗ ਮੱਛ ਪਿਆਲੇ। ਸੁੰਦਰ ਇਸਤਰੀਆਂ ਅਪੱਛਰਾਂ ਜਿਹੜੀਆਂ ਮਨ ਨੂੰ ਮੋਹਣੇ ਵਾਲੀਆਂ, ਉਹ ਵੀ ਤੈਨੂੰ ਗਾਉਂਦੀਆਂ। ਸੁਰਗ ਵੀ, ਮੱਛ ਵੀ, ਪਤਾਲ ਵੀ। ਮੱਛ ਮੈਨੇ ਆਹ ਲੋਕ, ਇਹ ਵੀ ਤੈਨੂੰ ਧਿਆਉਂਦੇ। ਗਾਵਨ ਤੁਧਨੋਂ ਰਤਨ ਉਪਾਏ ਤੇਰੇ, 68 ਤੀਰਥ ਨਾਲੇ। ਜਿਹੜੇ ਤੇਰੇ ਤੀਰਥ ਹੈ 68, ਉਹ ਵੀ ਤੈਨੂੰ ਗਾਉਂਦੇ। ਔਰ ਜਿਹੜੇ ਤੇਰੇ ਰਤਨ ਸਮੁੰਦਰ 'ਚੋਂ ਨਿਕਲੇ ਹੋਏ, ਉਹ ਵੀ ਤੈਨੂੰ ਗਾਉਂਦੇ। ਗਾਵਨ ਤੁਧਨੋਂ ਜੋਧ ਮਹਾਬਲ ਸੂਰਾ, ਗਾਵਨ ਤੁਧਨੋਂ ਖਾਣੀ ਚਾਰੇ। ਯੋਧੇ ਮਹਾਬਲੀ ਸੂਰਮੇ ਸਭ ਤੈਨੂੰ ਗਾਉਂਦੇ, ਚਾਰੇ ਖਾਣੀਆਂ ਵੀ ਤੈਨੂੰ ਗਾਉਂਦੀਆਂ। ਗਾਵਨ ਤੁਧਨੋਂ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਧਾਰੇ। ਖੰਡ ਬ੍ਰਹਿਮੰਡ ਦੁਨੀਆ ਦੇ ਸਾਰੇ ਸਭ ਤੈਂ ਆਪਣੀ ਸੱਤਾ ਨਾਲ ਰੱਖੇ ਹੋਏ, ਤੈਂ ਹੀ ਬਣਾਏ। ਬਿਨਾਂ ਹੀ ਕਿਸੇ ਥੰਮ ਤੋਂ ਆਕਾਸ਼ ਟਿਕਾਇਆ ਹੋਇਆ। ਸੇਈ ਤੁਧਨੋਂ ਗਾਵਨ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ। ਤੈਨੂੰ ਉਹੀ ਗਾਉਂਦੇ ਆ ਜਿਹੜੇ ਤੈਨੂੰ ਭਾ ਜਾਂਦੇ, ਔਰ ਜਿਹੜੇ ਤੇਰੇ ਭਗਤ ਹੈ ਉਹ ਰਸ ਦੇ ਵਿੱਚ ਰਸੇ ਹੋਏ ਤੈਨੂੰ ਯਾਦ ਕਰਦੇ। ਗਾਉਂਦੇ ਤੈਨੂੰ ਸਾਰੇ ਹੀ ਹੈ, ਪਰ ਕਬੂਲ ਉਹ ਪੈਨੇ ਜਿਹੜੇ ਤੈਨੂੰ ਭਾ ਜਾਂਦੇ, ਉਹ ਭਗਤ ਹੁੰਦੇ। ਹਾਲਾਂਕਿ ਸਾਰੀ ਸ੍ਰਿਸ਼ਟੀ ਤੈਨੂੰ ਗਾਉਂਦੀ। ਹੋਰ ਕੇਤੇ ਤੁਧਨੋਂ ਗਾਵਨ, ਸਿਮੈ ਚਿਤ ਨਾਵਨ, ਨਾਨਕ ਕਿਆ ਵਿਚਾਰੇ। ਹੋਰ ਜਿੰਨੇ ਗੁਰੂ ਨਾਨਕ ਸਾਹਿਬ ਫਰਮਾਉਂਦੇ ਵੀ ਜਿੰਨੇ ਮੈਂ ਗਿਣ ਦਿੱਤੇ ਹੈ, ਉਹ ਤਾਂ ਤੈਨੂੰ ਗਾਉਂਦੇ ਹੀ ਗਾਉਂਦੇ। ਉਹਨਾਂ ਤੋਂ ਬਿਨਾਂ ਹੋਰ ਵੀ ਕਿੰਨੇ ਗਾਉਂਦੇ ਆ। ਹੋ ਸਕਦਾ ਕੋਈ ਹੋਰ ਲੋਕ ਹੋਵੇ ਜਿਹਨੂੰ ਕਹਿੰਦੇ ਵੀ ਪਰਲੋਕ ਦੇ ਵਿੱਚ ਕੋਈ ਵਸੋਂ ਹੈਗੀ ਹੈ। ਸਾਇੰਸ ਵਾਲੇ ਵੀ ਖੋਜ ਕਰਦੇ ਰਹਿੰਦੇ ਇਸ ਗੱਲ ਦੀ, ਉਹਨਾਂ ਦਾ ਕਿਆ ਪਤਾ। ਹੋਰ ਕੇਤੇ ਗਾਵਨ, ਨਾਨਕ ਕਿਆ ਵਿਚਾਰੇ। ਮੈਂ ਉਹਨਾਂ ਦੀ ਕਿਆ ਵਿਚਾਰ ਕਰਾਂ, ਉਹ ਵੀ ਤੈਨੂੰ ਗਾਉਂਦੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਹੀਂ। ਸਦਾ ਤੋਂ ਉਹੀ ਪ੍ਰਮਾਤਮਾ ਸੱਚਾ ਹੈ, ਉਹਦਾ ਨਾਂ ਵੀ ਸੱਚਾ ਹੈ, ਉਹਦਾ ਨਿਉ ਵੀ ਸੱਚਾ ਹੈ। ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਉਹ ਹੁਣ ਵੀ ਹੈ, ਉਹਨੇ ਰਹਿਣਾ ਵੀ ਹੈ, ਨਾ ਉਹਨੇ ਜਾਣਾ ਹੈ ਨਾ ਮਰਨਾ ਹੈ, ਜਿਹਨੇ ਇਹ ਰਚਨਾ ਰਚਾਈ ਹੋਈ ਹੈ। ਰੰਗੀ ਰੰਗੀ ਭਾਂਤੀ ਕਰ ਕਰ ਜਿਣਸੀ ਮਾਇਆ, ਜਿਨ ਉਪਾਈ। ਕਈ ਤਰ੍ਹਾਂ ਦੇ, ਕਈ ਭਾਂਤਾਂ ਦੀ, ਕਈ ਜਿਣਸਾਂ ਉਪਾਈਆਂ ਉਹਨੇ, ਮਾਇਆ ਕਈ ਜਿਣਸਾਂ ਦੀ। ਜਿਸ ਤਰ੍ਹਾਂ ਉਹਨੇ ਬਣਾਈ ਹੈ, ਉਹ ਆਪਣੇ ਕਰੀ ਹੋਈ ਨੂੰ ਦੇਖਦਾ। ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਉਹ ਆਪਣੇ ਕਰੇ ਹੋਏ ਨੂੰ ਆਪ ਦੇਖ ਰਿਹਾ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਜੋ ਉਹਨੂੰ ਭਾਉਂਦਾ ਹੈ ਉਹੀ ਕਰਦਾ ਉਹ, ਨਾ ਹੀ ਉਹ ਕਿਸੇ ਤੋਂ ਸਲਾਹ ਲੈਂਦਾ, ਨਾ ਹੀ ਉਹ ਕਿਸੇ ਦੇ ਦਬਾਅ ਵਿੱਚ ਆਉਂਦਾ ਹੈ,
ਉਹ ਸਿਰਫ ਇੱਕ ਭਗਤਾਂ ਦੇ ਵੱਸ 'ਚ ਹੁੰਦਾ, ਹੋਰ ਕਿਸੇ ਦੇ ਵੱਸ 'ਚ ਨਹੀਂ ਹੁੰਦਾ। ਭਗਤਾਂ ਦੀ ਗੱਲ ਨੂੰ ਤਾਂ ਉਹ ਮੰਨਦਾ ਹੈ, ਪਰ ਬਾਕੀ ਕਿਸੇ ਦੀ ਗੱਲ ਨੂੰ ਨਹੀਂ ਮੰਨਦਾ, ਆਪਣੀ ਮਰਜ਼ੀ ਕਰਦਾ। ਕਿਤੇ ਭੁਚਾਲ ਆ ਗਿਆ, ਕਿਤੇ ਸੁਨਾਮੀ ਆ ਗਈ, ਕਿਤੇ ਬਿਮਾਰੀ ਫੈਲ ਗਈ, ਕਿਤੇ ਲੜਾਈ ਲੱਗ ਗਈ, ਸਭ ਉਹਦਾ ਹੁਕਮ ਹੈ। ਉਹਦੇ ਉੱਪਰ ਕੋਈ ਹੁਕਮ ਨਹੀਂ ਕਰ ਸਕਦਾ, ਉਹਦੀ ਆਪਣੀ ਰਜ਼ਾ ਹੈ। ਸੋ ਪਾਤਸ਼ਾਹ ਸ਼ਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ। ਉਹ ਪਾਤਸ਼ਾਹ ਸ਼ਾਹਾਂ ਦਾ ਵੀ ਪਾਤਸ਼ਾਹ ਹੈ, ਯਾਨੀ ਰਾਜਿਆਂ ਦਾ ਵੀ ਰਾਜਾ ਹੈ। ਉਹ ਸਭ ਤੋਂ ਵੱਡਾ ਰਾਜਾ ਉਹ ਹੈ, ਕੋਈ ਹਰ ਸਮਾਨ ਨਹੀਂ ਰਾਜਾ। ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਇਹ ਰਾਜੇ ਝੂਠੇ ਜਿਹੜੇ ਦੁਨੀਆ ਦੇ 4 ਦਿਨ ਰਹਿੰਦੇ ਚਲੇ ਜਾਂਦੇ, ਲੇਕਿਨ ਉਹ ਪਾਤਸ਼ਾਹ ਸਦਾ ਵਾਸਤੇ ਹੀ ਹੈ। ਉਸੇ ਦੇ ਲੜ ਲੱਗਣ ਦਾ ਉਪਦੇਸ਼ ਹੈ ਸਾਨੂੰ। ਨਾਨਕ ਰਹਿਣ ਰਜਾਈ, ਨਾਨਕ ਤੇਰੀ ਰਜਾ ਵਿੱਚ ਹੈ। ਇਹ ਰਾਜਿਆਂ ਦੇ ਰਾਜੇ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਇ। ਸੁਣ ਸੁਣ ਕੇ ਤਾਂ ਤੈਨੂੰ ਸਭ ਕੋਈ ਵੱਡਾ ਆਖਦਾ ਹੈ, ਕੇਵੜ ਵੱਡਾ ਡਿੱਠਾ ਹੋਏ। ਪਰ ਤੂੰ ਕਿੱਡਾ ਵੱਡਾ ਹੈ, ਇਹ ਗੱਲ ਤਾਂ ਤੈਨੂੰ ਦੇਖ ਕੇ ਹੀ ਪਤਾ ਲੱਗ ਸਕਦੀ ਹੈ, ਤੇਰੇ ਵਿੱਚ ਮਿਲ ਕੇ ਹੀ ਪਤਾ ਸਮਝ ਆ ਸਕਦੀ ਹੈ ਵੀ ਤੂੰ ਕਿੱਡਾ ਕੁ ਵੱਡਾ ਹੈ। ਸੁਣੀ ਸੁਣਾਈ ਗੱਲ ਹੋਰ ਹੈ। ਕੀਮਤ ਪਾਏ ਨਾ ਕਿਹਾ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਨਾ ਤੇਰੀ ਕੀਮਤ ਪਾਈ ਜਾ ਸਕਦੀ ਹੈ, ਨਾ ਤੈਨੂੰ ਕਿਹਾ ਜਾ ਸਕਦਾ। ਕਹਿਣਾ ਹੈਗਾ ਪਰ ਕਿਹਾ ਜਾ ਨਹੀਂ ਸਕਦਾ। ਜਿੰਨਾ ਵੀ ਕਹਾਂਗੇ ਥੋੜ੍ਹਾ ਹੀ ਥੋੜ੍ਹਾ। ਜਿਹੜੇ ਤੈਨੂੰ ਕਹਿੰਦੇ ਆ, ਗਾਉਂਦੇ ਆ, ਤੈਨੂੰ ਯਾਦ ਕਰਦੇ ਆ, ਤੇਰਾ ਜਪ ਕਰਦੇ ਆ, ਉਹ ਤੇਰੇ ਵਿੱਚ ਸਮਾ ਜਾਂਦੇ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ। ਇਹ ਮੇਰੇ ਵੱਡੇ ਸਾਹਿਬ ਗੈਰ ਗੰਭੀਰ ਜੀਓ, ਗੁਣਾਂ ਦੇ ਖਜ਼ਾਨੇ ਜੀਓ। ਕੋਈ ਨਾ ਜਾਣਿਆ ਤੇਰਾ ਕੇਤਾ ਕੇਵੜ ਚੀਰਾ। ਕੋਈ ਨਹੀਂ ਜਾਣਦਾ ਤੇਰਾ ਕਿੱਡਾ ਕੁ ਵੱਡਾ ਇਹ ਚੀਰਾ ਕਹਿੰਦੇ ਆ ਸੱਤਾ ਨੂੰ। ਤੇਰੀ ਕਿੰਨੀ ਕੁ ਸੱਤਾ ਹੈ, ਤੇਰਾ ਕਿੱਡਾ ਕੁ ਹੁਕਮ ਚੱਲ ਰਿਹਾ ਹੈ ਸੰਸਾਰ ਦੇ ਵਿੱਚ, ਕੋਈ ਨਹੀਂ ਜਾਣ ਸਕਦਾ। ਰਹਾਓ। ਸਭ ਸੁਰਤੀ ਮਿਲ ਸੁਰਤ ਕਮਾਈ। ਸਾਰੇ ਸੁਰਤੀ ਜੋੜਨ ਵਾਲਿਆਂ ਨੇ ਮਿਲ ਕੇ ਸੁਰਤ ਜੋੜੀ, ਸਭ ਕੀਮਤ ਮਿਲ ਕੀਮਤ ਪਾਈ। ਸਭ ਕੀਮਤ ਪਾਉਣ ਵਾਲਿਆਂ ਨੇ, ਜਿਹੜੇ ਅਪਰੇਜ਼ਰ ਹੁੰਦੇ, ਉਹਨਾਂ ਨੇ ਵੀ ਤੇਰੀ ਕੀਮਤ ਪਾਉਣ ਦੀ ਕੋਸ਼ਿਸ਼ ਕਰੀ, ਪਰ ਪੈਂਦੀ ਨਹੀਂ ਹੈ। ਗਿਆਨੀ ਧਿਆਨੀ ਗੁਰ ਗੁਰ ਹਾਈ। ਗਿਆਨ ਵਾਲਿਆਂ ਨੇ, ਧਿਆਨ ਲਾਉਣ ਵਾਲਿਆਂ ਨੇ, ਗੁਰੂਆਂ ਦੇ ਗੁਰੂ ਨੇ, ਸਭ ਨੇ ਤੇਰੀ ਕੋਸ਼ਿਸ਼ ਕਰੀ ਹੈ ਤੈਨੂੰ ਪਾਉਣ ਦੀ, ਤੇਰੀ ਕੀਮਤ ਪਾਉਣ ਦੀ, ਪਰ ਤੇਰੀ ਕੀਮਤ ਪਾਈ ਨਹੀਂ ਜਾ ਸਕਦੀ। ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਇੱਕ ਤਿਲ ਜਿੰਨੀ ਵੀ ਵਡਿਆਈ ਤੇਰੀ ਕਹੀ ਨਹੀਂ ਜਾ ਸਕਦੀ ਦੁਨਿਆਵੀ ਲੋਕਾਂ ਦੁਆਰਾ। ਸੰਤਾਂ ਦੁਆਰਾ ਤੂੰ ਜਾਣਿਆ ਜਾਂਦਾ ਹੈ, ਸੰਤਾਂ ਦੇ ਤੂੰ ਵਸ 'ਚ ਵੀ ਹੈ, ਸੰਤਾਂ ਨੂੰ ਤੂੰ ਪਿਆਰ ਵੀ ਕਰਦਾ ਹੈ, ਉਹ ਤੇਰੇ ਵਿੱਚ ਮਿਲ ਜਾਂਦੇ ਆ। ਕੀਮਤ ਤੇਰੀ ਕੋਈ ਵੀ ਨਹੀਂ ਪਾ ਸਕਦਾ, ਤੂੰ ਕਿੱਡਾ ਵੱਡਾ। ਵਿੱਚ ਤੇਰੇ ਸਮਾ ਸਕਦੇ, ਪਰ ਤੇਰੇ ਵਰਗਾ ਹੋਣਾ ਬਹੁਤ ਮੁਸ਼ਕਲ ਹੈ, ਨਾਮੁਮਕਿਨ ਹੈ। ਸਭ ਸੱਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਜਿੰਨੇ ਵੀ ਸਭ ਸੱਤ ਹੈ, ਜਿੰਨੇ ਵੀ ਤਪ ਹੈ, ਜਿੰਨੀਆਂ ਵੀ ਚੰਗਿਆਈਆਂ ਹੈ, ਔਰ ਸਿੱਧਾਂ ਪੁਰਸ਼ਾਂ ਨੂੰ ਜਿੰਨੀਆਂ ਵਡਿਆਈਆਂ ਮਿਲਦੀਆਂ ਸੰਸਾਰ ਵੱਲੋਂ, ਤੁਧ ਬਿਨ ਸਿੱਧੀ ਕਿਨੈ ਨਾ ਪਾਈਆ। ਤੇਰੇ ਤੋਂ ਬਿਨਾਂ ਇਹ ਸਿੱਧੀ ਕਿਸੇ ਨੂੰ ਨਹੀਂ ਮਿਲਦੀ ਹੈ। ਜਿਹੜੀਆਂ ਸਿੱਧੀਆਂ ਪਾਉਣ ਦੀ ਗੱਲ ਹੈ, ਜੇ ਬਹੁਵਚਨ 'ਚ ਲਾਈਏ ਆਪਾਂ, ਤੁਧ ਬਿਨ ਸਿੱਧੀ ਕਿਨੈ ਨਾ ਪਾਈਆਂ, ਉਹ ਇੱਥੇ ਠੀਕ ਨਹੀਂ ਹੈ ਗੱਲ। ਕਿਉਂਕਿ ਸਿੱਧੀਆਂ ਪਾਉਣਾ ਸਾਡਾ ਉਦੇਸ਼ ਨਹੀਂ ਹੈ ਗੁਰੂ ਨਾਨਕ ਸਾਹਿਬ ਦਾ। ਸਿੱਧੀਆਂ ਦੁਨਿਆਵੀ ਹੈ, ਮਾਇਆਵੀ ਹੈ। ਸਿੱਧੀਆਂ ਰੱਬ ਦੇ ਰਸਤੇ 'ਚ ਰੋੜਾਂ ਹੈ। ਰਿੱਧ ਸਿੱਧ ਅਵਰਾ ਸਾਧ ਹੈ, ਇਹ ਰੱਬ ਦਾ ਸਵਾਦ ਨਹੀਂ ਹੈ। ਤੋ ਸਿੱਧੀ ਪਾਉਣਾ ਦਾ ਮਤਲਬ ਹੈ ਇੱਕ ਵਚਨ ਵਿੱਚ ਪਰਮਾਤਮਾ ਨੂੰ ਪਾਉਣਾ। ਤੁਧ ਬਿਨ ਸਿੱਧੀ ਕਿਨੈ ਨਾ ਪਾਈਆ। ਇਹ ਵਾਹਿਗੁਰੂ ਜੀਓ, ਤੈਨੂੰ ਤੇਰੇ ਤੋਂ ਬਿਨਾਂ ਕੋਈ ਨਹੀਂ ਪਾ ਸਕਦਾ। ਜੇ ਤੂੰ ਕਿਰਪਾ ਕਰੇਂਗਾ ਤਾਂ ਹੀ ਹੋ ਸਕਦਾ। ਕਰਮ ਮਿਲੇ ਨਾ ਹੀ ਠਾਕ ਰਹਾਈਆ। ਜੇ ਤੂੰ ਕਿਸੇ ਪਰ ਨਜ਼ਰ ਕਰ ਦਵੇਂ, ਕਰਮ ਕਰ ਦਵੇਂ, ਉਹਨੂੰ ਇਹ ਮਿਲ ਜਾਂਦੀ ਹੈ, ਔਰ ਕੋਈ ਇਹਨੂੰ ਰੋਕ ਵੀ ਨਹੀਂ ਸਕਦਾ। ਕੋਈ ਜਹਾਨ ਦਾ ਕੋਈ ਰਾਜਾ ਮਹਾਰਾਜਾ ਰੋਕਣਾ ਵੀ ਚਾਹੇ ਕਿਸੇ ਭਗਤ ਨੂੰ ਵੀ ਇਹਨੂੰ ਨਾਮ ਨਾ ਮਿਲੇ, ਨਹੀਂ ਕੋਈ ਰੋਕ ਸਕਦਾ। ਰਿੱਧੀਆਂ ਸਿੱਧੀਆਂ ਹੋਰ ਗੱਲ ਹੈ, ਉਹ ਦੁਨਿਆਵੀ ਹੈ। ਆਖਣ ਵਾਲਾ ਕਿਆ ਬੇਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਆਖਣ ਵਾਲੇ ਦੇ ਵਿਚਾਰੇ ਦੇ ਹੱਥ 'ਚ ਕਿਆ ਹੈ, ਤੇਰੇ ਤਾਂ ਭੰਡਾਰ ਸਿਫਤਾਂ ਨਾਲ ਭਰੇ ਪਏ। ਜਿਸ ਤੂੰ ਦੇਹ ਤਿਸੈ ਕੈ ਚਾਰਾ। ਜਿਹਨੂੰ ਤੂੰ ਬਖਸ਼ ਦਿੰਦਾ ਆਪਣਾ ਖਜ਼ਾਨਾ ਸਿਫਤ ਸਲਾਹ ਦਾ, ਉਹਨੂੰ ਕੋਈ ਨਹੀਂ ਰੋਕ ਸਕਦਾ। ਨਾਨਕ ਸੱਚ ਸਵਾਰਨ ਹਾਰਾ।
ਇਹ ਵਾਹਿਗੁਰੂ ਜੀਓ, ਤੂੰ ਸੱਚਾ ਹੈ, ਤੂੰ ਸਵਾਰਨਹਾਰ ਹੈ। ਜਿਹਨੂੰ ਆਪਣਾ ਨਾਮ ਦੇ ਕੇ ਉਹਨੂੰ ਆਪਣੇ ਨਾਲ ਜੋੜ ਲੈਣਾ, ਉਹਦੀ ਕੋਈ ਰੀਸ ਨਹੀਂ ਕਰ ਸਕਦਾ। ਉਹ ਸਭ ਤੋਂ ਵੱਡਾ ਹੋ ਜਾਂਦਾ ਹੈ। ਜਿਸਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਜਿਹਨੂੰ ਤੂੰ ਸਿਫਤ ਸਲਾਹ ਬਖਸ਼ ਦਿੰਦਾ, ਉਹ ਰਾਜਿਆਂ ਦਾ ਵੀ ਰਾਜਾ ਬਣ ਜਾਂਦਾ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਬਿਸਰੈ ਮਰ ਜਾਵਾਂ। ਜੇ ਮੈਂ ਤੈਨੂੰ ਧਿਆਉਣਾ ਹੈ, ਤੈਨੂੰ ਆਖਦਾ, ਤੈਨੂੰ ਗਾਉਣਾ ਹੈ, ਤਾਂ ਮੈਂ ਜਿਉਂਦਾ ਹੈ, ਅਦਰਵਾਈਜ਼ ਮੈਂ ਮਰਿਆ ਹੋਇਆ। ਜੇ ਤੂੰ ਵਿਸਰ ਜਾਂਦਾ ਤਾਂ ਮੈਂ ਮਰਿਆ ਹੋਇਆ। ਆਖਣ ਔਖਾ ਸਾਚਾ ਨਾਉ। ਪਰ ਤੈਨੂੰ ਧਿਆਉਣਾ ਜਿਹੜਾ, ਤੈਨੂੰ ਜਪਣਾ ਜਿਹੜਾ, ਉਹ ਵੀ ਬੜਾ ਔਖਾ ਹੈ। ਸੱਚਾ ਨਾਉ ਧਿਆਉਣਾ ਬਹੁਤ ਸਭ ਤੋਂ ਔਖਾ ਹੈ। ਇੱਕ ਬੰਦਾ ਕਰਮ ਧਰਮ ਕਰ ਲਏਗਾ, ਤੀਰਥ ਵੀ ਕਰ ਆਏਗਾ, ਪਾਠ ਵੀ ਕਰ ਲਏਗਾ, ਕਰਾ ਲਏਗਾ, ਹਵਨ ਵੀ ਕਰ ਲੈ ਕਰਾ ਲਏਗਾ, ਹੱਜ ਵੀ ਕਰ ਆਊਗਾ, ਤੀਰਥ ਵੀ ਕਰ ਆਊ, ਲੇਕਿਨ ਨਾਮ ਜਪਣਾ ਸਭ ਤੋਂ ਔਖਾ। ਇੱਕ ਵਾਰੀ ਨਾਮ ਜਪਣਾ ਹੀ ਬਹੁਤ ਔਖਾ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚੱਲੀਏ ਦੋ। ਜਿਹਨੂੰ ਸੱਚੇ ਨਾਮ ਦੀ ਭੁੱਖ ਲੱਗ ਜਾਏ, ਉਸ ਭੁੱਖ ਦੇ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ। ਭੁੱਖ ਲੱਗਦੀ ਉਹ ਨਹੀਂ ਹੈ, ਉਹ ਲਾਉਂਦਾ ਨਹੀਂ ਹੈ। ਜਿਹਨੂੰ ਉਹਨੇ ਲਾਤੀ ਉਹਨੂੰ ਲੱਗ ਜਾਂਦੀ ਹੈ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ। ਫਿਰ ਕਿਉਂ ਇਹ ਜਿਹੇ ਦਾਤੇ ਨੂੰ ਵਿਸਾਰ ਦੀਏ। ਹੇ ਮੇਰੀ ਮਾਤਾ, ਸੱਚਾ ਸਾਹਿਬ ਹੈ, ਸੱਚਾ ਉਹਦਾ ਨਾਂ ਹੈ, ਉਹਦਾ ਨਿਆਂ ਵੀ ਸੱਚਾ ਹੈ, ਉਹਨੂੰ ਕਿਵੇਂ ਭੁੱਲ ਜੀਏ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਸੱਚੇ ਨਾਮ ਦੀ ਇੱਕ ਤਿਲ ਜਿੰਨੀ ਵੀ ਵਡਿਆਈ ਕਹਿ ਕਹਿ ਕੇ ਥੱਕ ਗਏ ਲੋਕ, ਕੀਮਤ ਨਹੀਂ ਪਾਈ ਜਾਂਦੀ। ਜੇ ਸਭ ਮਿਲ ਕੇ ਆਖਣ ਪਾਹੈਂ, ਵੱਡਾ ਨਾ ਹੋਵੇ ਘਾਟ ਨਾ ਜਾਏ। ਜੇ ਸਭ ਮਿਲ ਕੇ ਉਹਨੂੰ ਇਕੱਠੇ ਹੋ ਕੇ ਵੀ ਆਖਣ ਲੱਗ ਜਾਣ, ਨਾ ਉਹ ਵੱਡਾ ਹੁੰਦਾ ਨਾ ਉਹ ਘਟਦਾ, ਉਹਨੇ ਉੱਕਣੇ ਰਹਿਣਾ ਓਨਾ ਹੀ ਹੈ। ਉਹ ਐਬਸੋਲਿਊਟ ਹੈ, ਉਹ ਪਰਮਾਨੈਂਟ ਹੈ। ਉਹਦੇ 'ਚ ਬਾਅਦ ਘਾਟ ਹੁੰਦੀ ਉਹ ਨਹੀਂ ਹੈ। ਨਾ ਘਾਟ ਹੈ, ਨਾ ਬਾਧ ਹੈ, ਨਾ ਘਾਟ ਬਾਧ ਹੋਤ ਹੈ। ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ। ਨਾ ਉਹ ਮਰਦਾ ਹੈ, ਨਾ ਉਹਨੂੰ ਸੋਗ ਵਿਆਪਦਾ ਹੈ। ਉਹ ਹਮੇਸ਼ਾ ਹੀ ਭੋਗ ਦਿੰਦਾ ਰਹਿੰਦਾ ਸੰਸਾਰ ਨੂੰ, ਖਾਣਾ ਪੀਣਾ ਦਿੰਦਾ ਹੀ ਰਹਿੰਦਾ, ਬਖਸ਼ਦਾ ਰਹਿੰਦਾ। ਗੁਣ ਇਹ ਹੋਰ ਨਾ ਹੀ ਕੋਈ, ਇਹ ਗੁਣ ਹੋਰ ਕਿਸੇ ਵਿੱਚ ਨਹੀਂ ਹੈ। ਜਿਹੜੇ ਪਰਮਾਤਮਾ ਨੂੰ ਬੁਰਾ ਭਲਾ ਵੀ ਕਹਿੰਦੇ, ਉਹਨੂੰ ਮੰਨਦੇ ਤੱਕ ਵੀ ਨਹੀਂ ਹੈ, ਨਾਸਤਿਕ ਬਿਰਤੀਆਂ, ਉਹਨਾਂ ਨੂੰ ਵੀ ਉਹ ਰੋਟੀ ਦਿੰਦਾ। ਪੱਥਰ ਵਿੱਚ ਕੀੜੇ ਨੂੰ ਰੋਟੀ ਦਿੰਦਾ, ਜਿੱਥੇ ਤੇ ਕੋਈ ਆਲੇ ਦੁਆਲੇ ਕੋਈ ਸੰਬੰਧ ਨਹੀਂ। ਇਹ ਗੁਣ ਹੋਰ ਕਿਸੇ 'ਚ ਨਹੀਂ ਹੈ, ਸਿਰਫ ਪਰਮਾਤਮਾ ਪਰਮੇਸ਼ਰ 'ਚ। ਨਾ ਹੀ ਕੋਈ ਇਹੋ ਜਿਹਾ ਹੋਇਆ, ਨਾ ਕੋਈ ਹੋਣਾ। ਜੇ ਵਡਾਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਜਿਹੋ ਜਿਹਾ ਤੂੰ ਆਪ ਹੈ, ਉਹੋ ਜਿਹੀ ਤੇਰੀਆਂ ਦਾਤਾਂ ਹੈ ਵਾਹਿਗੁਰੂ ਜੀਓ। ਤੈਂ ਦਿਨ ਬਣਾ ਕੇ ਰਾਤ ਬਣਾਈ ਹੈ, ਇਹ ਵੀ ਤੇਰੀ ਦਾਤ ਹੈ। ਦਿਨ ਵਿੱਚ ਕੰਮ ਕਾਰ ਕਰਕੇ ਥੱਕ ਜਾਂਦਾ ਜਦੋਂ ਬੰਦਾ, ਫਿਰ ਰਾਤ ਨੂੰ ਵਿਸਰਾਮ ਕਰਨ ਖਾਤਰ ਤੈਂ ਰਾਤ ਬਣਾਈ ਹੈ। ਖਸਮ ਵਿਸਾਰੈ ਤੇ ਕਮਜਾਤ। ਜਿਹੜੇ ਫਿਰ ਤੈਨੂੰ ਵਿਸਾਰਦੇ ਹੈ, ਅਜਿਹੇ ਵੱਡੇ ਦਾਤੇ ਨੂੰ, ਰਾਜੇ ਨੂੰ, ਮਹਾਰਾਜੇ ਨੂੰ, ਉਹ ਕਮਜਾਤ ਹੈ, ਨੀਵੀਂ ਜਾਤ ਵਾਲੇ। ਨੀਵੀਂ ਜਾਤ ਤੋਂ ਮਤਲਬ ਗੁਰਬਾਣੀ ਦੇ ਵਿੱਚ ਜਾਤਾਂ ਪਾਤਾਂ ਕਰਕੇ ਨਹੀਂ ਆਇਆ ਹੋਇਆ। ਜਿਹੜੇ ਰੱਬ ਨੂੰ ਵਿਸਾਰਦੇ ਆ ਉਹ ਕਮਜਾਤ ਹੈ। ਜਿਹੜੇ ਉਹਨੂੰ ਧਿਆਉਂਦੇ, ਚਾਹੇ ਉਹ ਕਿਸੇ ਚੰਡਾਲ 'ਚੋਂ ਜਾਤ 'ਚੋਂ ਵੀ ਹੋਵੇ, ਜਿਹਨੂੰ ਸੋ ਕਾਲ ਸਮਾਜ ਨੀਵੀਆਂ ਜਾਤਾਂ ਕਹਿੰਦਾ, ਮਨੂ ਨੇ ਬਣਾਈਆਂ ਜਿਹੜੀਆਂ, ਉਹ ਜੇ ਉਹ ਨੀਵੀਂ ਜਾਤ ਵਿੱਚੋਂ ਵੀ ਹੈ ਸੋ ਕਾਲਡ, ਤਾਂ ਵੀ ਉਹ ਪ੍ਰਵਾਨ ਹੈ। ਫਿਰ ਉਹ ਕਮਜਾਤ ਨਹੀਂ ਹੈ। ਕਮਜਾਤ ਅਸੀਂ ਹਾਂ ਜਿਹੜੇ ਉਹਨੂੰ ਧਿਆਉਂਦੇ ਨਹੀਂ ਕਦੇ। ਨਾਨਕ ਨਾਮ ਹੈ ਵਾਜ ਸਨਾਤ, ਨਾਮ ਤੋਂ ਬਿਨਾਂ ਅਸੀਂ ਛੋਟੀ ਜਾਤ ਵਾਲੇ। ਰਾਗ ਗੁਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ। ਇਹ ਸ਼ਬਦ ਗੁਰੂ ਰਾਮਦਾਸ ਜੀ ਨੇ, ਚੌਥੇ ਪਾਤਸ਼ਾਹ ਨੇ, ਆਪਣੇ ਵਿਆਹ ਦੇ ਸਮੇਂ ਗੁਰੂ ਅਮਰਦਾਸ ਜੀ ਦੇ ਅੱਗੇ ਰੱਖਿਆ ਸੀ। ਹਰ ਕੇ ਜਨ ਸਤਿਗੁਰ ਸਤਿਪੁਰਖਾ। ਜਿਹੜੇ ਤੀਜੇ ਪਾਤਸ਼ਾਹ ਸੀ, ਉਹਨਾਂ ਦੇ ਗੁਰੂ, ਉਹਨਾਂ ਦੇ ਅੱਗੇ ਬੇਨਤੀ ਕਰਦੇ ਹਾਂ। ਮੈਂ ਤੁਹਾਡੇ ਅੱਗੇ ਬੇਨਤੀ ਕਰ ਰਿਹਾ, ਮਹਾਰਾਜ ਸਤਿਗੁਰੂ ਜੀਓ, ਸਤਿਪੁਰਖੋ ਜੀਓ, ਤੁਸੀਂ ਹਰੀ ਦੇ ਜਾਨੋ। ਹਮ ਕੀੜੇ ਕਿਰਮ ਸਤਿਗੁਰ ਸ਼ਰਨ ਆਈ। ਅਸੀਂ ਕੀੜੇ ਹਾਂ, ਤੇਰੀ ਸਤਿਗੁਰੂ ਦੀ ਸ਼ਰਨ ਆਏ ਹੋਏ।
ਕਰ ਦਇਆ ਨਾਮ ਪ੍ਰਗਾਸ, ਸਾਡੇ ਉੱਤੇ ਕਿਰਪਾ ਕਰਕੇ ਨਾਮ ਬਖਸ਼ ਦਿਓ ਸਾਨੂੰ। ਕਰ ਦਿਓ ਕਿਰਪਾ ਮਿਹਰ ਮਿਹਰਾਂ ਦੇ ਸਾਈਂ, ਸਾਨੂੰ ਵੀ ਬਖਸ਼ ਦਿਓ। ਕਿਰਮ ਕਿਉਂ ਕਿਹਾ ਆਪਣੇ ਆਪ ਨੂੰ? ਅਸੀਂ ਜਿਹੜੇ ਔਗਣਾਂ ਨਾਲ ਭਰੇ ਹੋਏ ਹਾਂ, ਅਸੀਂ ਤਾਂ ਸਮਝਦੇ ਹਾਂ ਵੀ ਅਸੀਂ ਸ੍ਰੇਸ਼ਟ ਹੈ, ਗੁਰਮੁਖ ਹੈ। ਗੁਰੂ ਸਾਹਿਬ ਇੰਨੀ ਉੱਚੀ ਅਵਸਥਾ 'ਚ ਹੁੰਦੇ ਹੋਏ ਵੀ ਆਪਣੇ ਆਪ ਨੂੰ ਕਿਰਮ ਕਹਿ ਰਹੇ। ਦੇਖੋ ਤਾਂ ਸਹੀ ਵਡਿਆਈ, ਇਹ ਵਿਡੰਬਨਾ ਹੈ। ਜਿਹੜਾ ਖਾਲੀ ਹੋਊਗਾ ਉਹ ਕਹਿੰਦਾ ਮੈਂ ਤਾਂ ਭਰਿਆ ਵਾ ਪੂਰਾ, ਜਿਹੜਾ ਪੂਰਾ ਭਰਿਆ ਵਾ ਹੋਊਗਾ ਉਹ ਕਹਿੰਦਾ ਜੀ ਅਸੀਂ ਤਾਂ ਖਾਲੀ ਹਾਂ, ਸੱਖਣੇ ਹਾਂ, ਊਰੇ ਹਾਂ, ਛੋਟੇ, ਨੀਚ। ਤੋ ਜਿਹੜੇ ਗੁਰੂ ਰਾਮਦਾਸ ਜੀ ਘੁੰਗਣੀਆਂ ਵੇਚਦੇ ਹੁੰਦੇ ਸੀਗੇ, ਅਨਾਥ ਹੋ ਗਏ ਸੀਗੇ ਸੰਸਾਰੀ ਤੌਰ ਪਰ। ਹੁਣ ਦੇਖ ਲਓ ਫਿਰ ਉਹ ਸਾਰੇ ਸੰਸਾਰ ਨੂੰ ਰਿਜ਼ਕ ਦੇ ਰਹੇ। ਹਰਿਮੰਦਰ ਸਾਹਿਬ 'ਚ ਕਿੰਨੇ ਲੱਖਾਂ ਦੀ ਗਿਣਤੀ 'ਚ ਰੋਜ਼ ਪ੍ਰਸ਼ਾਦਾ ਛਕਦੇ, ਕਿੰਨਿਆਂ ਨੂੰ ਨਾਮ ਬਖਸ਼ ਰਹੇ। ਇਹ ਵਡਿਆਈਆਂ ਉਹਦੀਆਂ, ਤਾਂ ਆਪਣੇ ਆਪ ਨੂੰ ਕਿਰਮ ਕਹਿ ਰਹੇ ਵੀ ਤਾਂ ਐਡੀ ਉੱਚੀ ਅਵਸਥਾ ਬਣਾ ਦਿੱਤੀ, ਸਾਨੂੰ ਟਿਕਾ ਦਿੱਤਾ ਹੈ। ਇਹ ਗੁਰੂ ਅਮਰਦਾਸ ਜੀਓ ਕਰ ਦਿਓ ਕਿਰਪਾ। ਇਹ ਪਹਿਲਿਆਂ ਦੀ ਬਾਤ ਹੈ, ਜਦੋਂ ਅਜੇ ਕਹਿ ਰਹੇ ਸੀਗੇ ਵੀ ਕਿਰਪਾ ਕਰ ਦਿਓ, ਨਾਮ ਬਖਸ਼ ਦਿਓ। ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਇਹ ਮੇਰੇ ਮਿੱਤਰ ਗੁਰਦੇਵ ਜੀਓ ਮੈਨੂੰ ਰਾਮ ਦੇ ਨਾਂ ਦਾ ਪ੍ਰਗਾਸ ਕਰ ਦਿਓ ਮੇਰੇ ਅੰਦਰ। ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ। ਗੁਰਮਤਿ ਦੇ ਰਾਹੀਂ ਨਾਮ ਪ੍ਰਾਪਤ ਕਰਿਆ ਹੋਇਆ ਮੇਰਾ ਪ੍ਰਾਣ ਸਖਾਈ ਹੈ, ਪ੍ਰਾਣਾਂ ਦਾ ਮਿੱਤਰ ਹੈ। ਹਰ ਕੀਰਤ ਹਮਰੀ ਰਹਿ ਰਾਸ, ਹਰੀ ਦੀ ਵਡਿਆਈ ਕਰਨੀ ਹੀ ਸਾਡੀ ਰਹਿ ਰਾਸ। ਸਾਡੀ ਰਹੁ ਰੀਤੀ ਹਰੀ ਦੀ ਵਡਿਆਈ ਕਰਨਾ ਹੀ। ਜਿਹੜਾ ਗੁਰੂ ਦੇ ਰਾਹੀਂ, ਗੁਰੂ ਦੀ ਮੱਤ ਦੇ ਰਾਹੀਂ ਸਾਨੂੰ ਨਾਮ ਤੁਸੀਂ ਬਖਸ਼ ਦਿਓ, ਇਹੀ ਮੇਰਾ ਪ੍ਰਾਣ ਸਖਾਈ ਹੈ, ਇਹੀ ਮੇਰਾ ਪ੍ਰਾਣ ਮਿੱਤਰ ਹੈ, ਮੇਰੀ ਜਾਨ ਦਾ ਮਿੱਤਰ ਹੈ। ਰਹਾਓ। ਹਰ ਜਨ ਕੇ ਵਡਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰੀ ਦੇ ਜਨਾਂ ਦੇ ਵੱਡੇ ਭਾਗ ਹੈ, ਜਿਨ੍ਹਾਂ ਨੂੰ ਹਰੀ ਦੇ ਨਾਮ ਦੀ ਸ਼ਰਧਾ ਵੀ ਹੈ ਔਰ ਪਿਆਸ ਵੀ ਲੱਗੀ ਹੋਈ। ਇਹ ਪਿਆਸ ਵੀ ਉਹੀ ਲਾਉਂਦਾ, ਬੰਦੇ ਦੇ ਵੱਸ 'ਚ ਨਹੀਂ ਹੈ। ਬੰਦਾ ਤਾਂ ਹਰ ਇੱਕੇ ਚਾਹੁੰਦਾ ਵੀ ਮੈਂ ਪਰਮਾਤਮਾ ਨੂੰ ਪ੍ਰਾਪਤ ਕਰ ਲਵਾਂ, ਨਹੀਂ ਹੋ ਸਕਦਾ ਆਪਣੇ ਵੱਲੋਂ ਤਾਂ ਇਹ ਹੈ ਹੀ ਨਹੀਂ ਹੈ। ਇਹ ਠੀਕ ਹੈ, ਇੱਕ ਕਦਮ ਸਾਨੂੰ ਤੁਰਨਾ ਪੈਣਾ ਹੈ, ਪਰ ਦੇਣਾ ਉਹਨੇ ਹੈ। ਇਹ ਸਾਡੇ ਵੱਸ ਦੀ ਗੱਲ ਨਹੀਂ ਹੈ। ਆਪਣ ਲਿਆ ਜੇ ਮਿਲੈ, ਵਿਛੜ ਕਿਉਂ ਰੋਵਨ। ਹਰ ਹਰ ਨਾਮ ਮਿਲੈ ਤ੍ਰਿਪਤਾਸੈ, ਮਿਲ ਸੰਗਤ ਗੁਣ ਪ੍ਰਗਾਸ। ਜੇ ਹਰੀ ਦਾ ਨਾਮ ਸਾਨੂੰ ਪ੍ਰਾਪਤ ਹੋ ਜਾਏ, ਫਿਰ ਅਸੀਂ ਤ੍ਰਿਪਤ ਹੋ ਜਾਈਏ। ਜੇ ਸੰਗਤ ਮਿਲ ਜਾਏ ਤਾਂ ਗੁਣਾਂ ਦਾ ਖਜ਼ਾਨਾ ਪ੍ਰਗਟ ਹੋ ਜਾਵੇ ਸਾਡੇ ਅੰਦਰ, ਪ੍ਰਕਾਸ਼ ਹੋ ਜਾਏ ਗੁਣਾਂ ਦਾ। ਜਿਨ ਹਰ 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 ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜਿਨ੍ਹਾਂ ਨੇ ਹਰੀ ਦੇ ਰਸ ਨੂੰ ਪ੍ਰਾਪਤ ਨਹੀਂ ਕਰਿਆ, ਉਹ ਨਾਮ ਹਰੀ ਦਾ ਜਿਹੜਾ ਰਸ ਹੈ ਉਹਨੂੰ ਨਹੀਂ ਪਾਇਆ, ਉਹ ਭਾਗਹੀਣ ਹੈ ਔਰ ਜਮਾਂ ਦੇ ਕੋਲੋਂ ਚਲੇ ਜਾਂਦੇ, ਜਮ ਉਹਨਾਂ ਨੂੰ ਫਿਰ ਪਕੜ ਲੈਂਦੇ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਹੜੇ ਸਤਿਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦੇ, ਸੰਗਤ ਵਿੱਚ ਨਹੀਂ ਆਉਂਦੇ, ਉਹਨਾਂ ਦਾ ਜਿਉਣਾ ਵੀ ਤ੍ਰਿਗ ਹੈ, ਉਹਨਾਂ ਦਾ ਰਹਿਣਾ ਵੀ ਤ੍ਰਿਗ ਹੈ। ਤ੍ਰਿਗ ਜੀਵੇ ਤ੍ਰਿਗ ਜੀਵਾਸ, ਉਹਨਾਂ ਦਾ ਜਿਹੜਾ ਰਹਿਣ ਦੀ ਅੰਦਰ ਭਾਵਨਾ ਹੈ ਜਿਉਣ ਦੀ, ਉਹ ਵੀ ਤ੍ਰਿਗ ਹੈ, ਜਿੰਨਾ ਚਿਰ ਉਹ ਸੰਗਤ ਵਿੱਚ ਸਤਿਗੁਰੂ ਦੀ ਵਿੱਚ ਨਹੀਂ ਆਉਂਦੇ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਇਹ ਸੰਗਤ ਕਿਹਨੂੰ ਮਿਲਦੀ ਹੈ? ਸਾਧ ਸੰਗਤ ਜੀ, ਸਤਿਗੁਰੂ ਦੀ ਸੰਗਤ ਹਰੀ ਦੇ ਜਨਾਂ ਨੂੰ ਪ੍ਰਾਪਤ ਹੁੰਦੀ ਹੈ, ਜਿਨ੍ਹਾਂ ਦੇ ਮੱਥੇ ਉੱਤੇ ਧੁਰ ਤੋਂ ਲਿਖਿਆ ਵਾ ਹੁੰਦਾ। ਇਹ ਵੀ ਸਾਡੇ ਵੱਸ ਦੀ ਗੱਲ ਨਹੀਂ। ਪੂਰਵ ਕਰਮ ਅੰਕੁਰ ਜਾਂ ਪ੍ਰਗਟੇ, ਭੇਂਟਿਓ ਪੁਰਖ ਰਸਕ ਬੈਰਾਗੀ। ਜਦੋਂ ਮੱਥੇ ਦਾ ਲੇਖ ਹੁੰਦਾ ਹੈ ਨਾ, ਉਹ ਸਮੇਂ ਨਾਲ ਪ੍ਰਗਟ ਹੋਣਾ ਹੁੰਦਾ, ਉਦੋਂ ਫਿਰ ਉਹਦੀ ਕਿਰਪਾ ਵਰਸਦੀ ਹੈ। ਲਿਖਿਆ ਵਾ ਪਹਿਲਾਂ ਤੋਂ ਹੀ ਹੁੰਦਾ। ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਉਹ ਸੰਗਤ ਵੀ, ਸਤ ਸੰਗਤ ਵੀ ਧੰਨ ਧੰਨ ਹੈ, ਜਿੱਥੋਂ ਇਹ ਹਰੀ ਦਾ ਰਸ ਨਾਮ ਪਾਇਆ ਜਾਂਦਾ ਹੈ। ਮਿਲ ਜਨ ਨਾਨਕ ਨਾਮ ਪ੍ਰਗਾਸ। ਗੁਰੂ ਨਾਨਕ ਸਾਹਿਬ ਫਰਮਾਉਂਦੇ ਆ ਵੀ ਹੇ ਨਾਨਕ, ਉਸ ਸੰਗਤ ਨੂੰ ਮਿਲ, ਤੇਰੇ ਅੰਦਰ ਵੀ ਪ੍ਰਕਾਸ਼ ਹੋ ਜਾਊਗਾ, ਜਿਸ ਸੰਗਤ ਦੇ ਵਿੱਚ ਹਰੀ ਦਾ ਨਾਮ, ਹਰੀ ਦਾ ਰਸ ਪਾਇਆ ਜਾਂਦਾ। ਸੰਗਤ ਨੂੰ ਮਿਲਣ ਦੀ ਗੱਲ ਆ ਰਹੀ ਹੈ ਸਾਧ ਸੰਗਤ ਜੀ, ਗੁਰਬਾਣੀ 'ਚ ਬਹੁਤ ਜਗ੍ਹਾ। ਕਰਨਾ ਵੀ ਆਉਂਦੀ ਹੈ ਪਰ ਬਹੁਤ ਘੱਟ। ਕਰਨੇ ਔਰ ਮਿਲਣ 'ਚ ਬਹੁਤ ਅੰਤਰ ਹੈ। ਸਤ ਸੰਗਤ ਕਰਨਾ ਅੱਛਾ ਕਰਮ ਹੈ, ਲੇਕਿਨ ਇਹ ਸਭ ਕੁਛ ਨਹੀਂ ਹੈ।
ਸਭ ਕੁਝ ਸੰਗਤ ਨੂੰ ਮਿਲਣਾ ਹੈ। ਦੋਹਾਂ ਦੇ ਵਿੱਚ ਬਹੁਤ ਦੇਰ ਇਜ਼ ਲੋਟ ਆਫ ਡਿਫਰੈਂਸ। ਐਂ ਕਹਿ ਲਓ ਵੀ ਇੱਕ ਧਰਤੀ 'ਤੇ ਖੜਾ, ਇੱਕ ਆਕਾਸ਼ ਵਿੱਚ। ਜਿਹਨੂੰ ਸੰਗਤ ਮਿਲ ਗਈ ਉਹ ਆਕਾਸ਼ ਵਿੱਚ ਹੈ, ਜਿਹੜਾ ਸੰਗਤ ਕਰਦਾ ਉਹ ਧਰਤੀ ਪਰ। ਵਾਹਿਗੁਰੂ। ਕਿਹਨੂੰ ਮਿਲਦੀ ਹੈ ਸੰਗਤ? ਜਿਹਨੂੰ ਗੁਰੂ ਮਿਲਦਾ। ਬਿਨਾਂ ਗੁਰੂ ਤੋਂ ਸੰਗਤ ਮਿਲਦੀ ਉਹ ਨਹੀਂ ਕਿਸੇ ਨੂੰ। ਤਾਂ ਗੁਰੂ ਨੂੰ ਵੀ ਅਸੀਂ ਐਂ ਸਮਝ ਲੈਂਦੇ ਵੀ ਸਾਨੂੰ ਮਿਲਿਆ ਹੋਇਆ, ਅਸੀਂ ਕੋਲ ਚਲੇ ਗਏ। ਨਹੀਂ ਨਹੀਂ ਸਾਧ ਸੰਗਤ ਜੀ, ਇਹ ਭ੍ਰਾਂਤੀ ਹੈ। ਗੁਰੂ ਕੋਲ ਜਾਣਾ ਪਹਿਲਾ ਕਰਮ ਹੈ, ਪਹਿਲਾ ਮੁੱਢਲਾ ਕਦਮ ਹੈ ਸਾਡਾ, ਜਾਣਾ ਅੱਛਾ ਹੈ। ਪਰ ਗੁਰੂ ਨੂੰ ਮਿਲਣਾ ਤਾਂ ਬਹੁਤ ਅਗਲੀ ਗੱਲ ਹੈ। ਉਹ ਤਾਂ ਗੁਰੂ ਦੀ ਕਿਰਪਾ ਬਿਨਾਂ ਮਿਲੇ ਨਹੀਂ ਹੋਣਾ। ਇਸੇ ਤਰ੍ਹਾਂ ਗੁਰਬਾਣੀ ਹੈ। ਗੁਰਬਾਣੀ ਆਪਾਂ ਸਭ ਪੜ੍ਹਦੇ ਹਾਂ ਗੁਰੂ ਦੇ ਰੂਪ 'ਚ, ਸੁਣਦੇ ਹਾਂ, ਧਿਆਉਂਦੇ ਹਾਂ, ਜਪਦੇ ਹਾਂ, ਕੋਈ ਬੁੱਝਦੇ ਵੀ ਹੈ। ਪਰ ਗੁਰਬਾਣੀ ਨੂੰ ਜਿਹੜਾ ਮਿਲਣਾ ਹੈ, ਗੁਰਬਾਣੀ ਦਾ ਅੰਦਰ ਬਸਣਾ ਹੈ, ਇਹ ਤਾਂ ਬਹੁਤ ਉੱਚੀ ਬਾਤ ਹੈ। ਗੁਰਬਾਣੀ ਦਾ ਕੰਠ ਕਰਨਾ ਇਹ ਵੀ ਦੁਨਿਆਵੀ ਕਰਮ ਹੈ। ਗੁਰਬਾਣੀ ਦਾ ਅੰਦਰ ਬਸਣਾ ਜਾਂ ਗੁਰਬਾਣੀ ਦਾ ਮਿਲ ਜਾਣਾ ਗੁਰੂ ਦੇ ਰੂਪ 'ਚ, ਇਹ ਤਾਂ ਬਹੁਤ ਉੱਚੀ ਅਵਸਥਾ ਹੈ। ਜੇ ਪਰਮਾਤਮਾ ਦੀ ਨਜ਼ਰ ਹੋਵੇ ਔਰ ਗੁਰੂ ਅੱਗੇ ਬਖਸ਼ ਦੇਵੇ, ਫਿਰ ਇਹ ਸਾਨੂੰ ਸੰਗਤ ਮਿਲਦੀ ਹੈ, ਫਿਰ ਗੁਰੂ ਮਿਲਦਾ, ਅਦਰਵਾਈਜ਼ ਨਹੀਂ ਮਿਲਦਾ। ਚਾਹੇ ਲੋਹਾ ਜਿਹੜਾ ਉਹ ਕਿਸ਼ਤੀ ਦੇ ਬੇੜੀ ਦੇ ਕੋਲੇ ਪਿਆ ਰਹਿੰਦਾ, ਬੇੜੀ ਕਿੰਨੀ ਵਾਰ ਉੱਧਰ ਉੱਧਰ ਜਾਂਦੀ ਦਰਿਆ ਤੋਂ, ਪਾਰ ਨਹੀਂ ਜਾ ਸਕਦਾ ਜਿੰਨਾ ਚਿਰ ਕੋਈ ਚੱਕ ਕੇ ਉਹਨੂੰ ਵਿੱਚ ਨਹੀਂ ਰੱਖਦਾ। ਉਹਨੂੰ ਕਹਿੰਦੇ ਭੇਟਾ। ਜਿੰਨਾ ਚਿਰ ਸਾਡੀ ਭੇਂਟ ਨਹੀਂ ਹੁੰਦੀ, ਸਤਿਗੁਰੂ ਭੇਂਟ ਆਪਣੇ ਆਪ ਨੂੰ ਸਾਡੇ ਨਾਲ ਨਹੀਂ ਕਰਦਾ, ਪਾਰਸ ਸਾਨੂੰ ਲੋਹੇ ਨੂੰ, ਤਾਂਬੇ ਨੂੰ ਆਪਣੇ ਨਾਲ ਨਹੀਂ ਛੂਹਾਉਂਦਾ, ਸਾਡੀ ਗਤੀ ਨਹੀਂ ਹੋ ਸਕਦੀ। ਹੁਣ ਇਹ ਦੁਨਿਆਵੀ ਕਰਮ ਹੈ ਜਿਹੜਾ ਪਾਰਸ ਦਾ ਭੇਂਟਣਾ ਹੈ, ਕਲਪਤ ਹੈ। ਲੇਕਿਨ ਰੂਹਾਨੀਅਤ ਦੇ ਵਿੱਚ ਗੁਰੂ ਸਾਡੀ ਹਉਮੈ ਨੂੰ ਤੋੜ ਕੇ ਆਪਣੇ ਨਾਲ ਸਾਨੂੰ ਮਿਲਾਵੇ, ਵੇਵਲੈਂਥ ਇੱਕ ਕਰੇ। ਆਹ ਮਤਲਬ ਹੈ ਭੇਂਟਾ ਦਾ। ਅਸੀਂ ਹਉਮੈ ਨਾਲ ਭਰੇ ਹੋਏ ਹਾਂ, ਫੁੱਲੇ ਪਏ ਹਾਂ। ਜੇ ਗੁਰੂ ਤੋੜ ਦੂਗਾ, ਗੁਰੂ 'ਚ ਹਉਮੈ ਹੈ ਕੋਈ ਨਹੀਂ, ਫਿਰ ਅਸੀਂ ਉਹਦੇ ਨਾਲ ਭੇਂਟ ਕਰ ਸਕਦੇ। ਅਸੀਂ ਇਹ ਚਾਹੁੰਦੇ ਹਾਂ ਵੀ ਸਾਡੀ ਹਉਮੈ ਵੀ ਰਹਿ ਜਾਏ, ਦੁਨੀਆ 'ਚ ਵਡਿਆਈ ਵੀ ਮਿਲੇ ਸਾਨੂੰ, ਲੈ ਗੁਰੂ ਵੀ ਮਿਲ ਜਾਵੇ। ਇੱਕ ਨਹੀਂ ਹੁੰਦਾ ਕਦੇ ਵੀ। ਇਹ ਤਾਂ ਹਉਮੈ ਤੋੜੇ ਤੋਂ ਬਿਨਾਂ, ਹਉਮੈ ਮਿਟਣ ਤੋਂ ਬਿਨਾਂ, ਹਉਮੈ ਮੁਲਾਇਮ ਹੋਏ ਤੋਂ ਬਿਨਾਂ ਗੁਰੂ ਦੀ ਭੇਂਟ ਹੋ ਹੀ ਨਹੀਂ ਸਕਦੀ। ਇਹ ਵੀ ਗੱਲ ਗੁਰਬਾਣੀ ਫਰਮਾਉਂਦੀ ਹੈ। ਰਾਗ ਗੁਜਰੀ ਮਹੱਲਾ ਪੰਜਵਾਂ। ਕਾਹੇ ਰੇ ਮਨ ਚਿਤਵੈਂ ਉਦਮ, ਜਾਂ ਆਹਰ ਹਰਿ ਜਿਉ ਭਰਿਆ। ਹੇ ਮਨਾ, ਤੂੰ ਕਿਉਂ ਇੰਨਾ ਖਿਆਲ ਕਰਦਾ ਹੈ, ਚਿਤਵਦਾ ਹੈ, ਚਿੰਤਾ ਕਰਦਾ ਹੈ ਉਦਮ ਦੀ। ਆਹਰ ਤਾਂ ਉਹਨੇ ਤੇਰਾ ਪਹਿਲਾਂ ਹੀ ਰੱਖਿਆ ਹੋਇਆ। ਤੈਨੂੰ ਜੀਵ ਨੂੰ ਲੋਕਾਂ ਵਿੱਚ, ਇਸ ਜ਼ਮੀਨ ਦੇ ਉੱਤੇ ਭੇਜਣ ਤੋਂ ਪਹਿਲਾਂ ਉਹਨੇ ਰਿਜ਼ਕ ਪਾ ਕੇ ਰੱਖਿਆ ਹੋਇਆ, ਦਿੱਤਾ ਹੋਇਆ ਰਿਜ਼ਕ ਉਹਨੇ ਸਾਡੇ ਕਰਮਾਂ 'ਚ। ਸੈਲ ਪੱਥਰ ਮੈਂ ਜਨ ਤੋਂ ਪਾਏ, ਤਾਂ ਕਾ ਰਿਜ਼ਕ ਆਗਿਆ ਕਰ ਧਰਿਆ। ਪੱਥਰਾਂ ਵਿੱਚ, ਪਹਾੜਾਂ ਵਿੱਚ ਵੀ ਉਹਨੇ ਜੰਤ ਪਾਏ ਹੋਏ, ਉਹਨਾਂ ਦਾ ਰਿਜ਼ਕ ਵੀ ਬਣਾਇਆ ਹੋਇਆ। ਜਿੱਥੇ ਕੋਈ ਰਸਤਾ ਵੀ ਨਹੀਂ ਹੈ ਆਉਣੇ ਜਾਣੇ ਦਾ, ਉਹਨਾਂ ਨੂੰ ਵੀ ਰਿਜ਼ਕ ਦਿੰਦਾ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਇਹ ਮੇਰੇ ਵਾਹਿਗੁਰੂ ਜੀਓ, ਜਿਹੜੇ ਸਤ ਸੰਗਤ ਨੂੰ ਮਿਲ ਗਏ ਉਹ ਤਰ ਗਏ। ਤਰਨਾ ਸਤ ਸੰਗਤ ਦੇ ਰਾਹੀਂ। ਸੰਤੁ ਜੀ ਤਨ ਸੰਗਤ ਪ੍ਰਾਣ, ਬਾਬਾ ਰਵਿਦਾਸ ਜੀ ਦਾ ਵਚਨ ਹੈ। ਸੰਤ ਤੇਰਾ ਸਰੀਰ ਹੈ, ਸੰਗਤ ਪ੍ਰਾਣ ਹੈ। ਇੰਨੀ ਵਡਿਆਈ ਹੈ ਸੰਗਤ ਦੀ। ਸੰਗਤ ਨੂੰ 21 ਵਿਸਵੇ ਗੁਰੂ ਸਾਹਿਬ ਨੇ ਤਦੇ ਕਿਹਾ, ਔਰ ਸੰਗਤ ਦਾ ਕਹਿਣਾ ਨਹੀਂ ਸੀ ਮੋੜਦੇ ਕਦੇ ਵੀ ਗੁਰੂ ਸਾਹਿਬ। ਚੰਦੂ ਦਾ ਰਿਸ਼ਤਾ, ਚੰਦੂ ਦੇ ਉੱਚੇ ਬੋਲ ਬੋਲਣ ਕਰਕੇ ਵੀ ਚਵਾਰੇ ਦੀ ਇੱਟ ਮੋਰੀ ਨੂੰ ਲਗਾਤੀ। ਸੰਗਤ ਦੀ ਗੱਲ ਮੰਨ ਕੇ ਗੁਰੂ ਸਾਹਿਬ ਨੇ ਰਿਸ਼ਤਾ ਛੱਡਤਾ ਸੀਗਾ। ਦੇਖੋ ਸੰਗਤ ਦੀ ਕਿੰਨੀ ਵਡਿਆਈ ਹੈ। ਸੰਗਤ ਬਹੁਤ ਉੱਚੀ ਚੀਜ਼ ਹੈ। ਗੁਰਪ੍ਰਸਾਦ ਪਰਮ ਪਦ ਪਾਇਆ, ਸੁੱਕੇ ਕਾਸ਼ਟ ਹਰਿਆ। ਗੁਰੂ ਦੀ ਕਿਰਪਾ ਦੇ ਨਾਲ ਪਰਮ ਪਦ ਪਾਇਆ ਜਾਂਦਾ ਭਾਈ। ਸੁੱਕੇ ਹੋਏ ਦਰਖਤ ਵੀ ਹਰੇ ਹੋ ਜਾਂਦੇ। ਭਾਵ ਇਹ ਹੈ ਵੀ ਜਿਹੜੇ ਹਿਰਦੇ ਸੁੱਕੇ ਹੋਏ ਆ ਸਾਡੇ ਹਉਮੈ ਕਰਕੇ, ਵਿਕਾਰਾਂ ਕਰਕੇ, ਉਹ ਵੀ ਹਰੇ ਹੋ ਜਾਂਦੇ। ਜਨਨ ਪਿਤਾ ਲੋਕ ਸੁਤਵੰਤਾ, ਕੋਇ ਨਾ ਕਿਸ ਕੀ ਧਰਿਆ। ਮਾਤਾ ਪਿਤਾ ਲੋਕ, ਸੁੱਤ ਪੁੱਤਰ, ਘਰਵਾਲੀ, ਕੋਈ ਨਹੀਂ ਕਿਸੇ ਨੂੰ ਦੇ ਖਾਤਰ ਮਰਦਾ। ਕੋ ਮਰੈ ਨਾ ਮੋਇਆ ਨਾਲੇ, ਬਚਨ ਆਉਂਦਾ ਗੁਰਬਾਣੀ 'ਚ। ਕੋਈ ਕਿਸੇ ਦੀ ਸਾਰ ਨਹੀਂ ਲੈਂਦਾ। ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਹਰ ਇੱਕ ਜੀਵ ਦੇ ਸਿਰ ਪਰ ਉਹਨੇ ਰਿਜ਼ਕ ਦਿੱਤਾ ਹੋਇਆ। ਸਿਰ ਸਿਰ ਰਿਜ਼ਕ ਸੰਭਾਹੇ, ਹਰ ਜੀਵ ਨੂੰ ਉਹ ਠਾਕਰ ਨੇ ਰਿਜ਼ਕ ਦਿੱਤਾ ਹੋਇਆ। ਕਿਉਂ ਮਨ ਵਿੱਚ ਡਰ ਕਰਦਾ, ਤੌਖਲਾ ਕਿਉਂ ਕਰਦਾ ਇੰਨਾ।
ਊਡੇ ਉਡਾਵੇ ਸਹਿ ਕੋਸਾ, ਤਿਸ ਪਾਛੈ ਬਚਰੇ ਛਰਿਆ। ਹੁਣ ਕੂੰਜ ਦੀ ਮਿਸਾਲ ਦਿੰਦੇ ਵੀ ਸੈਕੜੇ ਕੋਹਾਂ ਤੋਂ ਸਾਈਬੇਰੀਆ ਤੋੜ ਕੇ ਕੂੰਜਾਂ ਆ ਜਾਂਦੀਆਂ ਸਰਦੀ ਦੇ ਮੌਸਮ 'ਚ, ਬੱਚਿਆਂ ਨੂੰ ਪਿੱਛੇ ਛੱਡਿਆ ਹੁੰਦੀਆਂ। ਤਿਨ ਕਵਣ ਖਿਲਾਵੇ ਕਵਣ ਚੁਗਾਵੇ, ਮਨ ਮੈਂ ਸਿਮਰਨ ਕਰਿਆ। ਉਹਨਾਂ ਨੂੰ ਕੌਣ ਖਿਲਾਉਂਦਾ, ਕੌਣ ਚੋਗਾ ਚੁਗਾਉਂਦਾ, ਮਨ ਵਿੱਚ ਸਿਮਰਨ ਕਰਿਆ ਜਾਂਦਾ। ਹੁਣ ਇਹ ਸਿਮਰਨ ਕੌਣ ਕਰਦਾ, ਬੱਚੇ ਕਰਦੇ ਆ ਕਿ ਕੂੰਜ ਕਰਦੀ ਹੈ? ਇਹਦਾ ਜਵਾਬ ਵੀ ਗੁਰਬਾਣੀ 'ਚ ਹੈ ਸਾਧ ਸੰਗਤ ਜੀ। ਉਹ ਪਾਛੈ ਚੀਤ ਰਾਖੈ ਵਿੱਚ ਬਚਰੇ, ਨਿਤ ਹਿਰਦੇ ਸਾਰ ਸੰਭਾਲੀ। ਉਹ ਕੂੰਜ ਸਿਮਰਨ ਕਰਦੀ ਹੈ ਪਰਮਾਤਮਾ ਦਾ ਵੀ ਮੇਰੇ ਬੱਚਿਆਂ ਨੂੰ ਪਾਲੀ, ਫਿਰ ਰੱਬ ਰਾਖਾ ਉਹਨਾਂ ਦਾ ਪਲਦੇ ਆ ਪਿੱਛੇ ਤੋਂ। ਤਾਂ ਹੀ ਫਿਰ ਸਾਨੂੰ ਵੀ ਸਮਝਾ ਰਹੇ ਵੀ ਕਿਉਂ ਇੰਨਾ ਤੁਸੀਂ ਤੌਖਲਾ ਕਰਦੇ ਰਿਜ਼ਕ ਦਾ। ਰਿਜ਼ਕ ਤਾਂ ਤੁਹਾਡਾ ਪਿਆ ਹੈ, ਜਿਹੜੀ ਪ੍ਰਲਬਤ ਹੈ ਉਹ ਕਿਤੇ ਨਹੀਂ ਚੱਲੀ। ਉਦਮ ਕਰੋ ਮਿਲ ਜੇਗੀ। ਸਭ ਨਿਧਾਨ 10 ਅਸ਼ਟ ਸਿਧਾਨ। ਸਾਧ ਸੰਗਤ ਜੀ, ਉਹ ਉਦਮ ਕਰਨਾ ਔਰ ਉਹਦੀ ਚਿੰਤਾ ਕਰਨੀ, ਇਹ ਦੋ ਚੀਜ਼ਾਂ ਹੈ। ਤੌਖਲਾ ਜਾਂ ਚਿੰਤਾ ਨਹੀਂ ਕਰਨੀ, ਉਦਮ ਕਰਨਾ ਹੈ। ਸ਼ਾਂਤੀ ਦੇ ਨਾਲ, ਸਹਿਜ ਦੇ ਨਾਲ, ਸੰਤੋਖ ਦੇ ਨਾਲ ਉਦਮ ਜ਼ਰੂਰ ਕਰਨਾ, ਲੇਕਿਨ ਤੌਖਲਾ ਨਹੀਂ ਕਰਨਾ। ਜਿਵੇਂ ਮਰੂ ਕਰਦਾ ਨਾ ਬੰਦਾ ਸਾਰਾ ਦਿਨ, ਹਾਏ ਰੱਬਾ ਆਏ ਨਾ ਹੋ ਜਾਵੇ, ਇਹ ਹੋ ਜਾਏ, ਉੱਕਣ ਨਹੀਂ ਕਰਨਾ। ਸਭ ਨਿਧਾਨ 10 ਅਸ਼ਟ ਸਿਧਾਨ, ਠਾਕੁਰ ਕਲ ਤਲ ਧਰਿਆ। ਸਾਰੇ ਹੀ ਖਜ਼ਾਨੇ 18 ਹੀ ਸਿੱਧੀਆਂ ਪਰਮਾਤਮਾ ਦੇ ਥੇਲੀ ਦੇ ਉੱਤੇ ਹੈ, ਠਾਕੁਰ ਦੇ ਤਲੀ ਦੇ ਉੱਤੇ। ਜਨ ਨਾਨਕ ਬਲ ਬਲ ਸਦ ਬਲ ਜਾਈਏ, ਤੇਰਾ ਅੰਤ ਨਾ ਪਾਰਾ ਬਰਿਆ। ਗੁਰੂ ਨਾਨਕ ਸਾਹਿਬ ਤੇਰੇ ਤੋਂ ਬਲ ਬਲ ਜਾਨੇ, ਤੇਰਾ ਕੋਈ ਅੰਤ ਨਹੀਂ ਹੈ, ਨਾ ਤੇਰਾ ਕੋਈ ਪਾਰਾਵਾਰ ਹੈ, ਤੇਰੇ ਤੋਂ ਸਦਾ ਹੀ ਬਲਿਹਾਰ ਜਾਈਏ। ਪੰਜਵੇਂ ਨਾਨਕ ਇਹ ਗੱਲ ਫਰਮਾ ਰਹੇ। ਤੋ ਸਾਧ ਸੰਗਤ ਜੀ, ਅੱਜ ਦੀ ਵਿਚਾਰ ਵਿੱਚ ਆਪਾਂ ਨੇ ਰਹਿ ਰਾਸ ਦਾ ਪਹਿਲਾ ਹਿੱਸਾ ਵਿਚਾਰਿਆ ਆਪਣੀ ਤੁੱਛ ਬੁੱਧੀ ਦੁਆਰਾ, ਕਿਉਂਕਿ ਪਰਮਾਤਮਾ ਦੇ ਦਰ ਤੋਂ ਆਈ, ਪਰਮਾਤਮਾ ਦੇ ਦੇਸ਼ ਤੋਂ ਆਈ ਹੋਈ ਬ੍ਰਹਮੰਡੀ ਬਾਣੀ, ਇਲਾਹੀ ਬਾਣੀ, ਇਹਦੀ ਵਿਚਾਰ ਆਪਾਂ ਆਪਣੀ ਤੁੱਛ ਬੁੱਧੀ ਨਾਲੇ ਕਰ ਸਕਦੇ ਹਾਂ। ਇਹਦੀ ਪੂਰੀ ਵਿਚਾਰ ਨਹੀਂ ਕੋਈ ਵੀ ਕਰ ਸਕਦਾ। ਇਹ ਤਾਂ ਜਿਹੜੇ ਕਰਤੇ ਨੇ ਸੰਸਾਰ ਬਣਾਇਆ, ਜਾਂ ਉਹ ਜਾਂ ਗੁਰੂ ਜਾਂ ਕੋਈ ਵਿਰਲਾ ਸੰਤ, ਉਹ ਇਹਦਾ ਭੇਤ ਜਾਣ ਸਕਦਾ। ਬਾਕੀ ਤਾਂ ਅਸੀਂ ਤਾਂ ਗੱਲਾਂ ਬਾਤਾਂ ਹੀ ਕਰ ਸਕਦੇ ਹਾਂ। ਸਾਡੀ ਉਹ ਸਮਝ ਨਹੀਂ ਹੈ ਜਿਹੜੀ ਗੁਰੂ ਸਾਹਿਬਾਨਾਂ ਦੀ ਸਮਝ ਹੈ, ਕਿਉਂਕਿ ਸਾਡੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਚੋਰੀ ਚੁਗਲੀ ਤ੍ਰਿਸ਼ਨਾ ਉੱਕਣੇ ਬੈਠੇ ਆ। ਉਹਨਾਂ ਦੇ ਅੰਦਰ ਹੈ ਕੋਈ ਨਹੀਂ, ਆਹੀ ਅੰਤਰ ਹੈ ਬਸ। ਇਹ ਜਿਹੜੀ ਧੁਰ ਹੈ, ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ, ਇਹ ਧੁਰ ਉਹੀ ਹੈ ਜਿੱਥੇ ਇਹਨਾਂ ਚੀਜ਼ਾਂ ਦਾ ਅਭਾਵ ਹੁੰਦਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਰਹਿਤ ਹੋ ਜਾਂਦੇ, ਨਾਮ ਚੱਲਦਾ ਹੁੰਦਾ ਅੰਦਰ। ਉਹ ਅਵਸਥਾ, ਉਹ ਧੁਰ ਹੈ, ਉਹ ਹਿਰਦੇ ਵਿੱਚ ਹੀ ਹੈ, ਆਕਾਸ਼ਾਂ ਵਿੱਚ ਨਹੀਂ ਹੈ, ਉਹ ਹਿਰਦੇ ਵਿੱਚ ਹੀ ਹੈ। ਉਸ ਧੁਰ ਤੋਂ ਇਹ ਬਾਣੀ ਆਈ ਹੋਈ। ਤੋ ਅਸੀਂ ਤਾਂ ਇੱਕ ਸੋਚ ਹੀ ਸਕਦੇ ਹਾਂ ਉਹਦੇ ਬਾਰੇ 'ਚ, ਪੂਰਾ ਅੰਦਾਜ਼ਾ ਵੀ ਨਹੀਂ ਲਾ ਸਕਦੇ, ਕੀਮਤ ਨਹੀਂ ਪਾ ਸਕਦੇ। ਸਾਰੀ ਗੱਲ ਪਿੱਛੇ ਆ ਲਈ ਹੈ। ਇਸੇ ਕਰਕੇ ਆਪਣੇ ਆਪ ਨੂੰ ਹਲੀਮੀ ਭਾਵ 'ਚ ਰੱਖਣ ਦਾ ਗੁਰੂ ਸਾਹਿਬ ਸਾਨੂੰ ਤਾਕੀਦ ਕਰਦੇ ਹੈ, ਹੁਕਮ ਕਰਦੇ ਹੈ ਵੀ ਐਵੇਂ ਨਾ ਚਾਂਵਲੇ ਫਿਰੋ, ਕੁਛ ਵੀ ਨਹੀਂ ਹੈ। ਵੀ ਆਰ ਨਥਿੰਗ। ਵੱਡਾ ਉਹ ਐਡਾ ਵੱਡਾ, ਉਹਦਾ ਆਪਾਂ ਜਾਣ ਵੀ ਨਹੀਂ ਸਕਦੇ, ਉਹਨੂੰ ਇੱਕ ਤਿਲ ਜਿੰਨੀ ਕੀਮਤ ਨਹੀਂ ਪਾ ਸਕਦੇ। ਕਿਉਂ ਆਫਰੇ ਫਿਰਦੇ ਐਵੇਂ? ਜੇ ਰਾਜੇ ਬਣ ਗਏ ਹੈ, ਕੁਛ ਰਾਜ ਮਾਲ ਮਿਲ ਗਿਆ ਜਾਂ ਸੱਤਾ ਮਿਲ ਗਈ ਹੈ, ਤਾਂ ਕਿਆ ਵੱਡੀ ਗੱਲ ਹੈ? ਕੋਈ ਵੱਡਾ ਮਹਿਲ ਪਾ ਲਿਆ, ਕਿਆ ਵੱਡੀ ਗੱਲ ਹੈ? ਕੱਲ੍ਹ ਨੂੰ ਭੁਚਾਲ ਦਾ ਝਟਕਾ ਆ ਗਿਆ, ਸਾਰਾ ਹੀ ਖਿੰਡ ਜਾਣਾ ਉਹਨੇ। ਸੋ ਇਹ ਚੀਜ਼ਾਂ ਨੂੰ ਗੁਰੂ ਸਾਹਿਬ ਸਾਨੂੰ ਧਿਆਨ 'ਚ ਰਖਾਉਂਦੇ ਆ, ਫਿਰ ਤਾਂ ਹੀ ਰੱਬ ਯਾਦ ਆਉਂਦਾ। ਜਿਹਨੂੰ ਆਪਣਾ ਅੰਤ ਯਾਦ ਰਹੇ, ਉਸੇ ਨੂੰ ਬੇਅੰਤ ਦੀ ਯਾਦ ਆਉਂਦੀ ਹੈ। ਰਿਮੈਂਬਰ ਡੈਥ, ਇਹ ਜ਼ਰੂਰੀ ਹੈ। ਸਿੰਪਲ ਟਰੂਥ ਔਰ ਰਿਮੈਂਬਰ ਡੈਥ, ਫੀਅਰ ਆਫ ਗॉड ਔਰ ਸਿੰਪਲ ਟਰੂਥ, ਇਹ ਤਿੰਨ ਚਾਰ ਚੀਜ਼ਾਂ ਪੱਛਮ ਵਿੱਚ ਵੀ ਕਹਾਵਤ ਹੈ, ਗੁਰਬਾਣੀ ਨਾਲ ਮੇਲ ਖਾਂਦੀਆਂ। ਜੇ ਮੌਤ ਯਾਦ ਰਹੂਗੀ, ਮੌਤ ਤੋਂ ਡਰਨਾ ਨਹੀਂ ਹੈ, ਡਰਨਾ ਹੋਰ ਚੀਜ਼ ਹੈ, ਯਾਦ ਰੱਖਣੀ ਵੀ ਤੂੰ ਕਦੇ ਵੀ ਆ ਸਕਦਾ, ਤਿਆਰੀ ਹੈ ਸਾਡੀ, ਜਦ ਮਰਜੀ ਆ ਜਾਓ। ਜਿਵੇਂ ਕੋਈ ਨਿਹੰਗ ਸਿੰਘ ਜੀ ਤਿਆਰ ਬਰ ਤਿਆਰ ਕਿਸੇ ਦਰਖਤ ਪਰ ਬੈਠਾ ਸੀ ਉੱਪਰ, ਕਿਸੇ ਨੇ ਪੁੱਛ ਲਿਆ ਵੀ ਜੀ ਤੁਸੀਂ ਉੱਪਰ ਚੜ੍ਹੇ ਹੈ ਤਾਂ ਸ਼ਾਸਤਰਾਂ ਨੂੰ ਤਾਂ ਹੇਠਾਂ ਰੱਖ ਦਿੰਦੇ। ਕਹਿੰਦੇ ਜੀ ਖਾਲਸਾ ਤਿਆਰ ਬਰ ਤਿਆਰ ਹੈ, ਕਦੇ ਵੀ ਆ ਜਾਵੇ, ਅਸੀਂ ਤਿਆਰ ਹਾਂ ਜਾਣ ਖਾਤਰ। ਇਹ ਉਹ ਅਵਸਥਾ ਦੀ ਗੱਲ ਹੈ, ਉਹ ਲਿਆਉਣੀ ਚਾਹੁੰਦੇ ਗੁਰੂ ਸਾਹਿਬ ਵੀ ਰਿਮੈਂਬਰ ਡੈਥ, ਹਮੇਸ਼ਾ ਡੈਥ ਨੂੰ ਯਾਦ ਰੱਖੋ ਤਾਂ ਕਿ ਤੁਹਾਨੂੰ ਉਹਦੀ ਯਾਦ ਬਣੀ ਰਹੇ।
ਸੋ ਸਾਧ ਸੰਗਤ ਜੀ, ਉਹ ਵਿਚਾਰ ਕਰਦਿਆਂ ਬਹੁਤ ਸਾਰੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ, ਅਕਸਰ ਹੁੰਦੀਆਂ ਰਹਿੰਦੀਆਂ। ਬੰਦਾ ਭੁੱਲਣਹਾਰ ਜੋ ਹੈ, ਆਪ ਜੀ ਬਖਸ਼ਣਹਾਰੇ। ਆਪ ਜੀ ਕੋਲ ਸੰਗਤ ਕੋਲ ਗੁਰਿਆਈ ਹੈ, ਸੰਗਤ ਵਿੱਚ ਗੁਰੂ ਵਰਤਦਾ ਹੈ, ਆਪ ਮਾਫ ਵੀ ਕਰ ਦਿੰਦੇ। ਬਖਸ਼ਿਓ, ਕੋਈ ਅਸੀਸ ਵੀ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਮੇਰੀ ਝੂਠੀ ਸੰਤੋ, ਮੇਰੀ ਮੇਰੀ ਝੂਠੀ, ਮੇਰੀ ਮੇਰੀ ਝੂਠੀ ਸੰਤੋ, ਮੇਰੀ ਮੇਰੀ ਝੂਠੀ। ਕਹਿ ਕਬੀਰ ਸੁਨੋ ਰੇ ਸੰਤੋ, ਕਹਿ ਕਬੀਰ ਸੁਨੋ ਰੇ ਸੰਤੋ, ਮੇਰੀ ਮੇਰੀ ਝੂਠੀ, ਮੇਰੀ ਮੇਰੀ ਝੂਠੀ। ਚਿਰਗਟ ਫਾਰ ਚਟਾਰਾ ਲੈ ਗਇਓ, ਚਿਰਗਟ ਫਾਰ ਚਟਾਰਾ ਲੈ ਗਇਓ, ਤਰੀ ਤਾਗਰੀ ਛੂਟੀ ਸੰਤੋ, ਮੇਰੀ ਮੇਰੀ ਝੂਠੀ। ਮੇਰੀ ਮੇਰੀ ਝੂਠੀ ਸੰਤੋ, ਮੇਰੀ ਮੇਰੀ ਝੂਠੀ। ਮੇਰੀ ਮੇਰੀ ਕੈਰੋਂ ਕਰਤੇ, ਮੇਰੀ ਮੇਰੀ ਕੈਰੋਂ ਕਰਤੇ, दुर्योधन से पाई, दुर्योधन से पाई। 12 जोजन छत्र चलै था, 12 जोजन छत्र चलै था, देही गिरजन खाई संतो, मेरी मेरी झूठी। सर्व सोइन की लंका होती, सर्व सोइन की लंका होती, रावण से अधकाई, रावण से अधकाई। कहाँ पयो दर बांधे हाथी, कहाँ पयो दर बांधे हाथी, खिन में पई पराई संतो, मेरी मेरी झूठी। मेरी मेरी झूठी संतो, मेरी मेरी झूठी। गहरी करके नींव खुदाई, गहरी करके नींव खुदाई, ऊपर मंडप छाए, ऊपर मंडप छाए। मार कंडे ते को अधकाई, मार कंडे ते को अधकाई, जिन तृण तर मूंड बुलाए संतो, मेरी मेरी झूठी। मेरी मेरी झूठी संतो, मेरी मेरी झूठी। कह कबीर सुनो रे संतो, कह कबीर सुनो रे संतो, मेरी मेरी झूठी, मेरी मेरी झूठी। चिरगट फार चटारा लै गयो, चिरगट फार चटारा लै गयो, तरी तागरी छूटी संतो, मेरी मेरी झूठी। मेरी मेरी झूठी संतो, मेरी मेरी झूठी। सतगुरां दी प्यारी साजी नवाजी साध संगत जीओ, गुरबाणी विचार ग्रुप ਦੇ ਸੂਝਵਾਨ ਪਤਵੰਤੇ ਸਤਵੰਤੇ ਸੱਜਣੋ, ਆਪ ਜੀ ਦੇ ਨਾਲ ਵਿਚਾਰ ਸਾਂਝੀ ਕਰੀ ਜਾ ਰਹੀ ਹੈ ਰਹਿਰਾਸ ਸਾਹਿਬ ਤੋਂ। ਅੱਜ ਦੂਜਾ ਪੋਰਸ਼ਨ ਕਰਨਾ ਹੈ ਆਪਣੀ ਹਕੀਰ ਬੁੱਧੀ ਦੁਆਰਾ। ਰਾਗ ਆਸਾ ਮਹਿਲਾ ਚੌਥਾ, ਸੋ ਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਆਸਾ ਮਹੱਲਾ ਚੌਥਾ। ਚੌਥੇ ਪਾਤਸ਼ਾਹ ਧੰਨ ਧੰਨ ਗੁਰੂ ਰਾਮਦਾਸ ਜੀ, ਸੋ ਪੁਰਖ ਬਾਣੀ ਦਾ ਨਾਂ ਹੈ। ਇਹਦੇ 'ਚ ਫਰਮਾਉਂਦੇ ਹੈ, ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗੰਮਾ ਅਗੰਮ ਅਪਾਰਾ। ਉਹ ਪੁਰਖ ਨਿਰੰਜਨ ਹੈ, ਕਾਲਖ ਤੋਂ ਰਹਿਤ ਹੈ, ਮਾਇਆ ਤੋਂ ਰਹਿਤ ਹੈ। ਹਰ ਅਗੰਮਾ ਅਗੰਮ ਅਪਾਰਾ, ਉਹ ਹਰੀ, ਉਹ ਵਾਹਿਗੁਰੂ ਅਗੰਮ ਵੀ ਹੈ, ਪਹੁੰਚ ਤੋਂ ਪਰੇ ਹੈ, ਅਪਾਰ ਵੀ ਹੈ। ਸਭ ਧਿਆਵੈਂ, ਸਭ ਧਿਆਵੈਂ ਤੁਧ ਜੀ, ਹਰ ਸੱਚੇ ਸਿਰਜਣਹਾਰਾ।
ਸਭ ਤੈਨੂੰ ਧਿਆਉਂਦੇ ਆ, ਇਹ ਵਾਹਿਗੁਰੂ ਜੀਓ, ਤੂੰ ਹੀ ਸੱਚਾ ਸਿਰਜਣਹਾਰ ਹੈ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ। ਸਾਰੇ ਜੀਵ ਵੀ ਤੇਰੇ ਹੀ ਹੈ, ਤੂੰ ਜੀਆਂ ਨੂੰ ਦਾਤਾਂ ਦੇਣ ਵਾਲਾ ਹੈ। ਹਰ ਧਿਆਵੋ ਸੰਤੋ ਜੀ, ਸਭ ਦੁੱਖ ਵਿਸਾਰਨਹਾਰਾ। ਇਹ ਸੰਤ ਜਨੋ ਹਰੀ ਨੂੰ ਧਿਆਓ, ਉਹ ਸਾਰਿਆਂ ਦੁੱਖਾਂ ਨੂੰ ਦੂਰ ਕਰਨ ਵਾਲਾ। ਹਰ ਆਪੇ ਠਾਕੁਰ, ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਪਰਮਾਤਮਾ ਆਪੇ ਠਾਕੁਰ ਹੈ, ਮਾਲਕ ਹੈ, ਆਪੇ ਸੇਵਕ, ਆਪੇ ਮਾਛੀ ਮੱਛਲੀ, ਆਪੇ ਪਾਣੀ ਜਾਲ। ਇਹ ਖਿਆਲ ਗੁਰਮਤਿ ਵਿੱਚ ਬਹੁਤ ਚੰਗੀ ਤਰ੍ਹਾਂ ਸਮਝਾਇਆ ਹੋਇਆ ਗੁਰਬਾਣੀ 'ਚ, ਬਈ ਪਰਮਾਤਮਾ ਹੀ ਸਭ ਕੁਛ ਹੈ। ਆਪੇ ਫੁੱਲ ਹੈ, ਆਪੇ ਕੰਡਾ ਹੈ, ਆਪੇ ਠਾਕੁਰ ਹੈ, ਆਪੇ ਸੇਵਕ ਹੈ, ਆਪੇ ਫੁੱਲ ਹੈ, ਆਪੇ ਭੌਰਾ ਹੈ, ਕਿਆ ਨਾਨਕ ਜੰਤ ਵਿਚਾਰਾ। ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਕਹਿ ਰਹੇ ਹੈ ਵੀ ਮੈਂ ਕਿਆ ਚੀਜ਼ ਹੈ, ਮੈਂ ਤਾਂ ਇੱਕ ਗਰੀਬੜਾ ਜਿਹਾ ਜੰਤ ਹੈ, ਕਿਆ ਵਿਚਾਰ ਕਰਾਂ। ਉਹ ਤਾਂ ਸਭ ਕੁਛ ਆਪੇ ਆਪ ਹੈ। ਉਹ ਗਰੀਬ ਵੀ ਹੈ, ਉਹ ਅਮੀਰ ਵੀ ਹੈ, ਸਭ ਜਗ੍ਹਾ ਉਸੇ ਦਾ ਵਾਸਾ ਹੈ। ਉਹ ਕਿਤੇ ਅੰਮ੍ਰਿਤ ਛਕਦਾ ਛਕਾਉਂਦਾ, ਕਿਤੇ ਸ਼ਰਾਬ ਵੀ ਪੀਂਦਾ ਠੇਕੇ 'ਚ ਬੈਠਾ। ਦੋਹਾਂ ਪਾਸੇ ਆਪੇ ਵਰਤ ਰਿਹਾ, ਦੋਹਾਂ ਸਿਰਿਆਂ ਕਾ ਖਸਮ ਆਪੇ ਆ ਉਹ। ਤੋ ਉਹਦੇ ਬਾਰੇ ਕੁਛ ਕਹਿਣਾ ਬਹੁਤ ਮੁਸ਼ਕਿਲ ਹੈ। ਕਿਆ ਨਾਨਕ ਜੰਤ ਵਿਚਾਰਾ। ਕਤਹੂੰ ਪਿਊਸ ਹੋਏ ਕਿ ਪੀਵਤ ਪਿਲਾਵਤ ਹੋ, ਕਤਹੂੰ ਮਯੂਖ ਊਖ ਕਹੂੰ ਮਦਪਾਨ ਹੋ। ਕਿਤੇ ਗੰਨੇ ਵਰਗਾ ਮਿੱਠਾ ਹੈ ਔਰ ਅੰਮ੍ਰਿਤ ਪੀਨਾ ਸ਼ਹਿਦ ਵਰਗਾ ਮਿੱਠਾ ਹੈ, ਕਿਤੇ ਮਦਪਾਨ ਯਾਨੀ ਸ਼ਰਾਬ ਪੀ ਰਹੇ ਹੈ। ਸਭ ਤੇ ਤੂੰ ਹੀ ਤਾਂ ਹੈ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਹਰ ਇੱਕ ਘਟ ਘਟ ਵਿੱਚ, ਹਰ ਹਿਰਦੇ ਵਿੱਚ ਤੂੰ ਵਸਿਆ ਹੋਇਆ। ਸਰਬ ਨਿਰੰਤਰ ਹੈ, ਸਦਾ ਤੋਂ ਹੈ, ਤੂੰ ਇੱਕੋ ਹੀ ਪੁਰਖ ਹੈ, ਸਭ ਜਗ੍ਹਾ ਸਮਾਇਆ ਹੋਇਆ। ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਬਿਡਾਣਾ। ਇੱਕਨਾਂ ਨੂੰ ਤੈਂ ਦਾਤੇ ਬਣਾਇਆ ਹੋਇਆ, ਦਾਤਾਂ ਦਿੰਦੇ ਲੋਕਾਂ ਨੂੰ। ਇੱਕਨਾਂ ਨੂੰ ਤੈਂ ਭਿਖਾਰੀ ਬਣਾਇਆ ਹੋਇਆ, ਉਹ ਮੰਗਦੇ ਆ। ਤੂੰ ਹੀ ਤਾਂ ਹੈ, ਸਭ ਕੁਛ ਤੇਰੇ ਹੀ ਚੋਜ ਹੈ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਆਪੇ ਦੇਣ ਵਾਲਾ ਹੈ, ਆਪੇ ਭੋਗਣ ਵਾਲਾ ਹੈ। ਮੰਗਤੇ ਦੇ ਰੂਪ ਵਿੱਚ ਵੀ ਤੂੰ ਹੀ ਹੈ, ਦਾਤੇ ਦੇ ਰੂਪ ਵਿੱਚ ਵੀ ਤੂੰ ਹੀ ਹੈ। ਹਾਂ ਤੁਧ ਬਿਨਾਂ ਵਰ ਨਾ ਜਾਣਾ, ਮੈਂ ਤੇਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਜਾਣਦਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਬਖਾਣਾ। ਤੂੰ ਪਾਰ ਬ੍ਰਹਮ ਬੇਅੰਤ ਹੈ, ਤੇਰੇ ਗੁਣਾਂ ਦਾ ਅੰਤ ਕੋਈ ਨਹੀਂ। ਮੈਂ ਤੇਰੇ ਗੁਣ ਕਿਆ ਕਹਿ ਸਕਦਾ ਇੱਕ ਜੀਭ ਨਾਲ। ਜੇ ਲੱਖਾਂ ਹੀ ਜੀਭਾਂ ਵੀ ਤੂੰ ਦੇ ਦੇਵੇਂ ਤਾਂ ਵੀ ਤੇਰੇ ਗੁਣ ਨਹੀਂ ਗਾਏ ਜਾ ਸਕਦੇ। ਤੂੰ ਕਿਆ ਨਾਨਕ ਜੰਤ ਵਿਚਾਰਾ। ਜੋ ਸੇਵੈ ਜੋ ਸੇਵੈ ਤੁਝੀ, ਜਨ ਨਾਨਕ ਤਿਨ ਕੁਰਬਾਨਾ। ਜਿਹੜੇ ਤੈਨੂੰ ਸੇਵਦੇ ਆ ਗੁਰੂ ਨਾਨਕ ਸਾਹਿਬ, ਉਹਨਾਂ ਤੋਂ ਕੁਰਬਾਨ ਜਾਣ ਦੀ ਬਾਤ ਕਹਿ ਰਹੇ। ਹੁਣ ਦੇਖੋ ਸਾਧ ਸੰਗਤ ਜੀ, ਇਹ ਜਿਹੜਾ ਸੇਵੈ ਸ਼ਬਦ ਹੈ, ਇਹਦੇ ਵਿੱਚ ਬਹੁਤ ਕੁਝ ਲੁਕਿਆ ਹੋਇਆ। ਗੁਰਬਾਣੀ ਦੇ ਹਰ ਸ਼ਬਦ ਦੇ ਪਿੱਛੇ ਬਹੁਤ ਬੜਾ ਕੁਛ ਭਾਵ ਹੁੰਦਾ ਹੈ। ਆਪਣੀ ਜਿਹੜੀ ਮਾਇਓਪਕ ਬੁੱਧੀ ਹੈ, ਥੋੜ੍ਹੀ ਦੂਰ ਤਾਈਂ ਸੋਚਦੀ ਹੈ, ਉਹ ਹੋਰ ਤਰ੍ਹਾਂ ਸਮਝ ਜਾਂਦੀ ਹੈ। ਸੇਵਾ ਕਰਨੀ ਔਰ ਸੇਵਾ ਸੰਭਾਲ ਕਰਨੀ, ਇਹ ਦੋ ਚੀਜ਼ਾਂ ਹੈ। ਇੱਕ ਸਿੱਖ ਗੁਰਦੁਆਰੇ ਸਾਹਿਬ ਜਾਂਦਾ ਹੈ, ਰੋਜ਼ ਪ੍ਰਕਾਸ਼ ਵੀ ਕਰਦਾ ਹੈ, ਝਾੜੂ ਵੀ ਪੋਚਾ ਵੀ ਕਰਦਾ ਹੈ, ਚੌਰ ਵੀ ਕਰਦਾ ਹੈ, ਬਾਅਦ ਵਿੱਚ ਫਿਰ ਦਿਨ ਵਿੱਚ ਲੰਗਰ ਵਗੈਰਾ ਵੀ ਵਰਤਾਉਂਦਾ ਹੈ। ਉਹ ਸੇਵਾ ਸੰਭਾਲ ਹੈ, ਪਹਿਲਾ ਕਦਮ ਹੈ ਉਹ ਸੇਵਾ ਵੱਲ। ਸੇਵਾ ਦੇ ਵਿੱਚ ਤਾਂ ਹਉਮੈ ਹੁੰਦੀ ਕੋਈ ਨਹੀਂ। ਗੁਰ ਕੀ ਸੇਵਾ ਸੋ ਕਰੇ, ਜਿਸ ਬਿਨਸੈ ਹਉਮੈ ਤਾਪ। ਸਤਿਗੁਰੂ ਦੀ ਸੇਵਾ ਕੌਣ ਕਰਦਾ ਹੈ? ਜਿਹਦਾ ਹਉਮੈ ਦਾ ਤਾਪ ਬਿਨਸ ਜਾਂਦਾ। ਤੋ ਸੇਵਾ ਉਦੋਂ ਬਣਨੀ ਹੈ, ਸੇਵਾ ਸੰਭਾਲ, ਜਦੋਂ ਸਾਡੀ ਮੈਂ ਤੋੜ ਦੇਗਾ ਗੁਰੂ। ਕਿਸੇ ਨਾ ਕਿਸੇ ਰੂਪ 'ਚ ਜਿਹੜੀ ਮੈਂ ਅੰਦਰ ਬੈਠੀ ਰਹਿੰਦੀ ਹੈ ਬੰਦੇ ਦੇ। ਹੋ ਸਕਦਾ ਕਿਸੇ ਦੇ ਮਨ 'ਚ ਖਿਆਲ ਹੋਵੇ ਵੀ ਮੈਨੂੰ ਬਾਅਦ 'ਚ ਪ੍ਰਧਾਨਗੀ ਮਿਲ ਜੂਗੀ। ਕਿਸੇ ਦੇ ਮਨ 'ਚ ਇਹ ਹੋ ਸਕਦਾ ਵੀ ਲੋਕ ਮੈਨੂੰ ਚੰਗਾ ਕਹਿਣਗੇ ਵੀ ਬੜਾ ਸੇਵਕ ਹੈ। ਹੋ ਸਕਦਾ ਕਿਸੇ ਦੇ ਮਨ 'ਚ ਕੋਈ ਹੋਰ ਖਿਆਲ ਹੋਵੇ ਉਚਾਈ ਵਾਲਾ। ਇਹ ਸੇਵਾ ਉਦੋਂ ਬਣਨੀ ਹੈ ਜਦੋਂ ਗੁਰੂ ਸਾਡੀ ਸੇਵਾ ਸੰਭਾਲ ਨੂੰ ਪ੍ਰਵਾਨ ਕਰ ਲਊ। 7 ਸਾਲ ਬਾਬੇ ਲਹਿਣੇ ਜੀ ਨੂੰ ਲੱਗੇ ਗੁਰੂ ਅੰਗਦ ਵੰਡ ਖੱਤਰ। ਹਰ ਵਕਤ ਚਰਨ ਛੋਹ ਪ੍ਰਾਪਤ ਰਹੀ।
ਸੇਵਾ ਕਰਦੇ ਰਹੇ, ਉਹ ਸੇਵਾ ਫਿਰ ਪ੍ਰਵਾਨ ਹੋ ਗਈ। ਤੋ ਸੇਵਾ ਦਾ ਕਨਸੈਪਟ ਗੁਰਬਾਣੀ 'ਚ ਬਹੁਤ ਉੱਚਾ ਹੈ, ਭਾਵੇਂ ਅਸੀਂ ਇਹਨੂੰ ਥੋੜ੍ਹਾ ਜਿਹਾ ਲਾਈਟਲੀ ਲੈਂਦੇ ਹਾਂ। ਉਹ ਵੀ ਕਬੂਲ ਹੈ, ਸੇਵਾ ਸੰਭਾਲ ਵੀ ਠੀਕ ਹੈ, ਕਬੂਲ ਹੈ ਉਹ ਵੀ, ਪਰ ਉਹ ਆਪਾਂ ਇਹ ਸਮਝ ਲਈਏ ਵੀ ਇਹ ਸੇਵਾ ਹੈ, ਫਿਰ ਉਹ ਠੀਕ ਨਹੀਂ ਗੱਲ। ਸੇਵਾ ਦਾ ਕਨਸੈਪਟ ਬਹੁਤ ਗਹਿਰਾ ਹੈ। ਹਰ ਧਿਆਵੈ ਤੁਧ ਜੀ, ਸੇ ਜਨ ਜੁਗ ਮੈਂ ਸੁਖ ਵਾਸੀ। ਜਿਹੜੇ ਤੈਨੂੰ ਧਿਆਉਂਦੇ ਆ ਪਰਮਾਤਮਾ ਜੀ, ਉਹ ਜਨ ਇਸ ਜਗਤ ਦੇ ਵਿੱਚ ਸੁੱਖਾਂ 'ਚ ਵੱਸਦੇ ਆ। ਹੁਣ ਸੁੱਖ ਦਾ ਜਿਹੜਾ ਕਨਸੈਪਟ ਹੈ ਉਹ ਫਿਰ ਸਾਡਾ ਮਾਇਓਪਿਕ ਹੈ। ਸੁੱਖ ਕਿਹਨੂੰ ਪ੍ਰਵਾਉਂਦੀ ਹੈ ਗੁਰਬਾਣੀ? ਸੁੱਖ ਮਨ ਦੀ ਅਵਸਥਾ ਹੈ। ਤਵੀ ਤੇ ਬੈਠ ਕੇ ਵੀ ਸੁੱਖ ਹੈ, ਆਰੇ ਹੇਠ ਬੈਠ ਕੇ ਵੀ ਸੁੱਖ ਹੈ ਜਿਨ੍ਹਾਂ ਨੂੰ ਹੈ। ਜਿਨ੍ਹਾਂ ਨੂੰ ਨਹੀਂ ਹੈ ਉਹ ਮਹਿਲਾਂ ਦੇ ਵਿੱਚ ਵੀ ਦੁਖੀ ਹੈ, ਔਲਾਦ ਤੋਂ ਵੀ ਦੁਖੀ ਹੈ। ਕੋਈ ਦੁਖੀ ਹੈ ਵੀ ਮੇਰੇ ਔਲਾਦ ਨਹੀਂ ਹੈ, ਕੋਈ ਦੁਖੀ ਹੈ ਵੀ ਮੇਰੀ ਔਲਾਦ ਮੈਨੂੰ ਤੰਗ ਕਰਦੀ ਹੈ, ਜੇ ਨਾ ਜੰਮਦੀ ਤਾਂ ਚੰਗੀ ਸੀ। ਤੋ ਸੁੱਖ ਹੈਗਾ ਮਨ ਦੀ ਅਵਸਥਾ, ਇਹ ਨਾਮ ਨਾਲ ਪੈਦਾ ਹੁੰਦਾ। ਆਨੰਦ ਕਹਿੰਦੇ ਜਿਹਨੂੰ, ਬਿਨਾਂ ਗੁਰੂ ਦੀ ਕਿਰਪਾ ਤੋਂ ਸੁੱਖ ਨਹੀਂ ਬਣਦਾ ਕਦੇ ਵੀ ਮਨ ਵਿੱਚ। ਪੈਸਾ ਧੇਲਾ ਇੱਕ ਕਾਰਨ ਹੋ ਸਕਦਾ ਸੁੱਖ ਦਾ, ਦੁਨਿਆਵੀ ਸੁੱਖ ਦਾ, ਪਰ ਜਿਹੜਾ ਅੰਤਰੀਵ ਸੁੱਖ ਹੈ ਜਿਹਨੂੰ ਆਪਾਂ ਆਨੰਦ ਕਹਿੰਦੇ ਹਾਂ, ਉਹ ਤਾਂ ਕੇਵਲ ਪਰਮਾਤਮਾ ਦੀ, ਗੁਰੂ ਦੀ ਕਿਰਪਾ ਨਾਲ ਮਿਲ ਸਕਦਾ। ਉਹ ਸੰਤੋਖ ਨਹੀਂ ਆਉਂਦਾ ਛੇਤੀ ਛੇਤੀ ਜਿੰਨਾ ਚਿਰ ਗੁਰੂ ਕਿਰਪਾ ਨਾ ਕਰੇ। ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ, ਤਿਨ ਟੂਟੀ ਜਮ ਕੀ ਫਾਂਸੀ। ਜਿਨ੍ਹਾਂ ਨੇ ਹਰੀ ਨੂੰ ਧਿਆਇਆ, ਵਾਹਿਗੁਰੂ ਜੀ ਨੂੰ ਧਿਆਇਆ, ਉਹ ਮੁਕਤ ਹੋ ਗਏ। ਉਹਨਾਂ ਦੀ ਜਮਾਂ ਦੀ ਫਾਂਸੀ ਕੱਟੀ ਗਈ। ਹੁਣ ਜਿਹੜੀ ਧਿਆਉਣ ਦੀ ਗੱਲ ਹੈ, ਇੱਥੇ ਫੇਰ ਉਹ ਬਾਤ ਹੈ। ਜਦ ਅਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਹੋਈਏ, ਮਨ ਸਾਡਾ ਕਿਤੇ ਹੋਰ ਫਿਰਦਾ ਹੋਵੇ, ਬਾਜ਼ਾਰਾਂ 'ਚ ਫਿਰਦਾ ਹੋਵੇ ਜਾਂ ਕਿਧਰੇ ਇੱਧਰ ਉੱਧਰ ਹੋਵੇ, ਉਹਨੂੰ ਧਿਆਉਣਾ ਕਿਹਾ ਹੀ ਨਹੀਂ ਜਾਂਦਾ ਹੈ। ਧਿਆਉਣੇ ਦੇ ਵਿੱਚ ਮਨ ਪੂਰਾ ਹੋਣਾ ਚਾਹੀਦਾ। ਤੋ ਸ਼ਬਦ ਦੇ ਗਹਿਰਾਈ ਨੂੰ ਪਕੜਨਾ ਚਾਹੀਦਾ, ਨਾ ਕਿ ਉੱਪਰੋਂ ਉੱਪਰ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ। ਜਿਨ੍ਹਾਂ ਨੇ ਉਸ ਨਿਰਭਉ ਵਾਹਿਗੁਰੂ ਨੂੰ ਧਿਆਇਆ, ਉਹਨਾਂ ਦਾ ਸਾਰਾ ਡਰ ਉਹ ਦੂਰ ਕਰ ਦਿੰਦਾ। ਦੇਖੋ ਨਾ, ਆਪਣੇ ਤਾਂ ਸਾਹਮਣੇ ਸਿੱਖ ਗੁਰੂ ਸਾਹਿਬਾਨਾਂ ਨੇ, ਔਰ ਸਾਡੇ ਜਿਹੜੇ ਪਹਿਲੇ ਪੂਜਨੀਕ ਸਿੱਖ ਵੀ ਹੋਏ, ਬਾਬਾ ਦੀਪ ਸਿੰਘ ਜੀ ਵਰਗੇ, ਬਾਬਾ ਜੀ ਬੁੱਢਾ ਜੀ ਵਰਗੇ, ਭਾਈ ਗੁਰਦਾਸ ਜੀ ਵਰਗੇ, ਔਰ ਹੋਰ ਅਨੇਕਾਂ ਹੀ ਸ਼ਹੀਦ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਉਹਨਾਂ ਨੇ ਸਾਨੂੰ ਇਹ ਜੀ ਕੇ ਵੀ ਦਿਖਾਇਆ। ਉਹਨਾਂ ਦਾ ਭਉ ਨਹੀਂ ਸੀ ਉਹਨਾਂ ਦੇ ਅੰਦਰ, ਡਰ ਨਿਕਲ ਜਾਂਦਾ। ਮੌਤ ਦਾ ਹੀ ਭਉ ਸਭ ਤੋਂ ਵੱਡਾ ਹੁੰਦਾ। ਜਿਹੜੇ ਉਹਨੂੰ ਧਿਆਉਂਦੇ, ਜਿਹਦੇ ਪਰ ਉਹਦੀ ਕਿਰਪਾ ਹੋਊਗੀ, ਉਹਨਾਂ ਦਾ ਮੌਤ ਦਾ ਭਉ ਵੀ ਚਲੇ ਜਾਂਦਾ। ਕਿਵੇਂ? ਸੂਰਜ ਚੜ੍ਹਦਾ ਹੈ, ਸੂਰਜ ਦੀ ਰੋਸ਼ਨੀ ਦੇ ਵਿੱਚ ਮੋਮਬੱਤੀਆਂ, ਲਾਟੂ, ਬਲਬ ਸਭ ਫਿੱਕੇ ਪੈ ਜਾਂਦੇ। ਐਸੇ ਤਰੀਕੇ ਨਾਲ ਜਦ ਪਰਮਾਤਮਾ ਦਾ ਭਉ ਅੰਦਰ ਪੈਂਦਾ, ਨਿਰਮਲ ਭਉ ਕਹਿੰਦੇ ਜਿਹਨੂੰ, ਗੁਰੂ ਭੇਂਟ ਤੋਂ ਬਾਅਦ ਹੁੰਦੀ ਹੈ ਸਾਰੀ ਬਾਤ। ਇਹ ਜਿਹੜਾ ਮਹਿਲ ਹੈ ਰੂਹਾਨੀਅਤ ਦਾ, ਨੂਰਾਨੀਅਤ ਦਾ, ਇਹ ਗੁਰੂ ਭੇਂਟ ਤੋਂ ਬਾਅਦ ਪੈਦਾ ਹੁੰਦਾ, ਪਹਿਲਾਂ ਨਹੀਂ ਹੁੰਦਾ। ਅਨਫਾਰਚੂਨੇਟਲੀ ਅਸੀਂ ਕਈ ਵਾਰ ਆਪਣੇ ਨਾਲ ਜੋੜ ਲੈਂਦੇ ਉਹ ਗੱਲ, ਤ੍ਰੈਗੁਣਾ 'ਚ ਹੁੰਦੇ ਹੋਏ ਵੀ, ਉਹ ਠੀਕ ਨਹੀਂ ਹੈ। ਉਹਨਾਂ ਦਾ ਡਰ ਚਲੇ ਜਾਂਦਾ ਹੈ ਜਿਹੜੇ ਚੌਥੇ ਪਦ 'ਚ ਪਹੁੰਚ ਗਏ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਜਿਨ੍ਹਾਂ ਨੇ ਉਹਦੀ ਸੇਵਾ ਕਰੀ ਹੈ, ਉਹਨੂੰ ਧਿਆਇਆ ਹੈ। ਸੇਵਾ ਗੁਰੂ ਦੀ ਇਹੀ ਹੈ ਵੀ ਉਹਨੂੰ ਯਾਦ ਕਰੋ, ਉਹਦਾ ਨਾਮ ਜਪੋ ਮੋਟੇ ਤੌਰ 'ਤੇ। ਜੇ ਨਾਮ ਨਹੀਂ ਜਪਦਾ ਬੰਦਾ, ਉੱਪਰੋਂ ਸੇਵਾ ਸੰਭਾਲ ਕਰਦਾ, ਉਹ ਫਿਰ ਪਿੱਛੇ ਰਹਿ ਜਾਂਦੀ ਹੈ, ਗੱਲ ਪੂਰੀ ਨਹੀਂ ਬਣਦੀ। ਧਿਆਉਣਾ ਬਹੁਤ ਜ਼ਰੂਰੀ ਹੈ। ਜਪਣਾ ਵੀ ਕਹਿ ਦਿੰਦੇ ਆ, ਇਹ ਅਲੱਗ ਅਲੱਗ ਸ਼ਬਦ ਹੈ, ਅਲੱਗ ਅਲੱਗ ਇਹਨਾਂ ਦੀ ਟੋਨ ਹੈ। ਜਪਣੇ ਤੋਂ ਹੀ ਅੱਗੇ ਫਿਰ ਸਿਮਰਨ ਮਿਲਦਾ, ਜੇ ਗੁਰੂ ਬਖਸ਼ਿਸ਼ ਕਰ ਦੇਵੇ। ਤੋ ਜਿਹੜੇ ਉਹਨੂੰ ਧਿਆਉਂਦੇ ਆ, ਉਹਦਾ ਸਿਮਰਨ ਕਰਦੇ ਆ, ਉਹਦਾ ਹੀ ਰੂਪ ਬਣ ਜਾਂਦੇ। ਫਿਰ ਉਹਦੇ ਵਿੱਚ ਸਮਾ ਜਾਂਦੇ, ਜਿਵੇਂ ਦਰਿਆ ਸਮੁੰਦਰ 'ਚ ਸਮਾ ਜਾਂਦਾ। ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕੇਲਾਲੀ। ਇੱਕ ਹੋਰ ਜਗ੍ਹਾ ਬਚਨ ਹੁੰਦਾ, ਸਭ ਉਹੇ ਜਿਹੀ ਬਣ ਜਾਂਦੇ। ਸੇ ਧਨ ਜਿਨ ਹਰ ਧਿਆਇਆ ਜੀ। ਜਿਹੜੇ ਉਹਨੂੰ ਧਿਆਉਂਦੇ ਆ ਉਹ ਧੰਨ ਧੰਨ ਹੈ ਭਾਈ। ਜਾਂ ਨਾਨਕ ਤਿਨ ਬਲ ਜਾਸੀ। ਨਾਨਕ ਸਾਹਿਬ ਉਹਨਾਂ ਤੋਂ ਬਲਿਹਾਰ ਜਾਣੇ। ਦੇਖੋ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਾ ਨਾਮ ਜਪਾਵੇ। ਜਿਹੜੇ ਆਪ ਜਪਦੇ ਔਰ ਜਪਾਉਂਦੇ, ਇਹੋ ਜਿਹੇ ਵੀ ਹੈ ਜਿਹੜੇ ਆਪ ਜਪਦੇ ਨਹੀਂ ਲੇਕਿਨ ਜਪਾਉਣ ਲੱਗ ਪੈਂਦੇ, ਉਹ ਪ੍ਰਵਾਨ ਨਹੀਂ ਹੈ। ਪਹਿਲੀ ਸ਼ਰਤ ਆਪ ਜਪਣ ਦੀ ਹੈ, ਸਵਾਸ ਸਵਾਸ ਜਪਣੇ ਦੀ ਹੈ।
ਫਿਰ ਉਹ ਅਗਰ ਜਪਾਉਂਦੇ ਆ ਤਾਂ ਉਹ ਬਹੁਤ ਵਧੀਆ ਗੱਲ। ਗੁਰੂ ਨਾਨਕ ਸਾਹਿਬ ਉਹਨਾਂ ਦੇ ਕੁਰਬਾਨ ਜਾਂਦੇ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਤੇਰੀ ਭਗਤੀ ਦੇ ਭੰਡਾਰ ਭਰੇ ਪਏ ਹੈ, ਤੂੰ ਬੇਅੰਤ ਹੈ, ਬੇਅੰਤ ਤੋਂ ਬੇਅੰਤ ਹੈ। ਤੇਰੇ ਭਗਤ ਸਲਾਹਣ ਤੁਝੀ। ਤੇਰੇ ਭਗਤ ਤੈਨੂੰ ਸਲਾਹੁੰਦੇ ਆ, ਤੇਰੀਆਂ ਸਿਫਤਾਂ ਕਰਦੇ ਆ, ਤੇਰੀ ਸਿਫਤ ਸਲਾਹ ਕਰਦੇ। ਹਰ ਅਨਕ ਅਨੇਕ ਅਨੰਤ। ਕਿੰਨੇ ਹੀ ਅਨੇਕਾਂ ਹੀ ਤੈਨੂੰ ਸਲਾਹੁੰਦੇ ਆ, ਤੇਰੀ ਵਡਿਆਈ ਕਰਦੇ। ਤੇਰੀ ਅਨਕ ਕਰੇ ਹਰ ਪੂਜਾ ਜੀ। ਅਨੇਕਾਂ ਹੀ ਤੇਰੀ ਪੂਜਾ ਕਰਦੇ ਆ। ਤਪ ਤਾਪੈ ਜਪੈ ਬੇਅੰਤ। ਤਪ ਤਾਪਦੇ ਆ ਔਰ ਤੈਨੂੰ ਜਪਦੇ। ਗੁਰਬਾਣੀ ਦਾ ਤਪ ਸਾਧ ਸੰਗਤ ਜੀਓ ਉਹ ਨਹੀਂ ਹੈ ਜਿਹੜਾ ਸੰਸਾਰ ਵਿੱਚ ਚੱਲਦਾ। ਇਹ ਕਈ ਦਫਾ ਇਹ ਸ਼ਬਦ ਆਉਂਦੇ ਆ ਇਸ ਤਰ੍ਹਾਂ, ਪਰ ਉੱਥੇ ਉਹਨਾਂ ਦਾ ਮਤਲਬ ਸਮਝਣਾ ਹੁੰਦਾ ਗੁਰਮਤਿ ਅਨੁਸਾਰ। ਗੁਰ ਕੀ ਸੇਵਾ ਇਹ ਤਪ ਪ੍ਰਵਾਨ। ਕਿਹੜਾ ਤਪ ਹੈ ਗੁਰਬਾਣੀ 'ਚ ਜਾਂ ਗੁਰਮਤਿ ਵਿੱਚ? ਗੁਰੂ ਕੀ ਸੇਵਾ। ਸੇਵਾ ਦਾ ਫਿਰ ਗਹਿਰਾ ਅਰਥ ਜਿਵੇਂ ਪਹਿਲਾਂ ਆਪਾਂ ਉੱਪਰ ਵਿਚਾਰਿਆ। ਤੇਰੇ ਅਨੇਕ ਪੜ੍ਹੈ ਬਹੁਤ ਸਿਮਰਤ ਸ਼ਾਸਤਰ ਜੀ ਕਰ ਕਿਰਿਆ ਖਟ ਕਰਮ ਕਰੰਤਾ। ਜਿਹੜੇ ਸਿਮਰਤੀਆਂ ਸ਼ਾਸਤਰਾਂ ਦੀਆਂ ਵਿਚਾਰਾਂ ਕਰਦੇ, ਪੜ੍ਹਦੇ ਆ ਉਹਨਾਂ ਨੂੰ, ਖਟ ਕਰਮ 6 ਕਰਮ ਵੀ ਕਰਦੇ, ਉਹ ਵੀ ਤੇਰੇ ਹੀ ਹੈ। ਉੱਧਰ ਵੀ ਤੂੰ ਹੀ ਹੈ, ਤੇਰੇ ਤੋਂ ਬਾਹਰ ਕੁਛ ਨਹੀਂ ਹੈ। ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇਂ ਮੇਰੇ ਹਰਿ ਭਗਵੰਤ। ਕਰਦੇ ਤੈਨੂੰ ਸਾਰੇ ਹੀ ਹੈ, ਧਿਆਉਂਦੇ ਸਾਰੇ ਹੀ ਹੈ, ਪਰ ਜਿਹੜੇ ਤੈਨੂੰ ਪ੍ਰਵਾਨ ਹੈ, ਜਿਹੜੇ ਤੈਨੂੰ ਭਾ ਜਾਂਦੇ ਆ, ਪ੍ਰਵਾਨ ਉਹੀ ਹੋਣਾ। ਜੋ ਭਾਵੇਂ ਮੇਰੇ ਹਰਿ ਭਗਵੰਤ। ਜਿਹੜੇ ਮੇਰੇ ਹਰੀ ਭਗਵੰਤ ਨੂੰ, ਵਾਹਿਗੁਰੂ ਜੀ ਨੂੰ ਭਾ ਜਾਂਦੇ ਆ, ਪ੍ਰਵਾਨ ਉਹੀ ਹੈ, ਕਰਦੇ ਸਾਰੇ ਹੀ ਹੈ, ਸਾਰਿਆਂ ਦੇ ਵਿੱਚ ਉਹੀ ਹੈ। ਇਹ ਗੱਲ ਫਿਰ ਅੱਗੇ ਚੱਲ ਕੇ ਬਾਰ-ਬਾਰ ਗੁਰਬਾਣੀ 'ਚ ਆਉਂਦੀ ਹੈ ਵੀ ਜਿਹੜਾ ਸੰਸਾਰਕ ਤਪ ਜਪ ਹੈ ਉਹ ਜਾਂ ਖਟ ਕਰਮ ਹੈ, ਉਹਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ, ਭਾਵੇਂ ਕਿ ਉੱਧਰ ਵੀ ਉਹੀ ਹੈ। ਦੋਹਾਂ ਸਿਰਿਆਂ ਵਿੱਚ ਆਪੇ ਆਪ ਹੈ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵੱਡਾ ਅਵਰ ਨਾ ਕੋਈ। ਤੂੰ ਆਦਿ ਪੁਰਖ ਹੈ, ਅਪਰੰਪਰ ਹੈ, ਤੇਰੇ ਵਰਗਾ ਹੋਰ ਕੋਈ ਨਹੀਂ ਹੈ। ਤੂੰ ਸਭ ਤੋਂ ਉੱਚਾ, ਉੱਚੇ ਤੇ ਉੱਚਾ ਭਗਵਾਨ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ। ਤੂੰ ਨਿਸ਼ਚਲ ਕਰਤਾ ਸੋਈ। ਜੁਗਾਂ ਜੁਗਾਂ ਤੂੰ ਸਦਾ ਇੱਕੋ ਹੀ ਹੈ। ਭਾਵੇਂ ਸਾਡੇ ਦੂਜੇ ਧਾਰਮਿਕ ਭਰਾ ਹੈ ਜਿਹੜੇ ਕਿਸੇ ਧਾਰਮਿਕ ਫਿਰਕੇ ਦੇ ਭਰਾ, ਉਹ 3 ਜਗ੍ਹਾ ਉਹਦੀ ਸ਼ਕਤੀ ਨੂੰ ਵੰਡਿਆ ਹੋਇਆ ਦਿਖਾਉਂਦੇ ਆ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਪਰ ਗੁਰਮਤਿ ਦਾ ਖਿਆਲ ਇਹ ਹੈ ਵੀ ਤੂੰ ਹੀ ਹੈ, ਇਕੱਲਾ ਤੂੰ ਹੀ ਸਭ ਨੂੰ ਪਾਲਦਾ ਹੈ, ਪੈਦਾ ਕਰਦਾ ਔਰ ਭੰਡਾਰੇ ਦਿੰਦਾ, ਮਾਰਦਾ ਵੀ ਤੂੰ ਹੀ, ਤੂੰ ਹੀ ਸਦਾ ਤੋਂ ਹੈ, ਬਾਕੀ ਸਭ ਕਾਲ ਦੇ ਵਿੱਚ ਹੈ। ਬ੍ਰਹਮਾ ਵਿਸ਼ਨੂੰ ਮਹੇਸ਼ ਇਹਨਾਂ ਬਾਰੇ ਵੀ ਗੁਰਬਾਣੀ 'ਚ ਬਹੁਤ ਜਗ੍ਹਾ ਲਿਖਿਆ ਹੁੰਦਾ ਵੀ ਇਹ ਕਾਲ ਦੇ ਅੰਦਰ ਹੈ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵਜੂ ਅਵਤਰਾ। ਸਦਾ ਸਦਾ ਤੋਂ ਤੂੰ ਇੱਕੋ ਹੀ ਇੱਕ ਹੈ, ਜੁਗਾਂ ਜੁਗਾਂ ਤੋਂ ਤੂੰ ਹੀ ਹੈ ਵੀ ਔਰ ਰਹੇਗਾ ਵੀ ਤੂੰ ਹੀ। ਤੂੰ ਨਿਸ਼ਚਲ ਕਰਤਾ ਸੋਈ। ਇੱਕ ਨਿਸ਼ਚਲ ਸਟੇਸ਼ਨਰੀ ਤੂੰ ਹੀ ਹੈ, ਬਾਕੀ ਸਾਰੀ ਦੁਨੀਆ ਆਵਣ ਜਾਵਣੀ ਹੈ, ਚਲਾਏਮਾਨ ਹੈ। ਤੁਧ ਆਪੇ ਭਾਵੈ ਸੋਈ ਵਰਤੈ ਜੀ। ਤੂੰ ਆਪੇ ਕਰੈ ਸੋਈ। ਜੋ ਤੈਨੂੰ ਭਾਉਂਦਾ ਹੈ ਉਹੀ ਵਰਤਦਾ ਹੈ, ਜੋ ਤੂੰ ਕਰਦਾ ਹੈ ਉਹੀ ਹੁੰਦਾ ਹੈ। ਤੁਧ ਆਪੇ ਸ੍ਰਿਸ਼ਟ ਸਭ ਪਾਈ ਜੀ। ਤੁਧ ਆਪੇ ਸਿਰਜ ਸਭ ਗੋਈ। ਸਾਰੀ ਸ੍ਰਿਸ਼ਟੀ ਤੈਂ ਆਪ ਪਾਈ ਹੈ। ਇਹ ਖਿਆਲ ਦਾ ਖੰਡਨ ਕਰਿਆ ਜਿਹੜਾ ਬ੍ਰਹਮਾ ਜੀ ਨਾਲ ਜੋੜਿਆ ਜਾਂਦਾ ਖਿਆਲ। ਜਿੱਥੇ ਮਿਥਿਆਸ ਦਾ ਜ਼ਿਕਰ ਆਉਂਦਾ ਹੈ ਗੁਰਬਾਣੀ 'ਚ, ਸਾਧ ਸੰਗਤ ਜੀ ਉਹ ਗੁਰਮਤਿ ਦੀ ਪ੍ਰੋੜਤਾ ਕਰਨ ਖਾਤਰ ਆਉਂਦਾ, ਨਾ ਕਿ ਉਹ ਮੰਨਣ ਖਾਤਰ ਆਉਂਦਾ। ਇੱਥੇ ਇੱਕ ਥੋੜ੍ਹੀ ਜਿਹੀ ਵਿਚਾਰ ਆਪ ਜੀ ਨਾਲ ਹੋਰ ਸਾਂਝ ਪਾਵਾਂ, ਜੇ ਮਨ ਵਿੱਚ ਆ ਜੇ, ਪਕੜ ਬਣ ਜੇ ਤਾਂ। ਗੁਰਬਾਣੀ ਔਰ ਗੁਰਮਤਿ ਇਹ ਇੱਕ ਵੀ ਹੈ, ਦੋ ਵੀ ਹੈ। ਗੁਰਬਾਣੀ ਪਹਿਲੀ ਸਟੇਜ ਹੈ, ਗੁਰਮਤਿ ਸਰਵ ਉੱਤਮ ਸਟੇਜ ਹੈ। ਇਹ ਸਮਝਣ ਵਾਲੀ ਗੱਲ ਹੈ। ਵੈਸੇ ਤਾਂ ਗੁਰਬਾਣੀ ਸਭ ਨਾਦ ਵੇਦ ਗੁਰਬਾਣੀ ਮਨ ਰਾਤਾ ਸਾਰੰਗ ਪਾਣੀ ਦਾ ਜ਼ਿਕਰ ਵੀ ਆਉਂਦਾ ਗੁਰਬਾਣੀ 'ਚ। ਗੁਰਮਤਿ ਜਿਹੜੀ ਹੈ, ਗੁਰੂ ਸਾਹਿਬਾਨਾਂ ਨੇ, ਭਗਤ ਸਾਹਿਬਾਨਾਂ ਨੇ ਜਿਹੜਾ ਸਾਨੂੰ ਜ਼ਿੰਦਗੀ ਜਿਉਂ ਕੇ ਦਿਖਾਇਆ ਹੈ, ਉਹਦਾ ਅੰਤਰ ਹੈ। ਕਿਵੇਂ? ਗੁਰਬਾਣੀ ਜਿਹੜਾ ਸਾਨੂੰ ਉਪਦੇਸ਼ ਕਰਦੀ ਹੈ, ਉਹਦੇ ਵਿੱਚ ਸਮਾਜਿਕ ਤਾਣਾ ਬਾਣਾ, ਸਮਾਜਿਕ ਗਿਆਨ, ਵਿਗਿਆਨ, ਮਿਥਿਆਸ, ਇਹ ਸਭ ਚੀਜ਼ਾਂ ਹੈਗੀਆਂ ਨੇ।
ਲੇਕਿਨ ਗੁਰਮਤਿ ਵਿੱਚ ਇਹ ਨਹੀਂ ਹੈ। ਇਹ ਗੱਲ ਸੋਚਣ ਵਾਲੀ ਹੈ, ਧਿਆਨ ਦੇਣ ਵਾਲੀ ਹੈ। ਮਨ ਦੀ ਗੁਰਬਾਣੀ ਵੀ ਨਹੀਂ ਹੈ, ਲੇਕਿਨ ਉਹ ਹਵਾਲੇ ਹੈ, ਦ੍ਰਿਸ਼ਟਾਂਤ ਹੈ ਮਿਥਿਆਸ ਦੇ, ਤਾਂ ਕਿ ਆਪਣੀ ਗੱਲ ਨੂੰ ਪੱਕਾ ਕਰਿਆ ਜਾ ਸਕੇ। ਗੁਰਮਤਿ ਦੀ ਵਡਿਆਈ ਕਰਨ ਖਾਤਰ ਹੀ ਇਹ ਦ੍ਰਿਸ਼ਟਾਂਤ ਦਿੱਤੇ ਹੋਏ। ਹੁਣ ਜੇ ਕੋਈ ਕਹੇ ਵੀ ਗੁਰਬਾਣੀ 'ਚ ਇਹ ਚੀਜ਼ਾਂ ਆਉਂਦੀਆਂ ਅਸੀਂ ਤਾਂ ਮੰਨਣੀਆਂ ਹੈ, ਤਾਂ ਸਾਡੀ ਖਾਮ ਖਿਆਲੀ ਹੈ। ਗੁਰੂ ਸਾਹਿਬਾਨਾਂ ਨੇ ਨਹੀਂ ਇਹ ਮੰਨੀਆਂ। ਗੁਰਮਤਿ ਵਿੱਚ ਹੈ ਨਹੀਂ ਇਹ, ਗੁਰਬਾਣੀ 'ਚ ਹੈ, ਪਰ ਉਹ ਵੀ ਕਿਸੇ ਤਰੀਕੇ ਤੋਂ ਮੰਨਣ ਵਾਸਤੇ ਹੈ, ਨਾ ਕਿ ਜਿਵੇਂ ਦਿੱਤੀਆਂ ਹੋਈਆਂ ਉਸ ਤਰ੍ਹਾਂ ਮੰਨਣਾ ਮਿਥਿਆਸ ਨੂੰ ਆਪਾਂ ਨੂੰ। ਇਹ ਇਸ ਗੱਲ ਪਿੱਛੇ ਹੀ ਸਿੱਖ ਜਗਤ ਵਿੱਚ ਕਾਫੀ ਝਗੜਾ ਪੈਂਦਾ ਰਹਿੰਦਾ। ਕਈ ਤਾਂ ਇਹੋ ਜਿਹੇ ਵੀ ਹੈ ਜਿਹੜੇ ਕਹਿੰਦੇ ਜੀ ਗੁਰਬਾਣੀ 'ਚ ਦਿਖਾਓ, ਅਸੀਂ ਤਾਂ ਉਹ ਮੰਨਣੀ ਹੈ, ਗੁਰਮਤਿ ਨੂੰ ਅਸੀਂ ਨਹੀਂ ਮੰਨਦੇ। ਔਰ ਇਨਕਾਰੀ ਹੈ ਅੰਮ੍ਰਿਤ ਛਕਣ ਤੋਂ ਖੰਡੇ ਬਾਟੇ ਦਾ, ਦੀ ਪਹੁਲ ਲੈਣ ਤੋਂ ਵੀ, ਕਹਿੰਦੇ ਗੁਰਬਾਣੀ 'ਚ ਨਹੀਂ ਹੈ। ਇਸ ਤਰ੍ਹਾਂ ਦੀਆਂ ਦਲੀਲਾਂ ਦਾਸ ਨਾਲ ਵੀ ਕਈ ਜਗ੍ਹਾ ਹੋਈਆਂ। ਉਹ ਭਾਈ ਗੁਰਬਾਣੀ ਜਿਹੜੀ ਹੈ ਉਹ ਪਹਿਲੀ ਅਵਸਥਾ ਹੈ। ਗੁਰਬਾਣੀ ਦੇ ਵਿੱਚੋਂ ਹੀ ਗੁਰਮਤਿ ਪੈਦਾ ਹੋਈ ਹੈ, ਨਿਕਲਦੀ ਹੈ। ਉਹ ਗੁਰਮਤਿ ਦਾ ਸਾਨੂੰ ਸੋਝੀ ਨਹੀਂ ਹੈ। ਅਸੀਂ ਗੁਰਬਾਣੀ ਨੂੰ ਸਮਝ ਨਹੀਂ ਸਕਦੇ, ਬਿਹਾਈਂਡ ਦਾ ਲਾਈਨ ਗੁਰਬਾਣੀ ਕਿਆ ਕਹਿੰਦੀ ਹੈ। ਉਹ ਗੁਰੂ ਸਾਹਿਬਾਨਾਂ ਨੇ ਸਾਨੂੰ ਕਰਕੇ ਦਿਖਾਈ ਹੈ, ਭਗਤ ਸਾਹਿਬਾਨਾਂ ਨੇ ਕਰਕੇ ਦਿਖਾਈ ਹੈ, ਉਹਨੂੰ ਆਪਾਂ ਨੇ ਅਨੁਸਰਨ ਕਰਨਾ। ਜੇ ਦਸਮੇਸ਼ ਜੀ ਦਾ ਹੁਕਮ ਹੈ ਵੀ ਖੰਡੇ ਬਾਟੇ ਦੀ ਪਹੁਲ ਲਓ, ਗੁਰਬਾਣੀ 'ਚ ਭਾਵੇਂ ਨਹੀਂ ਵੀ ਹੈ, ਤਾਂ ਗੁਰਮਤਿ ਕਰਕੇ ਅਸੀਂ ਮੰਨਣੀ ਹੋ। ਵਾਹਿਗੁਰੂ। ਹੁਣ ਦੇਖੋ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੈ, ਇਹ ਗੁਰਮਤਿ ਵਿੱਚ ਆਉਂਦੀ ਹੈ, ਗੁਰਬਾਣੀ ਵਿੱਚ ਤਾਂ ਕਿਤੇ ਨਹੀਂ ਹੈ ਜ਼ਿਕਰ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਾਂ ਕੋਈ ਜ਼ਿਕਰ ਨਹੀਂ ਹੈ, ਤਾਂ ਕਿ ਫਿਰ ਆਪਾਂ ਨੇ ਮੰਨਣਾ ਨਹੀਂ ਉਹ ਇਤਿਹਾਸ। ਗੁਰਮਤਿ ਦਾ ਜਿਹੜਾ ਜ਼ਿੰਦਗੀ ਜਿਉਣ ਦਾ ਢੰਗ ਹੈ ਗੁਰਬਾਣੀ ਦਾ, ਉਹ ਗੁਰਮਤਿ ਹੈ। ਗੁਰਮਤਿ ਉੱਪਰਲੀ ਅਵਸਥਾ ਹੈ। ਗੁਰਬਾਣੀ ਸਾਨੂੰ ਜੋ ਸਮਝਾਉਂਦੀ ਹੈ, ਗੁਰਬਾਣੀ 'ਚੋਂ ਜਿਹੜੀ ਚੀਜ਼ ਪੈਦਾ ਹੁੰਦੀ ਹੈ ਉਹ ਉੱਪਰ ਹੈ। ਜਿਵੇਂ ਨਾਮ ਹੈ, ਗੁਰਬਾਣੀ ਤੋਂ ਪੈਦਾ ਹੁੰਦਾ ਹੈ। ਸਾਡਾ ਜਿਹੜਾ ਅਲਟੀਮੇਟ ਆਬਜੈਕਟ ਹੈ ਉਹ ਨਾਮ ਦੀ ਪ੍ਰਾਪਤੀ ਹੈ। ਇਹ ਗੱਲ ਜੁਦੀ ਹੈ ਵੀ ਦੋਨੋਂ ਉਤਪੋਤ ਹੈ, ਗੁਰਬਾਣੀ ਵੀ ਰਤਨ ਹੈ, ਨਾਮ ਵੀ ਰਤਨ ਹੈ। ਨਾਮ 'ਚੋਂ ਹੀ ਗੁਰਬਾਣੀ ਪੈਦਾ ਹੋਈ ਹੈ, ਆਈ ਹੋਈ ਹੈ ਗੁਰੂ ਸਾਹਿਬਾਨ ਦੇ ਧੁਰ ਤੋਂ, ਅੰਦਰ ਤੋਂ। ਔਰ ਗੁਰਬਾਣੀ ਤੋਂ ਹੀ ਫਿਰ ਸਾਨੂੰ ਪਰਮਾਤਮਾ ਦੇ ਨਾਲ ਮੇਲ ਬਣਦਾ। ਗੁਰਬਾਣੀ ਅਗਰ ਕਿਰਪਾ ਕਰ ਦੇਵੇ ਗੁਰੂ ਦੇ ਰੂਪ 'ਚ, ਤਾਂ ਸਾਡਾ ਮੇਲ ਹੁੰਦਾ, ਨਾਮ ਪੈਦਾ ਹੋ ਜਾਂਦਾ। ਇਹ ਸਮਝਣ ਜੈਸੀਆਂ ਬਾਤਾਂ। ਸੋ ਗੁਰਮਤਿ ਨੂੰ ਨਕਾਰ ਦੇਣਾ, ਸਿਰਫ ਗੁਰਬਾਣੀ ਦਾ ਹਵਾਲਾ ਦੇ ਕੇ, ਉਹ ਵੀ ਸਾਡੀ ਨਾ ਸਮਝੀ ਕਰਕੇ, ਉਹ ਸਹੀ ਬਾਤ ਨਹੀਂ ਹੈ। ਇਸ ਤਰ੍ਹਾਂ ਵੀ ਦਾਸ ਦੇ ਨਾਲ ਵਿਚਾਰਾਂ ਕਰੀਆਂ, ਬਹਿਸ ਕਰੀ, ਬਲਕਿ ਇੱਕ ਦੋ ਬੰਦਿਆਂ ਨੇ ਵੀ ਜੀ ਕੇਸ ਰੱਖਣ ਦਾ ਕਿਆ ਮਹੱਤਵ ਹੈ। ਕਬੀਰ ਜੀ ਦੀ ਬਾਣੀ ਦਾ ਹਵਾਲਾ ਵੀ ਦੇ ਦਿੱਤਾ, ਚਾਹੇ ਲਾਂਬੇ ਕੇਸ ਕਰ, ਚਾਹੇ ਘਰੜ ਮੰਡਾਏ। ਇਹ ਖਾਮ ਖਿਆਲੀ ਹੈ ਬੰਦੇ ਦੀ। ਹਉਮੈ ਦੇ ਵਿੱਚੋਂ ਪੈਦਾ ਹੁੰਦੀ ਹੈ ਵੀ ਮੈਂ ਕੇਸ ਕੱਟ ਕੇ ਜਾਂ ਦਾੜੀ ਮੁੰਨ ਕੇ ਬਹੁਤ ਵਧੀਆ ਲੱਗਦਾ, ਆਪਣੇ ਆਪ ਨੂੰ ਸੁੰਦਰ ਲਾਉਣ ਦਾ, ਦਸਾਉਣ ਦਾ ਇੱਕ ਯਤਨ ਹੁੰਦਾ। ਇਹ ਹਉਮੈ ਕਰਕੇ ਸਾਰੇ। ਮੇਨ ਜਿਹੜਾ ਗੁਰਬਾਣੀ ਦਾ ਪਲੈਂਕ ਹੈ ਉਹ ਹਉਮੈ ਦਾ ਨਾਸ਼ ਹੈ। ਜਦ ਉਹੀ ਨਾਸ਼ ਨਹੀਂ ਹੋਈ, ਫਿਰ ਅਸੀਂ ਗੁਰਬਾਣੀ ਨੂੰ ਇੰਟਰਪ੍ਰੈਟ ਵੀ ਆਪਣੇ ਤਰ੍ਹਾਂ ਕਰਦੇ ਹਾਂ ਹਉਮੈ ਦੇ ਵਿੱਚ। ਉੱਥੇ ਕਬੀਰ ਜੀ ਦਾ ਇਹ ਮਕਸਦ ਹੈ ਹੀ ਨਹੀਂ। ਉਹ ਕਹਿ ਰਹੇ ਆ ਵੀ ਜਿਹੜੇ ਜਟਾਂ ਧਾਰੀ ਹੈ, ਬਰੋਟੇ ਦਾ ਦੁੱਧ ਲਗਾ ਕੇ ਜਟਾਂ ਬਣਾਉਂਦੇ ਆ, ਨਾ ਤਾਂ ਉਹ ਕਾਮਯਾਬ ਹੈ, ਉਹ ਸਫਲ ਹੈ, ਤੇ ਨਾ ਹੀ ਘਰੜ ਮਨਾਉਣੇ ਵਾਲੇ ਸਫਲ। ਭਾਈ ਜਿਹੜਾ ਕੇਸ ਰੱਖਣੇ ਇਹ ਸਹਿਜਤਾ ਵਿੱਚ, ਇਹ ਗੁਰੂ ਨੇ ਨਹੀਂ ਲਾਏ, ਪਰਮਾਤਮਾ ਨੇ ਦਿੱਤੇ ਹੋਏ ਸਾਨੂੰ। ਮਾਂ ਦੇ ਪੇਟ ਵਿੱਚ ਵੀ ਹੁੰਨੇ ਕੇਸ ਛੋਟੇ ਛੋਟੇ ਸਿਰ ਦੇ ਉੱਪਰ। ਤੋ ਇਹ ਪਰਮਾਤਮਾ ਵੱਲੋਂ ਸਾਨੂੰ ਹੁਕਮ ਹੈ। ਜੇ ਅਸੀਂ ਪਹਿਲਾਂ ਹੀ ਹੁਕਮ ਨਹੀਂ ਉਹਦਾ ਮੰਨ ਸਕਦੇ, ਫਿਰ ਅਸੀਂ ਕਿੱਥੇ ਖੜੇ। ਆਪਣੇ ਆਪ ਨੂੰ ਚਾਹੇ ਜੋ ਮਰਜ਼ੀ ਕਹੀ ਜਾਈਏ ਵੀ ਅਸੀਂ ਤਾਂ ਪੱਕੇ ਗੁਰਸਿੱਖ ਹਾਂ ਜੀ, ਵੀ ਸਿੱਖੀ 'ਚ ਕਿੱਥੇ ਅੰਮ੍ਰਿਤ ਛਕਣਾ, ਇਹ ਜਿਹੀਆਂ ਗੱਲਾਂ ਕਰਦੇ ਆ ਲੋਕ, ਨੈੱਟ ਪਰ ਵੀ ਕਰਦੇ ਆ। ਸੋ ਚਲੋ ਉਹਨਾਂ ਨੂੰ ਮੁਬਾਰਕ, ਗੁਰੂ ਮਹਾਰਾਜ ਨੇ ਜਿੱਥੇ ਰੱਖਿਆ ਵਾ ਕੋਈ ਉਹ ਹੈ, ਬਾਕੀ ਕਦੇ ਨਾ ਕਦੇ ਸਮਝ ਵੀ ਦੇ ਦਿੰਦਾ ਉਹਨਾਂ ਨੂੰ। ਤੁਧ ਆਪੇ ਸਿਰਜ ਸਭ ਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਸਭ ਤੂੰ ਹੀ ਪਾਉਣਾ, ਪੈਦਾ ਕਰਦਾ ਹੈ, ਔਰ ਤੂੰ ਹੀ ਉਹਨੂੰ ਨਾਸ਼ ਕਰਦਾ, ਗੋਈ ਨਾਸ਼ ਕਰਨਾ। ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋ। ਗੁਰੂ ਨਾਨਕ ਸਾਹਿਬ ਉਸ ਕਰਤੇ ਦੇ ਗੁਣਾਂ ਦੀ ਗੱਲ ਕਰ ਰਹੇ ਕਿ ਮੈਂ ਤਾਂ ਉਹਦੇ ਗੁਣ ਗਾਉਣਾ ਜਿਹੜਾ ਸਾਰਿਆਂ ਨੂੰ ਜਾਣਦਾ ਹੈ, ਸਭ ਦੇ ਹਿਰਦਿਆਂ ਦੀ ਘਟ ਘਟ ਕੀ ਜਾਣਦਾ ਉਹ। ਮੈਂ ਤਾਂ ਉਹਦੇ ਗੁਣ ਗਾਉਣਾ, ਨਾ ਕਿ ਮੈਂ ਕਿਸੇ ਹੋਰ ਸ਼ਕਤੀ ਦੇ, ਜਿਹੜੀਆਂ ਪੈਰਲਲ ਸ਼ਕਤੀਆਂ ਬਣਾਈਆਂ ਗਈਆਂ ਪਰਮਾਤਮਾ ਦੇ ਬਰਾਬਰ, ਮੈਂ ਉਹਨਾਂ ਕਿਸੇ ਨੂੰ ਨਹੀਂ ਧਿਆਉਂਦਾ, ਮੈਂ ਸਿਰਫ ਤੈਨੂੰ ਧਿਆਉਂਦਾ। ਆਸਾ ਮਹਿਲਾ ਚੌਥਾ।
ਤੂੰ ਕਰਤਾ ਸਚਿਆਰ ਮਹਿੰਡਾ ਸਾਈਂ। ਇਹ ਵਾਹਿਗੁਰੂ ਜੀਓ, ਤੂੰ ਸੱਚਾ ਹੈ, ਕਰਨ ਵਾਲਾ ਹੈ, ਕਰਨ ਕਾਰਨ ਹੈ, ਮੇਰਾ ਸਾਈਂ ਹੈ। ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹੋਂ ਪਾਈ। ਰਹੋ, ਜੋ ਤੈਨੂੰ ਭਾਉਂਦਾ ਹੈ ਉਹੀ ਹੁੰਦਾ ਹੈ, ਜੋ ਤੂੰ ਦਿੰਦਾ ਹੈ ਉਹੀ ਮੈਂ ਪਾਉਂਦਾ। ਮੇਰਾ ਆਪਣਾ ਕੋਈ ਜ਼ੋਰ ਨਹੀਂ। ਸਭ ਤੇਰੀ ਤੂੰ ਸਭ ਨੇ ਧਿਆਇਆ, ਜਿਸਨੋਂ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ। ਸਭ ਤੇਰੇ ਹੈ, ਸਾਰੇ ਤੈਨੂੰ ਧਿਆਉਂਦੇ ਕਿਸੇ ਨਾ ਕਿਸੇ ਰੂਪ 'ਚ, ਚਾਹੇ ਸੁਤੇ ਸਿੱਧ ਧਿਆਉਂਦੇ ਹੋਵੇਂ। ਜਿਸਨੋਂ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ। ਜਿਹਦੇ ਉੱਤੇ ਕਿਰਪਾ ਕਰ ਦਿੰਦਾ ਉਹ ਨਾਮ ਦੀ ਪ੍ਰਾਪਤੀ ਕਰ ਲੈਂਦਾ। ਧਿਆਉਂਦੇ ਸਾਰੇ ਹੀ ਤੈਨੂੰ ਹੈ, ਸਾਰਿਆਂ ਦੇ ਵਿੱਚ ਤੂੰ ਹੀ ਹੈ। ਇੱਕ ਹਿੰਦੂ 'ਚ ਵੀ ਤੂੰ ਹੀ ਹੈ, ਸਿੱਖ 'ਚ ਵੀ ਤੂੰ ਹੀ ਹੈ, ਕ੍ਰਿਸਚਨ ਵਿੱਚ ਵੀ ਤੂੰ ਹੀ ਹੈ, ਮੁਹੰਮਦਨ ਭਰਾਵਾਂ ਵਿੱਚ ਵੀ ਤੂੰ ਹੀ ਹੈ। ਤੇਰੇ ਤੋਂ ਬਾਹਰ ਕੋਈ ਨਹੀਂ ਹੈ। ਪਰ ਪਵਿੱਤਰ ਉਹ ਹੈ ਜਿਹਨੂੰ ਤੂੰ ਨਾਮ ਬਖਸ਼ ਦਿੰਦਾ। ਚਾਹੇ ਉਹਨੂੰ ਉਹ ਅੱਲਾ ਕਹੇ, ਚਾਹੇ ਰਾਮ ਕਹੇ, ਚਾਹੇ ਵਾਹਿਗੁਰੂ ਕਹੇ, ਚਾਹੇ ਯਹੋਵਾ ਕਹੇ, ਪਰ ਜਿਹਨੂੰ ਤੂੰ ਨਾਮ ਬਖਸ਼ ਦਿੰਦਾ ਹੈ, ਨਾਮ ਹਿਰਦੇ 'ਚ ਪ੍ਰਗਟ ਹੋ ਜਾਂਦਾ, ਪਵਿੱਤਰ ਉਹ ਹੈ। ਉਹੀ ਨਾਮ ਰਤਨ ਨੂੰ ਪਾਉਂਦਾ। ਗੁਰਮੁਖ ਲਾਧਾ ਮਨਮੁਖ ਗਵਾਇਆ। ਗੁਰਮੁਖਾਂ ਨੂੰ ਇਹ ਰਤਨ ਮਿਲ ਜਾਂਦਾ ਨਾਮ ਵਾਲਾ, ਮਨਮੁਖ ਗਵਾ ਲੈਂਦੇ। ਤੁਧ ਆਪ ਵਿਛੋੜਿਆ ਆਪ ਮਿਲਾਇਆ। ਜਿਹੜੇ ਵਿਛੋੜੇ ਵਿੱਚ ਹੈ ਉਹ ਵੀ ਤੇਰੇ ਹੀ ਹੈ, ਸਾਡੇ ਵਰਗੇ ਜਿਨ੍ਹਾਂ ਨੂੰ ਤੂੰ ਮਿਲਾ ਲੈਂਦਾ ਹੈ ਮਹਾਂਪੁਰਸ਼ਾਂ ਨੂੰ, ਉਹ ਵੀ ਤੇਰੇ ਹੀ ਹੈ। ਤੂੰ ਦਰਿਆਓ ਸਭ ਤੁਧ ਹੀ ਮਾਹੇ। ਤੂੰ ਦਰਿਆ ਹੈ, ਸਭ ਤੇਰੇ ਵਿੱਚ ਹੀ ਹੈ, ਤੇਰੇ ਤੋਂ ਬਾਹਰ ਕੋਈ ਵੀ ਨਹੀਂ ਹੈ। ਤੁਧ ਬਿਨ ਦੂਜਾ ਕੋਈ ਨਾ ਹੈ ਹੀ ਨਹੀਂ ਕੋਈ ਤੇਰੇ ਵਰਗਾ ਹੋਰ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜੀ ਜੰਤ ਸਭ ਤੇਰਾ ਹੀ ਖੇਲ ਹੈ। ਵਿਜੋਗ ਔਰ ਸੰਜੋਗ ਇਹ ਦੋਹੇ ਕਾਰ ਕਰ ਰਹੇ हैं। ਸੰਜੋਗ ਵਿਜੋਗ ਦੋਹੇ ਕਾਰ ਕਮਾਵੇਂ। ਤੋ ਇਹਨਾਂ ਦੀ ਖੇਡ ਹੈ, ਇਹ ਸਭ ਤੇਰੇ ਹੁਕਮ 'ਚ ਹੋ ਰਹੀ ਹੈ। ਸੰਜੋਗ ਔਰ ਵਿਜੋਗ ਤੂੰ ਬਣਾਉਣਾ ਹੈ, ਨਾ ਕਿ ਉਹ ਐਬਸੋਲਿਊਟ ਹੈ। ਐਬਸੋਲਿਊਟ ਤੂੰ ਹੈ। ਇਹ ਵਾਹਿਗੁਰੂ ਜੀਓ, ਤੂੰ ਹੀ ਸਭ ਕੁਛ ਹੈ। ਬੰਦਾ ਕਰਮ ਕਰਦਾ ਹਉਮੈ ਦੇ ਅਧੀਨ। ਹਉਮੈ ਕਿਹਨੇ ਪਾਈ ਹੈ? ਤਹੀਂ ਪਾਈ ਹੋਈ। ਬੰਦਾ ਕਰਮ ਕਰਦਾ ਹੈ, ਕਰਮ ਕਿਹਨੇ ਬਣਾਇਆ? ਕਰਮਾਂ ਨੂੰ ਜ਼ਿੰਦਗੀ ਕੌਣ ਦਿੰਦਾ ਹੈ? ਤੂੰ ਹੀ ਦੇ ਰਿਹਾ। ਕਰਮ ਵੱਧ ਤੁਮ ਜਿਉ ਕਹਿਤ ਹੋ, ਕਰਮੈ ਕਿਨ ਜਿਉ ਦੀਨ ਰੇ। ਪੰਡਤਾਂ ਨੂੰ ਸਵਾਲ ਪੁੱਛ ਰਹੇ ਕਬੀਰ ਜੀ ਵੀ ਕਰਮ ਕਿਹਨੇ ਬਣਾਏ? ਅਲਟੀਮੇਟਲੀ ਸਭ ਤੂੰ ਹੈ। ਜਿਸਨੂੰ ਤੂੰ ਜਣਾਏ ਹੈ ਸੋਈ ਜਨ ਜਾਣਾ। ਜਿਹਨੂੰ ਤੂੰ ਜਣਾਉਣਾ ਹੈ ਉਹੀ ਜਨ ਜਾਣਦਾ, ਦੂਜਾ ਜਾਣ ਹੀ ਨਹੀਂ ਸਕਦਾ। ਹਰ ਗੁਣ ਸਦ ਹੀ ਆਕ ਬਖਾਣਾ, ਫਿਰ ਉਹ ਸਦਾ ਹੀ ਤੇਰੇ ਗੁਣ ਗਾਉਂਦਾ। ਜਿਨ ਹਰ ਸੇਵਿਆ ਤਿਨ ਸੁਖ ਪਾਇਆ। ਜਿਨ੍ਹਾਂ ਨੇ ਤੇਰੀ ਸੇਵਾ ਕਰੀ ਹੈ, ਤੈਨੂੰ ਕਮਾਇਆ ਹੈ, ਤੈਨੂੰ ਯਾਦ ਕਰਿਆ, ਤੇਰਾ ਸਿਮਰਨ ਕਰਿਆ, ਤੈਂ ਉਹਨਾਂ ਨੂੰ ਦਿੱਤਾ ਸਿਮਰਨ, ਸੁੱਖ ਆਨੰਦ ਉਹਨਾਂ ਨੂੰ ਮਿਲਦਾ। ਸਹਿਜੇ ਹੀ ਹਰ ਨਾਮ ਧਿਆਇਆ। ਉਹ ਸਹਿਜੇ ਹੀ ਹਰ ਨਾਮ ਨੂੰ ਧਿਆਉਂਦੇ ਆ, ਨਾ ਕਿ ਉਹ ਕਿਸੇ ਸਰੀਰਕ ਯਾਤਨਾਵਾਂ ਵਿੱਚ ਦੀ ਗੁਜ਼ਰਦੇ ਆ। ਹਠ ਯੋਗ ਨਹੀਂ ਕਰਦੇ ਉਹ ਸਹਿਜਯੋਗ ਰਹਿੰਦੇ ਹਮੇਸ਼ਾ। ਜੇ ਰਾਜੇ ਵੀ ਹੈ ਤਾਂ ਰਾਜਯੋਗ ਵਿੱਚ ਰਹਿੰਦੇ ਆ, ਰਾਜੇ ਜਨਕ ਵਾਂਗ। ਉਹ ਸਹਿਜ ਦੇ ਵਿੱਚ ਰਸਤਾ ਜਿਹੜਾ ਸਹਿਜ ਦਾ ਉਹ ਅਪਣਾਉਂਦੇ, ਨਾ ਕਿ ਸਰੀਰ ਨੂੰ ਕੋਈ ਕਠਿਨਾਈ ਕਰਨ ਵਾਲਾ ਜਾਂ ਸਵਾਸਾਂ ਦੀ ਗਤੀ ਨੂੰ ਰੋਕ ਕੇ ਸਵਾਸਾਂ ਨੂੰ ਪ੍ਰਭਾਵਿਤ ਕਰਨਾ, ਉਹ ਵੀ ਰਸਤਾ ਨਹੀਂ ਹੈ। ਸਹਿਜ ਦੇ ਵਿੱਚ ਸਵਾਸ ਜਪਣਾ ਹੈ, ਲੇਕਿਨ ਸਵਾਸਾਂ ਦੀ ਗਤੀ ਨੂੰ ਪ੍ਰਭਾਵਿਤ ਨਹੀਂ ਕਰਨਾ ਹੈ। ਵਿਪਾਸਨਾ ਕਰਨੀ ਹੈ, ਸਵਾਸਾਂ ਦੀ ਗਿਣਤੀ ਨਹੀਂ ਕਰਨੀ ਵੀ ਅੰਦਰ ਨੂੰ ਜਾਂਦਾ ਕੁਛ ਹੋਰ ਬੋਲਿਆ, ਬਾਹਰ ਨੂੰ ਨਿਕਲਦੇ ਕੁਛ ਹੋਰ ਹੈ। ਇਹ ਨਹੀਂ ਹੈ ਗੁਰਮਤਿ ਦਾ ਖਿਆਲ। ਇਹ ਸਹਿਜਤਾ ਰਹਿੰਦੀ ਉਹ ਨਹੀਂ ਹੈ। ਸਹਿਜਤਾ ਵਿੱਚ ਹੈ ਸਤਿਨਾਮ ਵਾਹਿਗੁਰੂ, ਧਿਆਨ ਵਿੱਚ ਰੱਖਣਾ। ਤੁਧ ਬਿਨ ਦੂਜਾ ਅਵਰ ਨਾ ਕੋਈ। ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਤੂੰ ਹੀ ਕਰ ਕਰਕੇ ਸਭ ਕੁਝ ਦੇਖਦਾ ਹੈ, ਜਾਣਦਾ ਹੈ। ਔਰ ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਕਹਿ ਰਹੇ ਹੈ ਵੀ ਤੂੰ ਗੁਰੂ ਦੇ ਰਾਹੀਂ, ਗੁਰਮੁਖਾਂ ਦੇ ਰਾਹੀਂ ਪ੍ਰਗਟ ਹੋਣਾ, ਸੰਤਾਂ ਦੇ ਰਾਹੀਂ ਪ੍ਰਗਟ ਹੋਣਾ ਹੈ ਤੂੰ। ਕਿਉਂਕਿ ਸੰਤ ਤੁਝੀ ਤਨ ਸੰਗਤ ਪ੍ਰਾਨ। ਸੰਗਤ ਦੇ ਵਿੱਚ ਹੀ ਸੰਤ ਵਿਚਰਦਾ। ਸੰਤਾਂ ਤੋਂ ਤੇਰਾ ਪ੍ਰਗਟਾਓ ਹੁੰਦਾ ਹੈ। ਆਸਾ ਮਹੱਲਾ ਪਹਿਲਾ। ਤਿਤ ਸਰਵਰੜੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨੈ ਕੀਆ। ਉਸ ਸਰੋਵਰ 'ਚ ਸਾਡਾ ਵਾਸਾ ਹੈ, ਜਿਹਦੇ ਵਿੱਚ ਪਾਣੀ ਵੀ ਹੈ, ਅੱਗ ਵੀ ਹੈ। ਇਹ ਸੰਸਾਰ ਤੋਂ ਰੂਪ ਮਤਲਬ ਹੈ, ਜਿਹਨੂੰ ਭਵਜਲ ਕਿਹਾ ਜਾਂਦਾ ਹੈ। ਪੰਕਜ ਮੋਹ ਪੱਗ ਨਹੀਂ ਚਾਲੈ, ਹਮ ਦੇਖਾ ਤਹਿ ਡੁਬੀਅਲ।
ਪੰਕਜ ਮੋਹ ਦਾ ਚਿੱਕੜ, ਪੈਰ ਨਹੀਂ ਚੱਲਦਾ, ਪੈਰ ਚਿੱਕੜ 'ਚ ਖੁੱਭ ਜਾਂਦਾ, ਚੱਕਣਾ ਔਖਾ ਹੋ ਜਾਂਦਾ। ਮੈਂ ਦੇਖ ਰਿਹਾ ਇਸ ਚਿੱਕੜ ਦੇ ਵਿੱਚ, ਮੋਹ ਦੇ ਵਿੱਚ ਸਾਰਾ ਸੰਸਾਰ ਡੁੱਬਿਆ ਜਾ ਰਿਹਾ। ਮਨ ਏਕ ਨਾ ਚੇਤਸ ਮੂੜ ਮਨ, ਉਹ ਮੂੜ ਮਨ ਵਿੱਚ ਇੱਕ ਨੂੰ ਧਿਆ ਲੈ। ਉਹ ਮਨਾ ਤੂੰ ਇੱਕ ਨੂੰ ਕਾਹਤੇ ਨਹੀਂ ਧਿਆਉਂਦਾ, ਤੂੰ ਕਾਹਤੇ ਡੁਐਲਿਟੀ 'ਚ ਪਿਆ ਹੋਇਆ, ਇੱਧਰ ਉੱਧਰ ਫਿਰਦਾ। ਹਰ ਬਿਸਰਤ ਤੇਰੇ ਗੁਣ ਗਲਿਆ, ਜਦ ਤੂੰ ਹਰੀ ਨੂੰ ਵਿਸਾਰੀ ਬੈਠਾ, ਤੇਰੇ 'ਚ ਗੁਣ ਰਹਿੰਦਾ ਹੀ ਕੋਈ ਨਹੀਂ, ਸਭ ਗਲ ਜਾਂਦੇ ਰਹਾਓ। ਨਾ ਹੋ ਜਤੀ ਸਤੀ ਨਹੀਂ ਪੜ੍ਹਿਆ, ਮੂਰਖ ਮੁਗਦਾ ਜਨਮ ਪਿਆ। ਨਾ ਹੀ ਮੈਂ ਜਤ ਸਤ ਕਰਿਆ ਕੋਈ, ਨਾ ਹੀ ਮੈਂ ਪੜ੍ਹਿਆ ਹੋਇਆ, ਮੇਰਾ ਮੂਰਖ ਦਾ ਮੁਗਧ ਦਾ ਜਨਮ ਇਸ ਤਰ੍ਹਾਂ ਦਾ ਬਣਿਆ ਹੋਇਆ, ਮੇਰਾ ਚੱਲਣ ਇਸ ਤਰ੍ਹਾਂ ਦਾ ਬਣਿਆ ਹੋਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾ ਹੀ ਵਿਸਰਿਆ। ਸਾਧ ਸੰਗਤ ਜੀਓ, ਇਹਦਾ ਭਾਵ ਇਹ ਹੈ ਵੀ ਕੋਈ ਜਤ ਸਤ ਧਾਰਨੇ ਪੜ੍ਹਨੇ, ਇਹ ਕੋਈ ਪਰਮਾਤਮਾ ਨੂੰ ਪ੍ਰਾਪਤੀ ਦਾ ਕੋਈ ਲਾਇਸੈਂਸ ਨਹੀਂ ਹੈ ਵੀ ਇੱਕ ਪਰਮਾਤਮਾ ਮਿਲ ਜਾਂਦਾ। ਜਦੋਂ ਤੰਦੂਏ ਨੇ ਪਕੜ ਲਿਆ ਸੀ ਨਾ ਹਾਥੀ ਨੂੰ, ਗਜ ਨੂੰ, ਮਿਸਾਲ ਆਉਂਦੀ ਹੈ ਨੌਵੇਂ ਪਾਤਸ਼ਾਹ ਨੇ ਵੀ ਦਿੱਤੀ ਹੋਈ ਹੈ। ਉਦੋਂ ਫਿਰ ਉਹ ਕਿਹੜੇ ਕੋਈ ਉਹਨੇ ਕਰਮ ਧਰਮ ਨਹੀਂ ਸੀ ਕਰਿਆ ਹੋਇਆ ਕੋਈ ਵੀ, ਗਜ ਨੇ, ਨਾ ਹੀ ਉਹਦੇ 'ਚ ਕੋਈ ਗੁਣਤਾ, ਨਾ ਹੀ ਕੋਈ ਵਿੱਦਿਆ ਪੜ੍ਹੀ ਹੋਈ ਸੀ, ਉਹਦਾ ਵੀ ਆਧਾਰ ਕਰਤਾ। ਤੋ ਗੱਲ ਹੈਗੀ ਹੈ ਪਰਮਾਤਮਾ ਦੀ ਸਾਡੇ ਉੱਤੇ ਕਿਰਪਾ ਵਰਸਣ ਦੀ। ਉਹ ਪੜ੍ਹੇ ਹੋਏ ਪਰ ਵੀ ਹੋ ਸਕਦੀ, ਅਨਪੜ੍ਹ ਪਰ ਵੀ ਹੋ ਸਕਦੀ। ਜਿਹੜੇ ਜਤ ਸਤ ਕਰਦੇ ਹੈ ਉਹਨਾਂ ਪਰ ਵੀ ਹੋ ਸਕਦੀ ਹੈ, ਦੂਜਿਆਂ ਪਰ ਵੀ ਹੁੰਦੀ ਹੈ। ਪਰ ਸਾਨੂੰ ਹੁਕਮ ਇਹ ਹੈ, ਗੁਰਬਾਣੀ ਦਾ ਫਰਮਾਨ ਹੈ ਵੀ ਜਿਹੜੇ ਦੁਨਿਆਵੀ ਜਤ ਸਤ ਹੈ ਉਹ ਨਹੀਂ ਕਰਨੇ, ਗੁਰਬਾਣੀ ਵਾਲਾ ਗੁਰਮਤਿ ਵਾਲਾ ਜਤ ਸਤ ਕਰਨਾ। ਜਤੀ ਕੌਣ ਹੁੰਦਾ ਹੈ? ਜਿਹੜਾ ਬਿੰਦ ਨਹੀਂ ਝੜਨ ਦਿੰਦਾ। ਬਿੰਦ ਰਾਖੈ ਜੋ ਤਰੀਏ ਭਾਈ, ਖੁਸਰੇ ਕਿਉਂ ਨਾ ਪਰਮਗਤ ਪਾਈ। ਉੱਕਣ ਦਾ ਕੰਮ ਨਹੀਂ ਕਰਨਾ। ਜਤੀ ਬਣਨਾ ਹੈ, ਸਤੀ ਵੀ ਬਣਨਾ ਹੈ, ਇੱਕ ਪਰ ਖੜਨਾ ਹੈ। ਇਹ ਗੁਰਮਤਿ ਦਾ ਭਾਵ ਇਹਨਾਂ ਦਾ ਹੋਰ ਹੈ। ਜਿਸ ਤਰ੍ਹਾਂ ਇਹ ਸੰਸਾਰ ਦੇ ਵਿੱਚ ਚੱਲੇ ਹੋਏ ਆ ਪਹਿਲਾਂ, ਉਹਨਾਂ ਦਾ ਭਾਵ ਹੋਰ ਹੈ, ਉਸ ਤਰ੍ਹਾਂ ਨਹੀਂ ਕਰਨਾ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾ ਹੀ ਵਿਸਰਿਆ। ਗੁਰੂ ਨਾਨਕ ਸਾਹਿਬ ਪ੍ਰਣਾਮ ਕਰਦੇ ਹੈ ਉਹਨਾਂ ਨੂੰ, ਉਹਨਾਂ ਦੀ ਸ਼ਰਨ ਵਿੱਚ ਰਹਿਣਾ ਚਾਹੁੰਦੇ ਹਾਂ ਜਿਹੜੇ ਤੈਨੂੰ ਵਿਸਾਰਦੇ ਨਹੀਂ ਹੈ, ਜਿਨ੍ਹਾਂ ਨੂੰ ਤੂੰ ਵਿਸਰਦਾ ਨਹੀਂ ਹੈ, ਯਾਨੀ ਸੰਤ ਲੋਕ, ਗੁਰਸਿੱਖ ਲੋਕ। ਸਿੱਖ ਨਹੀਂ, ਗੁਰਸਿੱਖ ਲੋਕ। ਸਿੱਖ ਤੋਂ ਗੁਰਸਿੱਖ ਦੀ ਅਵਸਥਾ ਦਾ ਬਹੁਤ ਅੰਤਰ ਹੁੰਦਾ। ਆਸਾ ਮਹਿਲਾ ਪੰਜਵਾਂ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀਏ ਤੇਰੀ ਵਰੀਆ। ਇਹ ਜਿਹੜਾ ਮਨੁੱਖਾ ਜਨਮ ਹੈ ਇਹ ਦੇਹੀ ਹੈ, ਇਹ ਸਾਨੂੰ ਮਿਲੀ ਇਸ ਕਰਕੇ ਹੈ ਵੀ ਇਹਦੇ ਵਿੱਚ ਤੈਨੂੰ ਮਿਲਿਆ ਜਾ ਸਕਦਾ। ਦੇਵਤਿਆਂ ਨੂੰ ਵੀ ਸੁਭਾਗ ਨਹੀਂ ਹੈ ਵੀ ਤੇਰੇ ਨਾਲ ਮਿਲ ਜਾਣ। ਇਸ ਦੇਹੀ ਕੋ ਸਿਮਰੈ ਦੇਵ। ਦੇਵਤੇ ਵੀ ਕਹਿੰਦੇ ਵੀ ਸਾਨੂੰ ਮਨੁੱਖ ਬਣਾ ਦੇ, ਅਸੀਂ ਤੈਨੂੰ ਪਾ ਲਈਏ। ਕਿਉਂਕਿ ਦੇਵਤੇ ਜਿਹੜੇ ਆ ਉਹ ਭੋਗ ਜੂਨੀ ਹੈ, ਉਹ ਕਰਮ ਨਹੀਂ ਕਰਦੇ ਕੋਈ ਵੀ। ਤੋ ਮਨੁੱਖ ਕਰਮ ਵੀ ਕਰਦਾ, ਭੋਗਦਾ ਵੀ ਹੈ। ਇਸੇ ਜਾਮੇ ਦੇ ਵਿੱਚ ਆਪਾਂ ਪਰਮਾਤਮਾ ਨੂੰ ਮਿਲ ਸਕਦੇ, ਹੋਰ ਕਿਸੇ ਜਾਮੇ 'ਚ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹੋਰ ਕਾਜ ਕੰਮ ਕਾਰ ਜੋ ਵੀ ਆਪਾਂ ਕਰਦੇ ਹਾਂ ਉਹ ਕਿਸੇ ਕੰਮ ਦੇ ਨਹੀਂ ਹੈ। ਕੰਮ ਇੱਕੋ ਹੀ ਕਰਨਾ ਹੈ ਵੀ ਸਾਧ ਸੰਗਤ ਨਾਲ ਮਿਲ ਕੇ ਨਾਮ ਜਪਣਾ। ਜਿਹੜਾ ਕਰਮ ਧਰਮ ਵਿੱਚ ਆਪਾਂ ਪਏ ਹੋਏ ਹਾਂ ਉਹ ਪ੍ਰਵਾਨ ਨਹੀਂ ਹੈ। ਅਗਰ ਕਰਮ ਧਰਮ ਪ੍ਰਵਾਨ ਹੈ ਤਾਂ ਉਹ ਇਸ ਕਰਕੇ ਵੀ ਇੱਕ ਤਾਂ ਏਕੇ ਦੇ ਨਿਮਿੱਤ ਹੋਵੇ, ਉਹ ਡੁਐਲਿਟੀ 'ਚ ਨਾ ਹੋਵੇ, ਅਤੇ ਨਾਲ ਦੀ ਨਾਲ ਅੰਦਰ ਪਰਮਾਤਮਾ ਵਸਿਆ ਹੋਵੇ, ਫਿਰ ਕਰਮ ਧਰਮ ਵੀ ਪ੍ਰਵਾਨ ਹੋ ਜਾਂਦਾ। ਦੇਖੋ ਇਹਦੇ 'ਚ ਫਰਕ ਹੁੰਦਾ ਹੈ। ਹੁਣ ਤੀਰਥਾਂ ਦਾ ਖੰਡਨ ਹੈ ਗੁਰਬਾਣੀ 'ਚ ਜਗ੍ਹਾ ਜਗ੍ਹਾ। ਤੀਰਥ ਗੁਰਬਾਣੀ ਨਾਮ ਨੂੰ ਫਰਮਾ ਰਹੀ ਹੈ, ਸਰੀਰ ਨੂੰ ਇਹ ਤੀਰਥ ਕਹਿ ਰਹੀ ਹੈ, ਗੁਰੂ ਨੂੰ ਇਹ ਤੀਰਥ ਕਹਿ ਰਹੀ ਹੈ। ਤੀਰਥ ਦੇ 3-4 ਕਨਸੈਪਟ ਹੈ ਗੁਰਬਾਣੀ 'ਚ। ਲੇਕਿਨ ਗੁਰੂ ਸਾਹਿਬ ਆਪ ਵੀ ਤੀਰਥਾਂ ਪਰ ਗਏ, ਗੁਰੂ ਨਾਨਕ ਸਾਹਿਬ ਵੀ ਗਏ ਹੈ, ਔਰ ਗੁਰੂ ਅਮਰਦਾਸ ਜੀ ਵੀ ਗਏ ਹੈ। ਪਹਿਲੀ ਅਵਸਥਾ 'ਚ ਵੀ ਗਏ ਹੈ ਜਦੋਂ ਅਜੇ ਗੁਰੂ ਦੀ ਪ੍ਰਾਪਤੀ ਨਹੀਂ ਹੋਈ ਸੀ। ਉਦੋਂ ਕਰਮ ਧਰਮ ਦੇ ਤੌਰ 'ਤੇ ਜਾਂਦੇ ਸੀਗੇ, ਸਾਲ ਦੇ ਵਿੱਚ 2 ਵਾਰੀ ਗੰਗਾ ਯਾਤਰਾ, ਜਿਵੇਂ ਸੰਸਾਰ ਜਾਂਦਾ। ਲੇਕਿਨ ਗੁਰੂ ਬਣਨ ਤੋਂ ਬਾਅਦ ਵੀ ਗਏ ਹੈ, ਉਦੋਂ ਮਕਸਦ ਬਦਲ ਗਿਆ।
ਉਦੋਂ ਸਿਰਫ ਲੋਕਾਂ ਨੂੰ ਉਧਾਰ ਕਰਨ ਖਾਤਰ ਗਏ ਆ, ਨਾ ਕਿ ਧਰਮ ਕਰਨ ਖਾਤਰ ਗਏ ਆ। ਹਰ ਗੱਲ ਦੇ ਪਿੱਛੇ ਭਾਵਨਾ ਹੁੰਦੀ। ਤੋ ਤੀਰਥ ਜੇ ਕੋਈ ਸਦਭਾਵਨਾ ਨਾਲ ਕਰੇ, ਏਕੇ ਦੇ ਤਹਿਤ ਕਰੇ, ਵੀ ਚਲੋ ਉੱਥੇ ਸੰਗਤ ਮਿਲ ਜੂ, ਕੋਈ ਰੱਬ ਦਾ ਬੰਦਾ ਮਿਲ ਜੂ, ਤਾਂ ਤੀਰਥ ਕਰਨਾ ਵੀ ਕੋਈ ਬੁਰੀ ਗੱਲ ਨਹੀਂ। ਗੱਲ ਇਹ ਹੈ ਵੀ ਜਿਹੜਾ ਕੋਈ ਪੁੰਨ ਦਾਨ ਵੀ ਕਰਦਾ, ਜੇ ਤਾਂ ਉਹ ਦਾਨ ਦੀ ਭਾਵਨਾ ਨਾਲ ਕਰਦਾ ਵੀ ਮੈਂ ਬੜਾ ਛੋਟਿਆਂ ਨੂੰ ਮੈਂ ਦਾਨ ਦਿੰਦਾ, ਫਿਰ ਤਾਂ ਉਹ ਵਿਅਰਥ ਹੈ। ਫਿਰ ਤਾਂ ਉਹਨੇ ਸਾਨੂੰ ਉੱਚਾ ਚੱਕ ਦੇਣਾ, ਜਿਹੜਾ ਗਰੀਬ ਲੈਣ ਵਾਲਾ ਹੱਥ ਅੱਡ ਕੇ ਉਹਨੂੰ ਹੀਣ ਭਾਵਨਾ ਵਿੱਚ ਲੈ ਜਾਣਾ, ਦੋਹਾਂ ਪਾਸੇ ਬੁਰਾ। ਜੇ ਕੋਈ ਇਸ ਕਰਕੇ ਕਰ ਰਿਹਾ ਵੀ ਤੈਂ ਦਿੱਤਾ ਹੈ ਅਸੀਂ ਅੱਗੇ ਦੇ ਰਹੇ, ਸਾਡਾ ਤਾਂ ਇਹ 'ਚ ਕੁਛ ਨਹੀਂ ਹੈ, ਅਸੀਂ ਤਾਂ ਆਪਣੀ ਮੋਹਰ ਨਹੀਂ ਕੋਈ ਵੀ ਲਾ ਰਹੇ, ਮਹਾਰਾਜ ਤੈਂ ਦਿੱਤਾ ਹੋਇਆ ਤੇਰੇ ਨਾਂ 'ਤੇ ਦੇ ਰਹੇ, ਉਹ ਪ੍ਰਵਾਨ। ਤੋ ਗੱਲ ਨੂੰ ਸਮਝਣਾ ਹੁੰਦਾ ਗੁਰਮਤਿ ਨੂੰ। ਗੁਰਮਤਿ ਵਿੱਚ ਹਮੇਸ਼ਾ ਹਰ ਗੱਲ, ਜਿਹੜਾ ਇਸ਼ੂ ਕੋਈ ਵੀ ਹੈ ਉਹ ਭਾਵਨਾ 'ਤੇ ਖੜ੍ਹਾ ਹੈ। ਸੋ ਸਾਧ ਸੰਗਤ ਦੇ ਵਿੱਚ ਜਾਣਾ ਔਰ ਨਾਮ ਜਪਣਾ, ਇਹੀ ਸਭ ਤੋਂ ਉੱਤਮ ਕਰਮ। ਸਰੰਜਾਮ ਲਾਗ ਭਵਜਲ ਤਰਨ ਕੈ, ਇਹ ਜਿਹੜਾ ਸੰਸਾਰ ਰੂਪੀ ਭਵਜਲ ਹੈ, ਇਹਨੂੰ ਤਰਨ ਦੇ ਆਹਰ ਵਿੱਚ ਲੱਗ ਜਾ ਭਾਈ। ਜਨਮ ਬਿਰਥਾ ਜਾਤ ਰੰਗ ਮਾਇਆ ਕੈ, ਮਾਇਆ 'ਚ ਫਸ ਕੇ ਤੇਰਾ ਜਨਮ ਬਿਰਥਾ ਜਾ ਰਿਹਾ। ਰਹਾਓ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਆਇਆ। ਨਾ ਹੀ ਮੈਂ ਕੋਈ ਜਪ ਤਪ ਸੰਜਮ ਕਰਿਆ, ਨਾ ਹੀ ਕੋਈ ਧਰਮ ਕਮਾਇਆ, ਨਾ ਸਾਧ ਦੀ ਸੇਵਾ ਕਰੀ। ਕਹੋ ਨਾਨਕ ਹਮ ਨੀਚ ਕਰਮਾਂ, ਸ਼ਰਨ ਪਰੇ ਕੀ ਰਾਖੋ ਸ਼ਰਨ। ਪੰਜਵੇਂ ਪਾਤਸ਼ਾਹ ਫਰਮਾਉਂਦੇ ਹੈ ਵੀ ਸਾਡੇ ਤਾਂ ਕਰਮ ਵੀ ਨੀਚ ਹੈ, ਅਸੀਂ ਤੇਰੀ ਸ਼ਰਨ ਪਏ ਹਾਂ, ਬਸ ਤੂੰ ਆਪਣਾ ਜਿਹੜਾ ਤੇਰਾ ਸੁਭਾਅ ਹੈ ਪਾਪੀਆਂ ਨੂੰ ਤਾਰਨ ਵਾਲਾ, ਉਹਨੂੰ ਪਛਾਣ ਲੈ ਤਾਂ ਕਿ ਸਾਡਾ ਵੀ ਕਲਿਆਣ ਹੋ ਜਾਏ। ਇੱਕ ਵਚਨ ਹੈ ਸਾਧ ਸੰਗਤ ਜੀ ਉਹ ਗੁਰਬਾਣੀ 'ਚ, ਗੁਰਮਤਿ ਸੁਨ ਕਛ ਗਿਆਨ ਨਾ ਉਪਜਿਓ, ਪਸ ਜਿਉ ਉਦਰ ਭਰੋ। ਕਹੋ ਨਾਨਕ ਪ੍ਰਭ ਬਿਰਦ ਪਛਾਨੋ, ਤਬ ਹੋਂ ਪਤਿਤਰੋ। ਨੌਵੇਂ ਪਾਤਸ਼ਾਹ ਦਾ ਫਰਮਾਨ ਹੈ, ਗੁਰਮਤਿ ਸੁਣ ਕੇ ਮੇਰੇ ਪੱਲੇ ਕੁਛ ਨਹੀਂ ਪਿਆ ਮਹਾਰਾਜ, ਗੁਰਮਤਿ ਸੁਣ ਕਛ ਗਿਆਨ ਨਾ ਉਪਜਿਓ, ਕੋਈ ਗਿਆਨ ਨਹੀਂ ਪੈਦਾ ਹੋਇਆ। ਕਹੋ ਨਾਨਕ ਪ੍ਰਭ ਬਿਰਦ ਪਛਾਨੋ, ਬਿਰਦ ਹੁੰਦਾ ਸੁਭਾਅ, ਤੂੰ ਆਪਣੇ ਸੁਭਾਅ ਨੂੰ ਪਛਾਣ, ਤੂੰ ਪਾਪੀਆਂ ਨੂੰ ਤਾਰਨੇ ਵਾਲਾ, ਮੇਰਾ ਕਲਿਆਣ ਕਰ ਦੇ, ਮੇਰੇ ਪੱਲੇ ਕੁਛ ਨਹੀਂ ਪੈਂਦਾ। ਸੁਣ ਸੁਣਾ, ਇਹ ਹੈ ਉਹ ਅਵਸਥਾ ਜਦੋਂ ਪ੍ਰਾਪਤੀ ਹੋ ਜਾਂਦੀ ਹੈ, ਫਿਰ ਬੰਦਾ ਇਹ ਗੱਲ ਕਹਿੰਦਾ। ਅਸੀਂ ਲੋਕ ਬਿਨਾਂ ਪ੍ਰਾਪਤੀ ਤੋਂ ਹੀ ਇਹ ਗੱਲਾਂ ਨੂੰ ਆਪਣੇ ਨਾਲ ਜੋੜ ਲੈਂਦੇ, ਉਹ ਗੱਲ ਠੀਕ ਨਹੀਂ ਹੈ। ਸਭ ਕੁਛ ਪਰਮੇਸ਼ਰ ਦੀ, ਗੁਰੂ ਦੀ ਕਿਰਪਾ 'ਤੇ ਮੁਨਹਸਰ ਕਰਦਾ ਹੈ। ਗੁਰਬਾਣੀ ਮੁਤਾਬਕ ਜੋ ਵੀ ਆਪਾਂ ਕਰ ਰਹੇ ਹਾਂ ਸਭ ਉਹ ਕਰਵਾ ਰਿਹਾ। ਜੇ ਸੇਵਾ ਕਰ ਰਹੇ ਹਾਂ ਤਾਂ ਵੀ ਉਹ ਕਰਵਾ ਰਿਹਾ, ਉਹਨੂੰ ਕਿਸੇ ਨੂੰ ਨਿੰਦ ਰਹੇ ਹਾਂ ਤਾਂ ਵੀ ਸਾਤੋਂ ਉਹੀ ਕਰਵਾ ਰਿਹਾ। ਕਿਉਂਕਿ ਨਿੰਦਕ ਨੂੰ ਧੁਰ ਤੋਂ ਹੀ ਫਰਮਾਨ ਹੁੰਦਾ ਹੈ ਵੀ ਤੈਂ ਨਿੰਦਿਆ ਕਰਨੀ। ਨਿੰਦਕ ਸੋਧ ਸਾਧ ਵਿਚਾਰਿਆ, ਕੌਰ ਰਵਿਦਾਸ ਪਾਪੀ ਨਰਕ ਸਿਧਾਰਿਆ। ਹੁਣ ਇਹ ਗੱਲ ਗੁਰਬਾਣੀ 'ਚ ਦੂਜੇ ਤਰ੍ਹਾਂ ਵੀ ਆਉਂਦੀ ਹੈ, ਸਮਝਣੀ ਪੈਂਦੀ ਹੈ। ਨਿੰਦਕ ਗੁਰ ਕਿਰਪਾ 'ਤੇ ਹਟਿਓ, ਨਿੰਦਕ ਨੂੰ ਜੇ ਗੁਰੂ ਦੀ ਕਿਰਪਾ ਵਰਤ ਜਾਏ ਤਾਂ ਉਹ ਹਟ ਵੀ ਜਾਂਦਾ, ਨਹੀਂ ਤਾਂ ਕਰਦਾ ਰਹਿੰਦਾ ਸਾਰੀ ਉਮਰ। ਸਭ ਤੋਂ ਬੁਰਾ ਨਿੰਦਕ ਨੂੰ ਗਿਣਿਆ ਗਿਆ ਗੁਰਬਾਣੀ 'ਚ, ਅਣਹੋਂਦਾ ਭਾਰ ਨਿੰਦਕ ਸਿਰ ਧਰਾ, ਚੋਰ ਜਾਰ ਜੁਆਰ ਤੇ ਬੁਰਾ, ਸਭ ਤੋਂ ਬੁਰਾ ਨਿੰਦਕ ਹੈ। ਔਰ ਜਿਹੜਾ ਗੁਰੂ ਨੂੰ ਗੋਪਦਾ ਹੈ ਉਹ ਵਰਗਾ ਹਥਿਆਰਾ ਕੋਈ ਨਹੀਂ ਹੈ। ਸਵਾਲ ਇਹ ਹੈ ਬਈ ਕਰਾ ਤਾਂ ਤੂੰ ਹੀ ਰਿਹਾ, ਜੇ ਹਉਮੈ 'ਚ ਅਸੀਂ ਕਰ ਰਹੇ ਸਾਰਾ ਕੁਝ ਤਾਂ ਤੂੰ ਹੀ ਤਾਂ ਕਰਵਾ ਰਿਹਾ। ਪਰ ਹੁਣ ਜੇ ਇਸੇ ਗੱਲ ਨੂੰ ਮੰਨ ਕੇ ਆਪਾਂ ਇਹਨੂੰ ਸਿੱਧਾ ਲੈ ਲਈਏ, ਇਸ ਤਰ੍ਹਾਂ ਦੀ ਵੀ ਗੱਲ ਹੈ ਨਹੀਂ। ਜੇ ਇਸ ਤਰ੍ਹਾਂ ਦੀ ਗੱਲ ਹੁੰਦੀ ਤਾਂ ਸਾਨੂੰ ਗੁਰੂ ਸਾਹਿਬ ਕਾਹਤੇ ਉਪਦੇਸ਼ ਕरें ਵੀ ਸੰਗਤ ਵੀ ਜਾਓ, ਚੰਗੇ ਕਰਮ ਕਰੋ, ਨਿਰਮਲ ਕਰਮ ਕਰੋ। ਚਾਰਨ ਸਾਰਨ ਗੁਰ ਏਕ ਪੈਂਡਾ, ਜਾਏ ਚੱਲ ਸਤਿਗੁਰ ਕੋਟ ਪੈਂਡਾ, ਅੱਗੇ ਹੋਏ ਲੇਤ ਹੈ। ਸੰਗਤ ਦੇ ਵਿੱਚ ਜਾਣ ਦੇ ਨਾਲ ਇਹਨਾਂ ਗੱਲਾਂ ਦੀ ਸੋਝੀ ਆ ਜਾਂਦੀ ਹੈ ਵੀ ਜੇ ਅਸੀਂ ਇੱਕ ਕਦਮ ਚੱਲਾਂਗੇ ਤਾਂ ਉਹ ਤਾਂ ਹਜ਼ਾਰਾਂ ਕਦਮ ਸਾਡੇ ਵੱਲ ਆਉਣ ਨੂੰ ਤਿਆਰ ਹੈ। ਉਹ ਤਾਂ ਹਮੇਸ਼ਾ ਹੀ ਦਿਆਲੂ ਕਿਰਪਾਲੂ ਹੈ, ਸਾਡਾ ਹੀ ਨਹੀਂ ਮਨ ਮੰਨਦਾ। ਜੇ ਜਾਂਦੇ ਵੀ ਹਾਂ ਤਾਂ ਉੱਪਰੋਂ ਉੱਪਰੋਂ ਜਾਂਦੇ ਸੰਗਤ ਵਿੱਚ, ਮੈਂ ਤੋੜਨ ਖਾਤਰ ਕੋਈ ਨਹੀਂ ਜਾਂਦਾ। ਬਹੁਤ ਬਿਰਲਾ ਹੋਊਗਾ ਜਿਹੜਾ ਮੈਂ ਤੋੜਨ ਖਾਤਰ ਜਾਂਦਾ, ਉਹਦੀ ਟੁੱਟ ਜਾਣੀ, ਉਹਨੇ ਸੰਤ ਬਣ ਜਾਣਾ। ਸਾਡੀ ਤਾਂ ਜਿਹੜੀ ਲੋਚਾ ਹੈ, ਅਰਦਾਸ ਹੈ, ਇਹੀ ਹੋਣੀ ਚਾਹੀਦੀ ਗੁਰੂ ਦੇ ਅੱਗੇ ਜਾ ਕੇ ਸੰਗਤ ਵਿੱਚ ਵੀ ਹੇ ਵਾਹਿਗੁਰੂ ਜੀਓ, ਹੇ ਗੁਰੂ ਜੀਓ, ਮੇਰੀ ਹਉਮੈ ਨੂੰ ਤੋੜ, ਮੈਨੂੰ ਨਿਮਾਣਾ ਕਰ, ਮੈਨੂੰ ਛੋਟਾ ਕਰ। ਇਹ ਚੀਜ਼ ਅਸੀਂ ਸਮਝਦੇ ਨਹੀਂ ਹਾਂ ਵੀ ਅਸੀਂ ਕਾਹਤੇ ਛੋਟੇ ਹੋਈਏ।
ਅਸੀਂ ਤਾਂ ਕਹਿੰਦੇ ਰੱਬ ਸਾਨੂੰ ਵੱਡਾ ਕਰ ਲੋਕਾਂ ਵਿੱਚ, ਆਹੀ ਫਰਕ ਹੈ। ਜਿਹਨੇ ਉਹਨੂੰ ਛੋਟਾ ਕਰ ਦਿੱਤਾ ਉਹ ਸਾਰੇ ਸ੍ਰਿਸ਼ਟੀ ਦਾ ਉੱਪਰ ਮਾਲਕ ਬਣ ਜਾਊਗਾ। ਗੁਰੂ ਨਾਨਕ ਸਾਹਿਬ ਅੱਜ ਕੱਲ੍ਹ ਕਿ ਆਪਾਂ ਕਿਵੇਂ ਸਾਰਾ ਸ੍ਰਿਸ਼ਟੀ ਉਹਨਾਂ ਨੂੰ ਪੂਜਦੀ ਹੈ, ਆਦਰ ਸਤਿਕਾਰ ਦਿੰਦੀ ਹੈ। ਆਪਣੇ ਆਪ ਨੂੰ ਨੀਚ ਕਹਿ ਰਹੇ ਸੀ। ਜਿਹੜਾ ਬੰਦਾ ਆਪਣੇ ਆਪ ਨੂੰ ਨੀਵਾਂ ਕਰ ਗਿਆ, ਗੁਰੂ ਨੇ ਕਿਰਪਾ ਕਰ ਦਿੱਤੀ ਉਹਦੇ ਉੱਤੇ, ਉਹ ਸਾਰੀ ਸ੍ਰਿਸ਼ਟੀ ਤੋਂ ਉੱਪਰ ਹੋ ਜਾਂਦਾ। ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ। ਫਰਕ ਸਿਰਫ ਨਜ਼ਰੀਏ ਦਾ ਹੈ। ਅਸੀਂ ਸੰਸਾਰਕ ਤੌਰ ਪਰ ਬੜਾ ਹੋਣਾ ਚਾਹੁੰਦੇ ਹਾਂ। ਗੁਰਬਾਣੀ ਕਹਿੰਦੀ ਹੈ ਵੀ ਸੰਸਾਰਕ ਤੌਰ ਪਰ ਨੀਵਾਂ ਹੋ ਕੇ ਦੇਖ, ਫਿਰ ਤੂੰ ਆਪੇ ਬੜਾ ਹੈ ਸਾਰਿਆਂ ਤੋਂ। ਤੋ ਸਾਧ ਸੰਗਤ ਜੀ ਉਹ ਵਿਚਾਰ ਕਰਦੇ ਹਾਂ, ਕਈ ਵਾਰੀ ਕੋਈ ਅਪਸ਼ਬਦ ਵੀ ਨਿਕਲ ਜਾਂਦਾ, ਕਿਉਂਕਿ ਬੰਦਾ ਭੁੱਲਣਹਾਰ ਹੈ ਔਰ ਆਪ ਜੀ ਬਖਸ਼ਣਹਾਰ ਹੈ। ਤੋ ਬਖਸ਼ ਦਿਓ, ਕੋਈ ਸੀਸ ਵੀ ਦੇ ਦਿਓ। ਕਿਸੇ ਵੀ ਅਪਸ਼ਬਦ ਦੀ ਦੁਬਾਰਾ ਤੋਂ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।